ਮਾਨ ਨੂੰ CM ਆਫ ਪੰਜਾਬ ਮੇਰੀ ਰਿਕੁਐਸਟ ਹੈ, ਮਿਨਿਸਟਰ ਮੀਤ ਹੇਅਰ ਜੀ ਨੂੰ, ਹੋਰ ਵੀ ਮਿਨਿਸਟਰ ਹੈ ਜਿਹੜੇ ਪੰਜਾਬ ਦੇ, ਕੈਂਪਸ ਤੋਂ ਦੂਰ ਰਹੋ ਪਲੀਜ਼, ਰਿਕੁਐਸਟ ਹੈ। ਤੁਸੀਂ ਕੈਂਪਸ ਦਾ ਮਾਹੌਲ ਖਰਾਬ ਕਰੀ ਜਾਂਦੇ ਹੋ। ਗਰੁੱਪਿਜ਼ਮ ਹਰ ਪਾਰਟੀ ਦੇ ਵਿੱਚ ਹੈ, ਬਟ NSUI ਦੀ ਗਰੁੱਪਿਜ਼ਮ ਵੱਡੀ ਗਰੁੱਪਿਜ਼ਮ ਹੈ, ਕਿਉਂਕਿ ਉਹਦਾ ਗੱਲ ਹੈ ਨਾ ਸਚਿਨ, ਅਸੀਂ ਵਾਰ-ਵਾਰ ਸੁਣ ਰਹੇ ਹਾਂ ਕਿ ਇਸ ਵਾਰ ਅਸੀਂ ਇਕੱਠੇ ਹਾਂ, ਇਸ ਵਾਰ ਅਸੀਂ ਇਕੱਠੇ ਹਾਂ। ਹਰ ਇੰਟਰਵਿਊ 'ਚ ਸਾਨੂੰ ਇੱਕੋ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਇਸ ਵਾਰ ਅਸੀਂ ਇਕੱਠੇ ਹਾਂ, ਬਟ ਉਹ ਇਕੱਠੇ ਤਾਂ ਕਿਤੇ ਨਾ ਕਿਤੇ ਵੱਖ ਹੋ ਹੀ ਜਾਂਦੇ ਨੇ ਦੁਬਾਰਾ, ਤੇ ਉਸ ਤੇ ਅਸੀਂ ਫਿਰ ਦੇ ਵਿੱਚ ਸ਼ਾਇਦ ਕੋਈ ਮਿਨਿਸਟਰ ਸਪੀਚ ਦੇਣਗੇ, ਤੇ ਸਾਇੰਸਿਸ ਦੇ ਵਿੱਚ ਮੀਤ ਹੇਅਰ ਜੀ ਸਪੀਚ ਦੇਣਗੇ, ਭਗਵੰਤ ਮਾਨ ਜੀ ਵੀ ਸਪੀਚਾਂ ਦੇਣਗੇ ਆ ਕੇ। ਮੈਨੂੰ ਲੱਗਦਾ ਇਹ ਚੰਗਾ ਹੈ, ਸ਼ਾਇਦ ਉਹ ਕਿਸੇ ਆਪਣੇ ਆਉਣ ਵਾਲੇ ਫਿਊਚਰ 'ਚ ਤਿਆਰੀ ਕਰਾਈ ਜਾਂਦੇ, ਆਪਣੇ ਬੱਚਿਆਂ ਦੀ ਵੀ ਇਲੈਕਸ਼ਨ ਲੜਾਊਂਗਾ ਪੰਜਾਬ ਯੂਨੀਵਰਸਿਟੀ ਤੁਹਾਡੇ ਤੋਂ ਜਾਣਨਾ ਚਾਹੁੰਦੀ ਹੈ, ਅਸੀਂ ਜਾਣਨਾ ਚਾਹੁੰਦੇ ਹਾਂ, ਸਟੂਡੈਂਟਸ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੇ ਵੱਲੋਂ NSUI ਵੱਲੋਂ ਯੂਨੀਵਰਸਿਟੀ ਵਿੱਚ ਪ੍ਰਦਾਨ ਲੱਗਣ ਦਾ ਕੀ ਕ੍ਰਾਈਟੇਰੀਆ ਹੈ, ਕੀ ਕ੍ਰੈਡੀਬਿਲਿਟੀ? ਪਹਿਲਾਂ ਵੀ ਸੇਮ ਡੇ ਐਡਮਿਸ਼ਨ ਹੋਇਆ ਸੀ ਤੇ 15 ਮਿੰਟ ਬਾਅਦ ਉਹਨੂੰ ਇਲੈਕਸ਼ਨ ਲੜਾਉਣ ਦਾ ਸੀ ਫੈਸਲਾ ਲੈ ਲਿਆ ਸੀ 2 ਦਿਨ ਪਹਿਲਾਂ। ਜੇ ਰਹਿੰਦਾ 24 ਘੰਟੇ, ਮੈਂ ਜ਼ਰੂਰੀ ਨਹੀਂ ਉਹਨੂੰ ਕੰਟੈਸਟ ਕਰਾਊਂਗਾ, ਕੰਟੈਸਟ ਉਹੀ ਕਰੂਗਾ ਮੌਕੇ। ਹੁਣ ਮੇਰੇ ਕੋਈ 5 ਈਅਰ ਲੋ ਤੋਂ ਬਹੁਤ ਜ਼ਿਆਦਾ ਮਿਹਨਤ ਕਰੀ ਜਾਂਦਾ ਸਟੂਡੈਂਟ, 5 ਈਅਰ ਲੋ ਤੋਂ ਕਿਵੇਂ ਲੜਾ ਦਈਏ? 2 ਪਾਰਟੀਆਂ ਕੈਂਡੀਡੇਟ ਦੇ ਰਹੀ ਹੈ, CYSS ਨੇ ਆਪਣਾ AVP ਕੈਂਡੀਡੇਟ ਦੇ ਚੁੱਕੀ ਹੈ, ਦੇ ਰਹੀ ਹੈ ਉਧਰ, ਸੋਈ ਪਾਰਟੀ ਦੇ ਰਹੀ ਹੈ 5 ਈਅਰ ਲੋ ਚੋਂ ਕੈਂਡੀਡੇਟ। ਕੋਈ ਸਪੋਜ਼ ਮੈਂ ਹੀ ਬਹੁਤ ਮਿਹਨਤ ਕਰੀ ਜਾਂਦਾ ਤੇ 5 ਈਅਰ ਲੋ ਤੋਂ ਆ, ਪੋਲੀਟੀਕਲ ਸਮਝ ਇਹ ਕਹੂਗੀ ਵੀ 5 ਈਅਰ ਲੋ ਤੋਂ ਕੈਂਡੀਡੇਟ ਵੀ ਅੱਜ ਸਾਰਿਆਂ ਨੂੰ PU ਪਲਸ ਦੀ ਕ੍ਰੈਡੀਬਿਲਿਟੀ ਤੇ 100% ਯਕੀਨ ਹੈ। ਉਹਦੇ ਰੀਜ਼ਨ ਹੈ ਕਿਉਂਕਿ PU ਪਲਸ ਨੇ ਆਪਦੇ ਆਪ ਨੂੰ ਪ੍ਰੂਵ ਕਰਿਆ। ਸੌਰਵ ਕਾਂਸਲ ਜਾਂ ਪੂਰੀ ਟੀਮ ਤੁਹਾਡੀ ਜਿੰਨੀ ਵੀ ਹੈ, ਸਾਰਿਆਂ ਨੇ ਪ੍ਰੂਵ ਕਿ ਅੱਜ ਕੱਲ੍ਹ ਇੱਕ ਟ੍ਰੈਂਡ ਚਲਾਉਂਦੇ ਵੀ ਕੈਂਡੀਡੇਟ ਨੂੰ ਵੋਟ ਪੈਂਦੀ ਹੈ, ਕਿ ਜੇ NSUI ਨੂੰ ਪਿਛਲੀ ਵਾਰ ਵੋਟਾਂ ਪਈਆਂ ਉਹ ਜ਼ਰੂਰੀ ਨਹੀਂ ਹੈ, ਉਹ ਸਿਰਫ ਇੱਕ ਕੈਂਡੀਡੇਟ ਕਰਕੇ ਪੈਂਦੀ ਹੈ, ਕੈਡਰ ਨੂੰ ਵੋਟ ਪੈਂਦੀ ਹੈ। ਸਚਿਨ, ਇਹ ਗੱਲ ਤਾਂ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਜਿਵੇਂ ਆਪਾਂ ਦੇਖੀਏ ਇੰਨੀ ਵੱਡੀ ਆਪਣੀ ਯੂਨੀਵਰਸਿਟੀ ਹੈ, ਇੰਨੇ ਡਿਪਾਰਟਮੈਂਟਸ ਇਹਦੇ ਵਿੱਚ ਨੇ, ਤੁਹਾਡੀ ਪਾਰਟੀ ਇੰਨੀ ਵੱਡੀ ਹੈ, ਇੰਨੀ ਪੁਰਾਣੀ ਹੈ, ਤੁਸੀਂ ਇੰਨੇ ਮੰਜੇ ਹੋਏ ਖਿਲਾੜੀ ਹੋ, ਤੁਹਾਨੂੰ ਕਿਸੇ ਡਿਪਾਰਟਮੈਂਟ 'ਚੋਂ ਕੋਈ ਬੰਦਾ ਨਹੀਂ ਲੱਭਿਆ ਕਿ ਜਦ ਬੰਦਾ ਟੈਸਟਿੰਗ ਐਕਸਪਰਟਸ ਕੰਪਨੀ ਵਿੱਚ, IT ਕੰਪਨੀ ਵਿੱਚ ਮੋਹਾਲੀ ਵਿੱਚ ਲੱਗਿਆ ਹੋਇਆ ਹੈ, ਉਹ ਉਸੇ ਦਿਨ ਆ ਕੇ, ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਉਸੇ ਦਿਨ ਆ ਕੇ ਉਹਨਾਂ ਨੇ ਇੱਥੇ ਐਡਮਿਸ਼ਨ ਲਿਆ, 15 ਮਿੰਟ ਬਾਅਦ ਤੁਸੀਂ ਅਨਾਉਂਸ ਕਰ ਜਾਂਦੇ ਇਲੈਕਸ਼ਨ ਲੜ ਕੇ। ਕਿਹੜੀ ਇਹੋ ਜਿਹੀ ਚੀਜ਼ ਮਿਲ ਜਾਂਦੀ ਹੈ? ਜੋ ਹਾਰੇ ਹੋਏ ਨੇ, ਜਿਨ੍ਹਾਂ ਦੇ ਨਾਂ ਹੈ, ਉਹ ਹਾਰ ਕੇ ਵੀ ਕੰਮ ਕਰਦੇ ਨੇ। ਜੋ ਇਹੋ ਜਿਹੇ ਲੋਕ ਵੀ ਹੈ ਜੋ ਸਿਰਫ ਪੋਸਟ 'ਤੇ ਰਹਿ ਕੇ ਵੀ ਕੰਮ ਕਰਦੇ। ਪੰਜਾਬ ਯੂਨੀਵਰਸਿਟੀ ਦੇ ਅੰਡਰ ਇੰਨੇ ਕਾਲਜ ਆਉਂਦੇ 8-10 ਕਾਲਜ ਹੈ, 46 ਕਾਲਜ ਹੈ, 50 ਕਾਲਜ ਹੈ, ਖਾਲਸਾ ਕਾਲਜ ਹੈ। ਮੈਂ ਕੁਐਸਚਨ ਤਾਂ ਹੀ ਦੁਹਰਾ ਰਿਹਾ, ਪਿਛਲੀ ਵਾਰ ਮੈਂ ਸਾਡੇ ਸਾਥੀ ਕਿਸੇ ਸਾਥੀ ਨੇ ਇੰਚਾਰਜ ਤੋਂ ਪੁੱਛਿਆ ਸੀਗਾ, ਉਹ ਨਹੀਂ ਦੱਸ ਸਕੇ ਸੀਗੇ। ਸੀ ਤੇ ਤੁਹਾਡੇ ਹੀ ਪ੍ਰਧਾਨ ਉਹਨਾਂ ਨੇ ਸਟੇਟਮੈਂਟ ਸਾਨੂੰ ਦਿੱਤੀ ਕਿ ਵੀ ਹਾਂ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ NSUI ਦੇ ਪ੍ਰੋਟੈਸਟਾਂ ਬਾਰੇ ਨੌਲੇਜ ਨਹੀਂ ਹੈਗੀ, ਤੁਸੀਂ ਕੀ ਕਰੋਗੇ, ਤੇ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਵੀ ਮੈਂ ਪਹਿਲਾਂ ਵੀ ਇੱਥੇ NSUI ਦੇ ਪ੍ਰੋਟੈਸਟ ਨਾਲ ਜੁੜਦਾ ਰਿਹਾ, ਮੈਨੂੰ ਇੱਥੇ ਦੀ ਨੌਲੇਜ ਹੈ। ਉਦੋਂ ਤੇ ਉਹ ਵੀ ਆਊਟਸਾਈਡਰ ਸੀ, ਤੇ ਉਦੋਂ ਤੁਸੀਂ ਆਪਦੀ ਪਾਰਟੀ ਵੱਲ ਨੂੰ ਕਿਉਂ ਨਹੀਂ ਵੇਖਿਆ ਕਿ ਵੀ ਹਾਂ ਇਹ ਆਊਟਸਾਈਡਰ ਹੈ ਤੇ ਇਹ ਨਹੀਂ ਹੋਣੇ ਚਾਹੀਦੇ ਵਿੱਚ? ਆ ਕੇ ਹੀ ਜੁਆਇਨਿੰਗ ਹੋ ਰਹੀ ਹੈ। ਮੀਤ ਹੇਅਰ ਕਰੰਟ ਮਿਨਿਸਟਰ ਜੁਆਇਨ ਕਰਾ ਰਹੇ ਹੈ, ਕੋਠੀ ਤੇ ਲੈ ਕੇ ਜਾਇਆ ਜਾਂਦਾ ਕਿਸੇ ਨੂੰ, ਕੋਠੀ ਤੇ ਲੈ ਜਾ ਕੇ ਉੱਥੇ ਉਹਨਾਂ ਨੂੰ ਕਹਿੰਦੇ ਵੀ ਹਾਂ ਜੀ। ਆਰਮੀ ਵਾਲੀ ਗੱਲ ਹੋ ਗਈ ਨਾ, ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਰਾ ਕੁਝ ਤੁਸੀਂ ਆਪ ਕਰਾਉਂਦੇ ਹੋ, ਭਾਵੇਂ ਉਹ ਕੈਂਪਸ ਵਿੱਚ ਕੋਈ ਪ੍ਰਧਾਨ ਲਾਣਾ ਹੈ, ਇੱਥੇ ਕਿਸੇ ਨੂੰ ਸੀਟ ਦੇਣੀ ਹੈ, ਕੋਈ ਤੁਸੀਂ ਸਸਪੈਂਸ਼ਨ ਹੀ ਕੱਢਣਾ ਹੈ, ਉਹ ਸਾਰੀਆਂ ਚੀਜ਼ਾਂ ਤੁਸੀਂ ਆਪ ਕਰ ਰਹੇ ਹੋ। ਕੀ ਇਹ ਤਾਨਾਸ਼ਾਹੀ ਰਵੱਈਆ ਨਹੀਂ ਹੋ ਰਿਹਾ? ਅਸੀਂ ਕਲੇਮ ਕਰ ਰਹੇ ਹਾਂ, ਮੇਰੇ ਵਰਡਸ ਮਾਰਕ ਕਰ ਲੈਣ ਮੇਰੇ ਸਾਰੇ ਭਰਾ ਜਿਹੜੇ ਵੀ ਕਿਸੇ ਹੋਰ ਆਰਗੇਨਾਈਜੇਸ਼ਨ ਤੋਂ ਨੇ, ਅਸੀਂ ਉਹਨਾਂ ਦੀ ਸੋਚ, ਉਹਨਾਂ ਦੀ ਵਰਕਿੰਗ ਕਿਸੇ ਚੀਜ਼ ਦੇ ਖਿਲਾਫ ਨਹੀਂ। ਘੁਮਾ ਫਿਰਾ ਕੇ ਜਿਹੜੇ ਰਿਪੋਰਟਰ ਸਾਹਿਬ ਸੀਗੇ ਉਹਨਾਂ ਨੇ ਘੁਮਾ ਫਿਰਾ ਕੇ ਗੱਲਾਂ ਕਰੀਆਂ, ਕੈਪਸ਼ਨ ਉੱਤੇ ਬੜਾ ਭੱਕਿਆ, ਕੋਈ ਮਾਹੌਲ ਨਹੀਂ ਭੱਕਿਆ ਹੋਇਆ ਸੀਗਾ। ਹੁਣ ਉਸ ਤੋਂ ਬਾਅਦ ਮੈਨੂੰ 12-15 ਇੰਟਰਵਿਊ ਚੈਨਲਾਂ ਦੇ ਫੋਨ ਆਏ, ਅਸੀਂ ਇੰਟਰਵਿਊ ਲੈਣਾ ਚਾਹੁੰਦੇ ਹਾਂ। ਮੈਂ ਕਿਹਾ ਤੁਸੀਂ ਆਪਦੇ ਵਿਊਜ਼ ਕਰਕੇ ਮੇਰਾ ਇੰਟਰਵਿਊ ਅੱਜ ਤੱਕ ਤਾਂ ਤੁਸੀਂ ਕਦੇ ਲੱਗਿਆ ਨਹੀਂ ਵੀ ਤੁਹਾਨੂੰ ਇੰਟਰਵਿਊ ਹੁੰਦਾ ਇਲੈਕਸ਼ਨ ਦੇ ਰਿਲੇਟਡ ਚੀਜ਼ ਦਾ। ਮੈਂ ਸਿਰਫ ਇੰਨੀ ਗੱਲ ਕਹੀ ਸੀ, ਕੈਂਪਸ ਦੇ ਵਿੱਚ ਕੈਂਪਸ ਰਿਲੇਟਡ ਪੋਸਟਰ ਹੋਣੇ ਚਾਹੀਦੇ। ਇਹਦੇ ਵਿੱਚ ਗਲਤ ਕੀ ਹੈ? ਮੇਰਾ ਪਰਸਨਲ ਨਹੀਂ ਜੀ। ਸਪੋਜ਼ ਜਿਨ੍ਹਾਂ ਦਾ ਕੋਈ ਵੋਟ ਬੈਂਕ ਹੀ ਨਹੀਂ, ਇੱਕ ਪਾਰਟੀ ਹੋਵੇ ਕੋਈ ਵੀ 100-200 ਵੋਟ ਹੈ, ਉਹ ਜਾ ਕੇ ਕਹਿਣਦੇ ਅਸੀਂ ਸਚਿਨ ਗਾਲਵ ਨੂੰ ਲਲਕਾਰ ਦਿੰਦੇ, ਲਲਕਾਰ ਹੀ ਜਾਓ ਸਚਿਨ ਗਾਲਵ ਨੂੰ ਲਲਕਾਰਨ ਨਾਲ ਕੀ ਹੋ ਜਾਊਗਾ? ਮੈਂ ਆਪ ਪਰ ਜਿੱਥੋਂ ਤੱਕ ਸਾਨੂੰ ਪਤਾ ਹੈ ਤੇ ਅਸੀਂ ਜਾਣਦੇ ਵੀ ਹਾਂ, ਤੁਸੀਂ ਪਿਛਲੀ ਵਾਰੀ BBC ਡਾਕੂਮੈਂਟਰੀ ਇੱਥੇ ਕੈਂਪਸ ਵਿੱਚ ਦਿਖਾਉਣੀ ਚਾਹੀ, ਉੱਥੇ ਤੁਹਾਡੀ ਰਾਏ ਕਿਵੇਂ ਬਦਲ ਗਈ? ਮੈਂ ਦੱਸ ਦੇਣਾ ਚਾਹੁੰਦਾ, ਕਿਸੇ ਮੇਰੇ ਭਰਾ ਨੂੰ ਕਿਸੇ ਨੂੰ ਇਹ ਲੱਗਦਾ ਵੀ ਮੈਂ ਕੋਈ ਬੀਇੰਗ ਹਿੰਦੂ ਮੈਂ ਡਿਮਾਂਡ ਕਰਦਾ ਹਿੰਦੂ ਰਾਸ਼ਟਰ, ਨਾ, ਪੂਰੇ ਖਿਲਾਫ ਹੈ ਜੀ। ਹਿੰਦੂ ਰਾਸ਼ਟਰ ਦੇ ਖਿਲਾਫ ਹੈ ਨਾ, ਖਾਲਿਸਤਾਨ ਦੇ ਵੀ ਖਿਲਾਫ ਆ। ਕਈ ਇਹੋ ਜਿਹੇ ਸ਼ਰਾਰਤੀ ਤੱਤਵ ਹੈ, ਉਹਨਾਂ ਦਾ ਜਾਂਦਾ ਕੁਝ ਨਹੀਂ ਹੈ, ਉਹ ਕੋਈ ਛੋਟੀ ਜਿਹੀ ਹਰਕਤ ਕਰ ਦਿੰਦੇ ਨੇ, ਕੋਈ ਕਮੈਂਟ ਪਾਸ ਕਰ ਦਿੰਦੇ, ਕੁਝ ਕਰਦੇ ਨਾ, ਉਹਨਾਂ ਦਾ ਪੋਲਿਟਿਕਸ ਨਾਲ ਲੈਣਾ ਦੇਣਾ, ਨਾ ਉਹਨਾਂ ਦਾ ਕਿਸੇ ਨਾਲ ਲੈਣਾ ਦੇਣਾ। ਉਹਨਾਂ ਦੀ ਹਾਫ ਨੌਲੇਜ ਹੈ, ਉਹ ਹਾਫ ਨੌਲੇਜ ਨਾਲ ਮਾਹੌਲ ਲੋਕਾਂ ਨੂੰ ਪਾਗਲ ਬਣਾ। ਸੀਟ ਮਿਲੂਗੀ ਜਾਂ ਫਿਰ ਇੱਕ ਵਾਰ ਫੇਰ ਕਿਸੇ ਡਮੀ ਚਿਹਰੇ ਤੇ ਸਾਨੂੰ ਬਲਫ ਕੇ ਲਿਆ ਜਾਏਗਾ। 15 ਸੈਕਟਰ ਦੇ ਬਾਹਰ ਹੀ ਕੋਠੀ ਹੈ ਕੋਰਨਰ ਤੇ, ਉੱਥੇ ਮੀਟਿੰਗਾਂ ਹੋ ਰਹੀਆਂ ਨੇ, ਉੱਥੇ ਮਿਨਿਸਟਰ ਬੈਠੇ ਹੈ, ਸਾਰਿਆਂ ਨੂੰ ਪਤਾ ਹੈ। ਮੈਂ ਓਪਨ ਗੱਲ ਕਰਦਾ, ਫਿਰ ਚੁੱਭਦੀਆਂ। ਠੀਕ ਹੈ, 3 ਸਟੇਟ ਵਿੱਚ ਤੁਸੀਂ ਐਵੇਂ ਇਲੈਕਸ਼ਨ ਲੜ ਰਹੇ ਹੋ, ਤੇ ਸਟੇਟ ਦੀ ਗੱਲ ਨੂੰ ਛੱਡ ਕੇ ਜੇ ਆਪਾਂ ਕਾਲਜਿਸ ਦੀ ਗੱਲ ਕਰਦੇ ਹਾਂ, ਤੇ ਕਾਲਜਿਸ ਵਿੱਚ NSUI ਜਦੋਂ ਆਪਾਂ ਵੇਖਦੇ ਹਾਂ ਤੇ ਉੱਥੇ ਵਿਨਰ ਤੱਕ ਹੀ ਸਾਨੂੰ ਰਨਰ ਅਪ ਵੀ ਨਜ਼ਰ ਨਹੀਂ ਆਉਂਦੀ। ਇਹ ਗ੍ਰਾਫ ਕਿਉਂ ਘਟ ਰਿਹਾ? ਤੁਹਾਡੇ ਹੀ ਇੰਚਾਰਜ ਨੇ ਪਿਛਲੀ ਵਾਰ ਗੱਲ ਕੀਤੀ ਸੀ ਕਿ ਸਮਾਂ ਬਦਲੂਗਾ, ਵਕਤ ਬਦਲੂਗਾ, ਬਟ ਇਹ ਸਮਾਂ ਤਾਂ ਹੋਰ ਬੁਰਾ ਹੁੰਦਾ ਜਾ ਰਿਹਾ ਚੰਗਾ ਹੋਣ ਦੀ ਬਜਾਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਲੈਕਸ਼ਨਾਂ ਦਾ ਟਾਈਮ ਨੇੜੇ ਆ ਰਿਹਾ ਹੈ ਤੇ ਆਪਾਂ ਵੱਖ-ਵੱਖ ਪਾਰਟੀ ਨਾਲ ਜਾ ਕੇ ਗੱਲ ਕਰ ਰਹੇ ਹਾਂ। ਅੱਜ ਸਾਡੇ ਨਾਲ ਜੁੜ ਰਹੇ ਨੇ NSUI ਪਾਰਟੀ ਦੇ ਮੈਂਬਰ। ਅੱਜ ਸਾਡੇ ਨਾਲ ਜੁੜੇ ਨੇ ਸਚਿਨ ਗਾਲਵ, ਜਿਹੜੇ ਕਿ ਸਟੇਟ ਪ੍ਰਧਾਨ ਨੇ। ਸਚਿਨ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਚਿਨ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗੀ, ਪਹਿਲੇ ਆਪਾਂ ਗੱਲ ਕਰਦੇ ਹਾਂ NSUI ਦੀ। NSUI ਜਿਹੜਾ ਕਿ ਇੱਕ ਵੱਡਾ ਪਰਿਵਾਰ ਮੰਨਿਆ ਜਾਂਦਾ ਹੈ,
ਜਿਹਦੇ ਛੋਟੇ ਛੋਟੇ ਟੁਕੜੇ ਸਾਨੂੰ ਬਹੁਤ ਹੀ ਦਿਲਚਸਪ ਕਿੱਸੇ ਸਾਨੂੰ ਦੇ ਜਾਂਦੇ ਨੇ ਹਰ ਵਾਰੀ। ਪਰ ਸਚਿਨ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ, ਇਹਦੇ ਜਿਹੜੇ ਟੁਕੜੇ ਸਾਨੂੰ ਹਰ ਵਾਰੀ ਕੋਈ ਨਾ ਕੋਈ ਦਿਲਚਸਪ ਕਿੱਸਾ ਸਾਨੂੰ ਦਿੰਦੇ ਨੇ। ਹਰ ਵਾਰੀ NSUI ਦੀ ਵੇਵ ਆਉਂਦੀ ਹੈ ਕਿ NSUI, ਬਟ ਐਂਡ ਤੇ ਸਾਡੇ ਕੋਲ ਰਿਜ਼ਲਟ ਰਹਿ ਜਾਂਦੇ ਨੇ ਉਹੀ 75-25 ਦੇ ਆંકੜੇ, 50-50 ਦੇ ਆંકੜੇ, ਜਿਹਦਾ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਤੁਹਾਨੂੰ। ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਆਪ ਬੜੇ ਸਮੇਂ ਤੋਂ ਇਹ ਚੀਜ਼ਾਂ ਫੇਸ ਕਰਦਾ ਆ ਰਿਹਾ। ਜਦੋਂ ਇੱਕ ਕੁਐਸਚਨ ਹਰ ਇੰਟਰਵਿਊ ਦੇ ਵਿੱਚ ਹੁੰਦਾ ਹੈ, ਕੋਈ ਵੀ ਚੈਨਲ ਇੰਟਰਵਿਊ ਲੈਂਦਾ, ਕੋਈ ਪੇਜ ਇੰਟਰਵਿਊ ਲੈਂਦਾ ਵੀ ਗਰੁੱਪਿਜ਼ਮ ਹੈ, ਐਕਸੈਪਟ ਕਰਦੇ ਆ। ਹੁਣ ਤਾਂ ਇਹ ਵੀ ਗੱਲ ਹੋ ਗਈ ਵੀ ਉਸਨੂੰ ਐਕਸੈਪਟ ਨਾ ਕਰਨਾ ਵੀ ਝੂਠ ਬੋਲਣ ਦੇ ਬਰਾਬਰ ਹੈ, ਤੇ ਅਸੀਂ ਝੂਠ ਬੋਲਣਾ ਨਹੀਂ ਚਾਹੁੰਦੇ। ਪਰਸਨਲੀ ਮੈਂ ਤਾਂ ਆਪ ਸਟੇਟ ਪ੍ਰੈਜ਼ੀਡੈਂਟ, ਮੈਂ ਝੂਠ ਨਹੀਂ ਬੋਲਣਾ ਚਾਹੁੰਦਾ। ਗਰੁੱਪਿਜ਼ਮ ਹਰ ਪਾਰਟੀ ਦੇ ਵਿੱਚ ਹੈ, ਬਟ NSUI ਦੀ ਗਰੁੱਪਿਜ਼ਮ ਵੱਡੀ ਗਰੁੱਪਿਜ਼ਮ ਹੈ ਕਿਉਂਕਿ ਉਹਦਾ ਰੀਜ਼ਨ ਹੈ ਪਾਰਟੀ ਬਹੁਤ ਵੱਡੀ ਹੈ, ਕੈਡਰ ਬਹੁਤ ਵੱਡਾ ਹੈ। ਇੱਕ ਪੈਨ ਇੰਡੀਆ ਪਾਰਟੀ ਹੈ। ਇਹ ਕੋਈ ਉਹ ਪਾਰਟੀ ਨਹੀਂ ਹੈ ਜਿਹਦੇ ਵਿੱਚ ਇੱਕ ਪਰਟੀਕੂਲਰ ਸਟੇਟ ਦੇ ਲੋਕ ਨੇ, ਪਰਟੀਕੂਲਰ ਰੀਜਨ ਦੇ ਲੋਕ ਨੇ, ਪਰਟੀਕੂਲਰ ਰਿਲੀਜਨ ਦੇ ਲੋਕ ਨੇ। ਇਸ ਪਾਰਟੀ ਦੇ ਵਿੱਚ ਤੁਸੀਂ ਜੇ ਜਿੰਨੇ ਸਟੇਟ ਵੇਖ ਲੋਗੇ, ਸਾਊਥ ਵੀ ਹੈ, ਤੇਲੰਗਾਨਾ ਹੈਗਾ, ਆਂਧਰਾ ਪ੍ਰਦੇਸ਼ ਹੈ, ਜੰਮੂ ਕਸ਼ਮੀਰ ਹੈ, UP, ਬਿਹਾਰ, ਹਰਿਆਣਾ, ਪੰਜਾਬ, ਹਰ ਸਟੇਟ ਤੋਂ ਸਟੂਡੈਂਟਸ ਨੇ। ਜਦੋਂ ਹਰ ਸਟੇਟ ਤੋਂ ਸਟੂਡੈਂਟਸ ਆਉਂਦੇ ਆ, ਉਹਨਾਂ ਦੀ ਐਸਪੀਰੇਸ਼ਨਸ ਕੰਟਰੋਲ ਕਰਨਾ ਬੜਾ ਡਿਫਿਕਲਟ ਹੋ ਜਾਂਦਾ ਹੈ। ਹਰ ਕੋਈ ਅੱਜ ਪ੍ਰਧਾਨ ਬਣਨਾ ਚਾਹੁੰਦਾ ਹੈ, ਹਰ ਕੋਈ ਵਾਈਸ ਪ੍ਰਧਾਨ, ਜਨਰਲ ਸੈਕਟਰੀ, ਜੁਆਇੰਟ ਸੈਕਟਰੀ ਬਣਨਾ ਚਾਹੁੰਦਾ ਹੈ। ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦੇ ਕੇ ਅੱਗੇ ਲੈ ਕੇ ਜਾਣਾ ਪੋਸੀਬਲ ਨਹੀਂ ਹੁੰਦਾ ਕਿਉਂਕਿ ਲਿਮਿਟਸ ਨੇ। ਹਰ ਕਿਸੇ ਨੂੰ ਅਸੀਂ ਪ੍ਰਧਾਨ ਨਹੀਂ ਲੜਾ ਸਕਦੇ, ਹਰ ਕਿਸੇ ਨੂੰ ਵਾਈਸ ਪ੍ਰਧਾਨ ਨਹੀਂ। ਜਦੋਂ ਕਿਸੇ ਨੂੰ ਕੋਈ ਚੀਜ਼ ਨਹੀਂ ਮਿਲਦੀ, ਉਹ ਫਿਰ ਉਹ ਜਾ ਕੇ ਗਰੁੱਪਿਜ਼ਮ ਦੇ ਵਿੱਚ ਕਨਵਰਟ ਹੁੰਦੀ ਹੈ, ਜਾਂ ਉਹ ਪਾਰਟੀ ਛੱਡ ਕੇ ਜਾਂਦਾ ਹੈ, ਜਾਂ ਉਹ ਗਰੁੱਪ ਖੜਾ ਕਰ ਲੈਂਦਾ ਵੀ ਮੈਂ ਹੁਣ ਬਗਾਵਤ ਕਰੂੰਗਾ। ਬਟ ਕਿਤੇ ਨਾ ਕਿਤੇ ਸਮਝਣਾ ਪੈਣਾ ਵੀ ਪਾਰਟੀ ਸਭ ਤੋਂ ਵੱਡੀ ਹੁੰਦੀ ਹੈ। ਕਿਸੇ ਨੂੰ ਕੋਈ ਚੀਜ਼ ਲੇਟ ਮਿਲਦੀ ਹੈ, ਕੀ ਪਤਾ ਪਰਮਾਤਮਾ ਸਬਰ ਚੈੱਕ ਕਰ ਰਿਹਾ ਹੋਵੇ ਵੀ ਹਾਂ ਇਹ ਬੰਦਾ ਕਿੰਨਾ ਕੁ ਸਬਰ ਰੱਖ ਸਕਦਾ ਹੈ, ਉਹਨੂੰ ਇਹ ਚੀਜ਼ ਸਾਲ ਬਾਅਦ ਮਿਲੂ, 2 ਸਾਲ ਬਾਅਦ ਮਿਲੂ। ਪਰ ਅੱਜ ਕੱਲ੍ਹ ਬੱਚਾ ਕਹਿੰਦਾ ਮੈਂ ਤਾਂ ਕੰਮ ਕਰੂੰਗਾ, ਮੈਨੂੰ ਜੇ ਪ੍ਰਧਾਨ ਖੜਾ ਕਰੋਗੇ, ਮੈਂ ਵਾਈਸ ਪ੍ਰਧਾਨ ਖੜਾ ਕਰੋਗੇ, ਜੇ ਨਹੀਂ ਖੜਾ ਕਰੋਗੇ ਮੈਂ ਕੰਮ ਨਹੀਂ ਕਰੂੰਗਾ। ਪਰ ਇਹਦਾ ਨੁਕਸਾਨ ਤਾਂ ਸਭ ਤੋਂ ਜ਼ਿਆਦਾ ਤੁਹਾਨੂੰ ਹੀ ਹੋ ਰਿਹਾ ਹੈ ਨਾ, ਕਿ ਕੋਈ ਵੀ ਸਾਰੇ ਵੱਖ-ਵੱਖ ਹੋ ਰਹੇ ਨੇ ਇੱਕ ਹੀ ਨਾਮ ਦੇ ਅੰਦਰ। ਤੇ ਫਿਰ ਇਸ ਤੋਂ ਤੁਸੀਂ ਕੀ ਕਰਨਾ ਚਾਹੋਗੇ, ਕੀ ਕਹਿਣਾ ਚਾਹੋਗੇ ਕਿ ਇਹ ਜਿਹੜਾ ਤੁਹਾਨੂੰ ਨੁਕਸਾਨ ਹਰ ਵਾਰੀ ਵੇਖਣ ਨੂੰ ਮਿਲ ਰਿਹਾ, ਇਹ ਨਾ ਹੋਵੇ? ਬਿਲਕੁਲ ਜੀ, ਨੁਕਸਾਨ ਹੋ ਰਿਹਾ। ਦੇਖੋ, ਇੱਕ ਨੁਕਸਾਨ ਬਿਲਕੁਲ ਜਾਇਜ਼ ਹੈ। ਪਿਛਲੇ 10 ਸਾਲ ਦੇ ਵਿੱਚ ਨੁਕਸਾਨ ਦੇ ਬਾਵਜੂਦ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਸਭ ਤੋਂ ਵੱਡੀ ਪਾਰਟੀ ਫਿਰ ਵੀ ਅਸੀਂ ਹੈ। ਪਿਛਲੇ 10 ਸਾਲ ਦੇ ਵਿੱਚ 3 ਪ੍ਰਧਾਨ ਅਸੀਂ ਜਿਤਾਏ ਹਾਂ, 2013, 2014, 2017। ਕਿਸੇ ਪਾਰਟੀ ਦੀ ਇਹ ਹਿੰਮਤ ਨਹੀਂ ਰਹੀ ਵੀ 3 ਪ੍ਰਧਾਨ ਜਿਤਾਏ ਉਹਨੇ ਜਿੰਨੇ 10 ਸਾਲ ਦੇ ਵਿੱਚ। ਛੋਟੀਆਂ ਸੀਟਾਂ ਤਾਂ ਮੈਂ ਉਹਨ ਗਿਣਤੀ ਬਹੁਤ ਵੱਡੀ ਹੋ ਜੂਗੀ, ਮੈਨੂੰ ਲੱਗਦਾ 15-20 ਮਿੰਟ ਤਾਂ ਮੈਨੂੰ ਗਿਣਾਉਣ 'ਚ ਲੱਗ ਜਾਣਗੇ ਵੀ ਕਿੰਨੀ ਛੋਟੀਆਂ ਅਸੀਂ ਸੀਟਾਂ ਜਿੱਤੇ ਨੇ। ਔਰ ਸਭ ਤੋਂ ਵੱਡੀ ਇੱਕ ਵੱਖਰੀ ਗੱਲ ਹੈ, ਤਿੰਨੇ ਪ੍ਰਧਾਨ ਡਿਫਰੈਂਟ ਸਟੇਟ ਤੋਂ ਨੇ। ਅੱਜ ਸਾਡੇ ਤੇ ਕੋਈ ਕੁਐਸਚਨ ਵੀ ਕਰਦਾ ਨਾ ਵੀ ਕੀ ਵੱਖਰਾ NSUI ਦੇ ਵਿੱਚ, 2013 ਪ੍ਰਧਾਨ ਹਿਮਾਚਲ ਤੋਂ ਸੀ, 2014 ਹਰਿਆਣੇ ਤੋਂ ਸੀ, 2017 ਪੰਜਾਬ 'ਚੋਂ ਸੀਗਾ। ਤੇ ਕੱਲੀ ਇਕਲੌਤੀ ਪਾਰਟੀ ਹੈ ਜਿਹਨੇ ਅੱਜ ਤੱਕ ਸਾਊਥ ਦੇ ਕੈਂਡੀਡੇਟ ਨੂੰ ਪ੍ਰਧਾਨ ਲੜਾਤਾ ਸੀਗਾ। ਅੱਜ ਕੈਂਪਸ ਨੂੰ ਕੱਲੇ ਕੈਂਪਸ ਦੇ ਸਟੂਡੈਂਟ ਨੂੰ ਪਤਾ ਹੈ ਵੀ NSUI ਆਪਣੇ ਦਮ ਤੇ ਡਿਸੀਜਨ ਲੈਂਦੀ ਹੈ, ਇਹ ਕਿਸੇ ਦੀ ਇਨਵੋਲਵਮੈਂਟ ਨਾਲ ਡਿਸੀਜਨ ਨਹੀਂ ਲੈਂਦੀ। 2019 ਦੇ ਵਿੱਚ ਸਾਊਥ ਤੇਲੰਗਾਨਾ ਦਾ ਕੈਂਡੀਡੇਟ ਪ੍ਰਧਾਨ ਲੜ ਸਕਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ। ਇਟ ਮੀਨਸ ਐਵਰੀਥਿੰਗ ਇਜ਼ ਪੋਸੀਬਲ ਇਨ NSUI ਪਾਰਟੀ, ਐਂਡ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਖਰੇ ਤੇ ਵੱਡੇ ਡਿਸੀਜਨ NSUI ਲੈ ਸਕਦੀ ਹੈ। ਗਰੁੱਪਿਜ਼ਮ ਨੂੰ ਐਤਕੀ ਪੂਰੀ ਕੋਸ਼ਿਸ਼ ਹੈ ਕੰਟਰੋਲ ਕਰਾਂਗੇ ਤੇ ਸਾਰਿਆਂ ਨੂੰ ਦੱਸਾਂਗੇ ਪਾਰਟੀ ਨੇ ਮੈਨੂੰ ਸਭ ਕੁਝ ਦਿੱਤਾ ਤੇ ਪਾਰਟੀ ਸਭ ਨੂੰ ਸਭ ਕੁਝ ਦਊਗੀ, ਵਿਸ਼ਵਾਸ ਰੱਖੋ। ਪਰ ਇਹੀ ਗੱਲ ਹੈ ਨਾ ਸਚਿਨ, ਅਸੀਂ ਵਾਰ-ਵਾਰ ਸੁਣ ਰਹੇ ਹਾਂ ਕਿ ਇਸ ਵਾਰੀ ਅਸੀਂ ਇਕੱਠੇ ਹਾਂ, ਇਸ ਵਾਰ ਅਸੀਂ ਇਕੱਠੇ ਹਾਂ। ਹਰ ਇੰਟਰਵਿਊ ਵਿੱਚ ਸਾਨੂੰ ਇੱਕੋ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਇਸ ਵਾਰ ਅਸੀਂ ਇਕੱਠੇ ਹਾਂ, ਬਟ ਉਹ ਇਕੱਠੇ ਤਾਂ ਕਿਤੇ ਨਾ ਕਿਤੇ ਵੱਖ ਹੋ ਹੀ ਜਾਂਦੇ ਨੇ ਦੁਬਾਰਾ। ਤੇ ਉਸ 'ਤੇ ਅਸੀਂ ਫਿਰ ਕੀ ਦੱਸੀਏ, ਕੀ ਕਰੀਏ? ਅਸੀਂ ਜੀ ਕੋਸ਼ਿਸ਼ ਕਰ ਸਕਦੇ ਹਾਂ। ਦੇਖੋ, ਵੱਖਰੇ ਨੇ ਪਹਿਲਾਂ ਹੀ ਕਰੀ ਜਾਂਦੇ, ਮੈਂ ਦੱਸ ਰਿਹਾ ਵੀ ਕੋਸ਼ਿਸ਼ ਕਰ ਸਕਦੇ ਹਾਂ। ਗਰੁੱਪਿਜ਼ਮ ਹੈਗੀ ABVP ਦੇ ਵਿੱਚ ਵੀ ਹੈ, ਸੋਈ ਦੇ ਵਿੱਚ ਵੀ ਗਰੁੱਪ। ਅੱਜ ਮੈਂ ਸਭ ਤੋਂ ਇੱਕ ਹੈਰਾਨੀ ਦੀ ਗੱਲ ਹੈ ਕਿ ਯੂਨੀਵਰਸਿਟੀ ਦਾ ਪੋਲੀਟੀਕਲ ਸਟਰਕਚਰ ਹੀ ਬਦਲ ਗਿਆ। ਅੱਜ ਇਲੈਕਸ਼ਨ ਦਾ ਹਾਲ ਉਹ ਹੋ ਗਿਆ ਵੀ ਕਿਤੇ ਵੀ ਨਹੀਂ ਹੈ ਇਲੈਕਸ਼ਨ ਦਾ ਹਾਲ। MLA ਦੇ ਇਲੈਕਸ਼ਨ ਕੀ ਹੁੰਦੇ, 2-3 ਪਾਰਟੀਆਂ ਆਪਸ 'ਚ ਭਿੜਦੀਆਂ, ਠੀਕ ਹੈ ਜੀ। MP ਦਾ ਇਲੈਕਸ਼ਨ ਹੈ, 2-3 ਪਾਰਟੀਆਂ ਕੰਟੈਸਟ ਕਰਦੀਆਂ। MC ਹੈ, 2-3 ਪਾਰਟੀਆਂ ਕੰਟੈਸਟ ਕਰਦੀਆਂ। ਪਹਿਲੀ ਵਾਰ ਯੂਨੀਵਰਸਿਟੀ ਦਾ ਹਾਲ ਐਵੇਂ ਦਾ ਹੋ ਗਿਆ ਵੀ ਰੀਜਨ ਬੇਸਡ, ਰਿਲੀਜਨ ਬੇਸਡ ਪੋਲਿਟਿਕਸ ਹੋ ਚੁੱਕੀ ਹੈ, ਜਾਂ ਫਿਰ ਪੋਲਿਟਿਕਸ ਕਾਸਟ ਦੀ ਰਹਿ ਗਈ ਹੈ, ਔਰ ਪੋਲਿਟਿਕਸ ਹੋ ਗਈ ਸੈਟਿੰਗ ਦੀ। ਸਾਰੇ ਇੱਕ ਦੂਜੇ ਨਾਲ ਕੋਈ ਵੀ ਇਕੱਲਾ ਪੈਨਲ ਨਹੀਂ ਕੱਢ ਸਕਦਾ, ਕੋਈ ਸੀਟ ਨਹੀਂ ਕੱਢ ਸਕਦਾ। ਜੇ ਪਿਛਲੀ ਵਾਰ CYSS ਜਿੱਤੀ ਹੈ, ਸਾਰੇ ਕੈਂਪਸ ਦੇ ਜਿਹੜੇ ਪੋਲੀਟੀਕਲ ਸਫੇਅਰ ਦੇ ਵਿੱਚ ਲੋਕ ਰਹਿੰਦੇ ਉਹਨਾਂ ਨੂੰ ਪਤਾ ਹੈ ਕਿਉਂ ਜਿੱਤੀ ਹੈ। ਵੈਸੇ ਨਾਰਮਲ ਸਟੂਡੈਂਟ ਕਹਿੰਦਾ CYSS ਵੇਵ ਸੀਗੀ, ਵੇਵ ਨਹੀਂ ਸੀਗੀ, ਉਹਦੇ ਪਿੱਛੇ ਕਿਹੜੇ ਹੱਥ ਨੇ, ਉਹ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਪਤਾ ਹੈ। ਤੇ ਉਹ ਸੈਟਿੰਗ ਬਾਜੀ ਹੀ ਰੋਕਣੀ ਹੈ ਵੀ ਸੈਟਿੰਗ ਕਰਕੇ ਇਲੈਕਸ਼ਨ ਜਿੱਤਣਾ ਕੋਈ ਚੰਗੀ ਗੱਲ ਨਹੀਂ। ਕਿੰਨਾ ਟਾਈਮ ਤੁਸੀਂ ਚਲਾ ਲੋਗੇ, ਮੁੱਦਿਆਂ ਦੀ ਗੱਲ ਕਰੋ, ਆਈਡੀਓਲੋਜੀ ਦੀ ਗੱਲ ਕਰੋ। ਤੇ ਗਰੁੱਪਿਜ਼ਮ ਨੂੰ ਕੋਸ਼ਿਸ਼ ਕਰਾਂਗੇ, ਮੈਂ ਤਾਂ ਕੋਸ਼ਿਸ਼ ਕਰ ਸਕਦਾ ਬੀਇੰਗ ਸਟੇਟ ਪ੍ਰੈਜ਼ੀਡੈਂਟ। ਇੱਛਾ ਫਿਰ ਵੀ ਕਿਸੇ ਦੀ ਕੰਪਲੀਟ ਨਹੀਂ ਹੁੰਦੀ, ਉਹ ਆਪ ਦਾ ਨੁਕਸਾਨ ਕਰਦਾ ਹੈ। ਕੋਈ ਪਾਰਟੀ ਨਾਲ ਦਗਾ ਕਰੂਗਾ, ਕੱਲ ਨੂੰ ਉਹੀ ਆਪ ਦਾ ਫੇਲੀਅਰ ਸੈੱਟ ਕਰੂਗਾ, ਉਹ ਕੋਈ ਚੰਗੀ ਗੱਲ ਨਹੀਂ ਹੈ। ਸਚਿਨ, ਹੁਣ ਆਪਾਂ ਗੱਲ ਕਰਦੇ ਹਾਂ ਇੱਕ ਬਹੁਤ ਹੀ ਮੇਜਰ ਮੁੱਦੇ ਦੀ, ਜਿਹੜਾ ਕਿ ਬਹੁਤ ਹੀ ਅੱਜ ਕੱਲ੍ਹ ਮੇਨ ਮੰਨਿਆ ਜਾ ਰਿਹਾ ਹੈ। ਤੇ ਯੂਨੀਵਰਸਿਟੀ ਤੁਹਾਡੇ ਤੋਂ ਜਾਣਨਾ ਚਾਹੁੰਦੀ ਹੈ, ਅਸੀਂ ਜਾਣਨਾ ਚਾਹੁੰਦੇ ਹਾਂ, ਸਟੂਡੈਂਟਸ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੇ ਵੱਲੋਂ NSUI ਵੱਲੋਂ ਯੂਨੀਵਰਸਿਟੀ ਵਿੱਚ ਪ੍ਰਧਾਨ ਲੱਗਣ ਦਾ ਕੀ ਕ੍ਰਾਈਟੇਰੀਆ ਹੈ, ਕੀ ਕ੍ਰੈਡੀਬਿਲਿਟੀ ਹੈ? ਦੇਖੋ ਜੀ, ਪ੍ਰਧਾਨ ਲੱਗਣ ਦਾ ਕ੍ਰਾਈਟੇਰੀਆ ਨਾ ਤਾਂ ਕੋਈ ਗੱਡੀ ਹੈ,
ਕੋਈ ਵੱਡੀ ਗੱਡੀ ਹੋਵੇ, ਨਾ ਕ੍ਰਾਈਟੇਰੀਆ ਇਹ ਹੈ ਵੀ ਕਿਸੇ ਕੋਲ ਬਹੁਤ ਪੈਸਾ ਹੋਵੇ, ਕੋਈ ਮਿਨਿਸਟਰ ਦਾ ਐਮਐਲਏ ਦਾ ਮੁੰਡਾ ਹੋਵੇ, ਭਤੀਜਾ ਹੋਵੇ, ਨਾ ਕ੍ਰਾਈਟੇਰੀਆ ਇਹ ਹੈ ਵੀ ਕੋਈ ਕਿਸੇ ਤੋਂ ਸਿਫਾਰਿਸ਼ ਕਰਾ ਦੇਵੇ। ਕ੍ਰਾਈਟੇਰੀਆ ਇਹ ਹੈ ਵਿਨੇਬਿਲਿਟੀ ਵੇਖੀ ਜਾਂਦੀ ਹੁੰਦੀ ਹੈ। ਸਿਰਫ ਇਹ ਅੱਜ ਕੋਈ ਕਹਿ ਦਿੰਦਾ ਜੀ ਉਸ ਬੰਦੇ ਦੀ ਮਿਹਨਤ ਨਹੀਂ ਵੇਖੀ, ਉਹਨੂੰ ਕੰਟੈਸਟ ਕਰਾ ਦੇਣਾ ਚਾਹੀਦਾ ਸੀਗਾ। ਕੰਟੈਸਟ ਮਿਹਨਤ ਇੱਕ ਇੰਡੀਵਿਜੂਅਲ ਦੀ ਨਹੀਂ ਹੁੰਦੀ, ਟੀਮ ਕਿੱਡੀ ਵੱਡੀ ਟੀਮ ਮਿਹਨਤ ਕਰੀ ਜਾਂਦੀ ਹੈ। ਮਿਹਨਤ ਦੇ ਵਿੱਚ ਅਸੀਂ ਸਿਰਫ ਵਿਨੇਬਿਲਿਟੀ ਵੇਖਦੇ ਹਾਂ ਵੀ ਮੌਕੇ ਦੇ ਸਮੀਕਰਨ ਵੇਖੇ ਜਾਂਦੇ ਆ ਵੀ ਕੀ ਇਸ ਬੰਦੇ ਨੂੰ ਕੰਟੈਸਟ ਕਰਾ ਕੇ ਪਾਰਟੀ ਜਿੱਤਦੀ ਹੈ, ਉਸ ਬੰਦੇ ਨੂੰ ਕੰਟੈਸਟ ਕਰਾਇਆ ਜਾਊਗਾ ਤੇ ਜੇ ਉਹ ਜਿੱਤਦਾ ਹੈ ਉਹਦੇ ਨਾਲ ਸਾਰਿਆਂ ਦੀ ਇੱਜ਼ਤ ਬਣਦੀ ਹੈ। ਸਿਰਫ ਅੱਜ 1-2 ਸਾਲ ਕੋਈ ਮਿਹਨਤ ਕਰਕੇ 1 ਸਾਲ ਮਿਹਨਤ ਕਰਕੇ ਕਹਿੰਦਾ ਵੀ ਮੈਨੂੰ ਪ੍ਰਧਾਨ ਲੜਾ ਦਿਓ, ਮੈਂ ਮਿਹਨਤ ਕਰੀ ਜਾਂਦਾ। ਕਿਉਂ 10 ਸਾਲ 12 ਸਾਲ ਦੇ ਵਿੱਚ ਸਾਡੇ ਨਾਲ ਦੇ ਜਿਨ੍ਹਾਂ ਨੇ ਪਾਰਟੀ ਨੂੰ ਸਟੈਂਡ ਕਰਿਆ ਉਹ ਬਾਹਰ ਵੀ ਚੱਲ ਗਏ, ਦੂਜੇ ਦੇਸ਼ ਵੀ ਜਾ ਵੜੇ ਨੇ, ਜੌਬਸ ਲੱਗੀਆਂ ਨੇ, ਵਿਆਹ ਵੀ ਹੋ ਗਏ ਨੇ। ਹਰ ਇੱਕ ਇਨਸਾਨ ਜਿਹਨੇ ਐਨਐਸਏ ਨੂੰ ਸਟicker ਤੇ ਆਪਣਾ ਛਾਤੀ ਦੇ ਸਟicker ਲਾ ਕੇ ਕੰਮ ਕਰਿਆ ਉਹਦੀ ਉਹ ਹਿੱਸਾ ਹੈ ਐਨਐਸਏ ਦਾ। ਹੁਣ ਤੱਕ ਅਸੀਂ ਉਹਦੀ ਜ਼ਿੰਮੇਵਾਰੀ ਸਮਝਦੇ ਹਾਂ, ਉਹਦੀ ਮਿਹਨਤ ਨੂੰ ਸਲਾਮ ਹੈ। ਹਰ ਬੰਦੇ ਦੀ ਜਿੱਤ ਹੋਊਗੀ ਜੇ ਕੋਈ ਵੀ ਕੈਂਡੀਡੇਟ ਲੜੂਗਾ। ਕੋਈ ਕੈਂਡੀਡੇਟ ਲੜਨਾ ਕੋਈ ਵੱਡੀ ਗੱਲ ਨਹੀਂ ਹੁੰਦੀ। ਅੱਜ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸਾਰਿਆਂ ਤੋਂ, ਕਿੰਨੇ ਕੈਂਡੀਡੇਟ ਜਿਹੜੇ ਇਲੈਕਸ਼ਨ ਲੜੇ ਸੀ ਉਹ ਸਾਰੇ ਸਕਸੈਸਫੁਲ ਨੇ ਤੇ ਉਹ ਪੋਲਿਟਿਕਸ ਦੇ ਵਿੱਚ ਆਪਣੇ ਆਪ ਨੂੰ ਅੱਗੇ ਲੈ ਕੇ ਆ ਰਹੇ ਆ। ਪਿਛਲੇ 10 ਸਾਲਾਂ ਦੇ ਵਿੱਚ ਸਿਰਫ 2 ਜਾਂ 4 ਕੈਂਡੀਡੇਟ ਹੈ ਜਿਹੜੇ ਮੇਨ ਸਟ੍ਰੀਮ ਪੋਲਿਟਿਕਸ ਨੂੰ ਕੰਟੀਨਿਊ ਕਰ ਰਹੇ ਆ, ਸਾਰੇ ਛੱਡ ਗਏ। ਕਿਉਂ? ਕਿਉਂਕਿ ਦਿਮਾਗ 'ਚ ਲੋਕਾਂ ਨੂੰ ਗੱਲ ਕੱਢਣੀ ਪੈਣੀ ਹੈ ਵੀ ਸਿਰਫ ਕੰਟੈਸਟ ਕਰਨ ਵਾਲਾ ਹੀ ਕੋਈ ਲੀਡਰ ਨਹੀਂ ਹੁੰਦਾ। ਬਹੁਤ ਪ੍ਰੋਮੀਨੈਂਟ ਮੈਂ ਵੀ ਕੰਟੈਸਟ ਨਹੀਂ ਕੀਤਾ, ਮੈਂ ਅੱਜ ਪਰਟੀਕੂਲਰ ਵਾਰਡ ਦਾ ਐਮਸੀ ਹਾਂ, ਮੇਰੇ ਇਸ ਏਰੀਏ ਦਾ ਐਮਸੀ ਹਾਂ। ਮੈਂ ਖੁਸ਼ਗੁਜ਼ਾਰ ਹਾਂ ਵੀ ਇੰਨੀ ਪਰਮਾਤਮਾ ਨੇ ਜੋ ਦਿੱਤਾ ਉਹ ਔਕਾਤ ਤੋਂ ਵੱਧ ਦਿਆ ਹੈ, ਉਸ ਦਾ ਮੈਂ ਦੇਣਦਾਰ ਸਾਰੀ ਉਮਰ ਰਿਣੀ ਰਹੂੰਗਾ ਪਾਰਟੀ ਦਾ। ਐਵੇਂ ਹੀ ਮੈਂ ਲੋਕਾਂ ਨੂੰ ਵੀ ਕਹਿੰਦਾ ਇਲੈਕਸ਼ਨ ਲੜਨਾ ਹੀ ਇੱਕ ਏਮ ਨਾ ਬਣਾਓ। ਦਿਮਾਗ ਇੰਨਾ ਪਾਗਲ ਕਰ ਲੈਂਦੇ ਲੋਕ ਆਪਦੇ ਆਪ ਨੂੰ ਸਿਰਫ ਇੰਨੀ ਕੁ ਲੜਾਈ ਵੀ ਇਲੈਕਸ਼ਨ ਹੀ ਲੜਨਾ, ਇਲੈਕਸ਼ਨ ਨਹੀਂ ਲੜ ਸਕੇ। ਮੈਂ ਵੀ ਕੋਸ਼ਿਸ਼ ਕਰੀ, ਮੈਂ ਵੀ ਮਿਹਨਤ ਕਰੀ, ਨਹੀਂ ਲੜ ਸਕਿਆ, ਫਿਰ ਕੀ ਹੋ ਗਿਆ? ਅੱਜ ਸਟੈਂਡ ਕਰ ਰਹੇ ਹਾਂ ਤੇ ਪਾਰਟੀ ਕੋਸ਼ਿਸ਼ ਕਰਦੀ ਹੈ ਜਿਹੜਾ ਕੈਂਡੀਡੇਟ ਜਿੱਤੂਗਾ ਉਹਨੂੰ ਹੀ ਅੱਗੇ ਲੈ ਕੇ ਆਵੇ। ਹੁਣ ਤੁਸੀਂ ਗੱਲ ਕਰਤੀ, ਤੁਸੀਂ ਮਿਹਨਤ ਦੀ ਗੱਲ ਕਰਤੀ, ਪਰ ਜੇ ਕਿ ਜਦੋਂ ਆਪਾਂ ਵੇਖੀਏ ਕਿ ਪਿਛਲੇ ਸਾਲ ਜਦੋਂ ਇਲੈਕਸ਼ਨ ਹੋਏ ਤੁਹਾਡੇ ਵੱਲੋਂ ਜਿਹੜਾ ਪ੍ਰਧਾਨ ਲਾਇਆ ਗਿਆ ਉਹਦੀ ਤਾਂ ਐਡਮਿਸ਼ਨ ਵੀ 2 ਦਿਨ ਪਹਿਲਾਂ ਹੋਈ ਨੋਮੀਨੇਸ਼ਨ ਤੋਂ, ਤੇ ਉਹਦੀ ਐਡਮਿਸ਼ਨ ਵੀ ਪ੍ਰੋਫੈਸ਼ਨਲ ਕੋਰਸ ਵਿੱਚ ਹੋਈ ਹੈ ਜਿਹਦੀ ਕਿ ਇੱਕ ਸੀਟ ਵੀ ਖਰਾਬ ਹੋ ਗਈ। ਤੇ ਉਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹੀ ਕ੍ਰੈਡੀਬਿਲਿਟੀ ਰਹੇਗੀ ਹੈ ਕਿ 2 ਦਿਨ ਪਹਿਲਾਂ ਐਡਮਿਸ਼ਨ ਲਓ ਤੇ ਆਗੇ ਪ੍ਰਧਾਨ ਲੱਗ ਜਾਓ? ਮੈਂ ਤੁਹਾਨੂੰ ਦੱਸ ਦੇਣਾ 2 ਦਿਨ ਪਹਿਲਾਂ ਨਹੀਂ, ਸੇਮ ਡੇ ਐਡਮਿਸ਼ਨ ਹੋਇਆ ਸੀ ਤੇ 15 ਮਿੰਟ ਬਾਅਦ ਉਹਨੂੰ ਇਲੈਕਸ਼ਨ ਲੜਾਉਣ ਦਾ ਅਸੀਂ ਫੈਸਲਾ ਲੈ ਲਿਆ ਸੀ। 2 ਦਿਨ ਪਹਿਲਾਂ ਵੀ ਨਹੀਂ। ਸਭ ਤੋਂ ਪਹਿਲਾਂ ਪੋਲੀਟੀਕਲ ਸਮੀਕਰਨ ਵੇਖੇ ਜਾਂਦੇ ਆ। ਸਾਰੇ ਕੈਂਡੀਡੇਟ ਨਾਰਥ ਕੈਂਪਸ ਦੇ ਵਿੱਚ ਸੀਗੇ। ABVP ਦਾ ਕੈਂਡੀਡੇਟ ਸੀਗਾ ਨਾਰਥ ਕੈਂਪਸ 'ਚੋਂ, ਸੋਈ ਦਾ ਕੈਂਡੀਡੇਟ ਨਾਰਥ ਕੈਂਪਸ 'ਚੋਂ ਸੀਗਾ, CYSS ਦਾ ਕੈਂਡੀਡੇਟ 5 ਈਅਰ ਲੋ 'ਚੋਂ ਸੀਗਾ। ਅਸੀਂ ਮੌਕੇ ਦੀ ਨਜ਼ਾਕਤ ਨੂੰ ਸਮਝਿਆ ਵੀ ਸਾਨੂੰ ਲੱਗਿਆ ਵੀ ਸਾਊਥ ਕੈਂਪਸ ਦਾ ਕੈਂਡੀਡੇਟ ਲੜਾਵਾਂਗੇ, ਵੋਟ ਪੋਲ ਹੋ ਜੂਗੀ ਉਹਨੂੰ। ਹੋਰ ਕੋਈ ਕ੍ਰਾਈਟੇਰੀਆ ਨਹੀਂ ਸੀਗਾ। ਕੋਈ ਗੁਰਵਿੰਦਰ ਕੰਬੋਜ ਕਿਸੇ ਸਾਹੂਕਾਰ ਦਾ ਮੁੰਡਾ ਨਹੀਂ ਹੈਗਾ, ਇੰਡਸਟਰੀਸਟ ਦਾ ਮੁੰਡਾ ਹੈ, 3 ਕਿੱਲੇ ਦੀ ਖੇਤੀ ਕਰਦਾ ਹੈ। ਤੇ ਗੁਰਵਿੰਦਰ ਕੰਬੋਜ ਬਾਰੇ ਵੀ ਗੱਲ ਦੱਸ ਦਿੰਦਾ, ਸਾਡੇ ਪਿਛਲੇ 2 ਪ੍ਰਧਾਨ ਜਿਹੜੇ ਕੰਟੈਸਟ ਕਰਾਏ ਆ ਦੋਨੋਂ ਪਾਰਟ ਟਾਈਮ ਜੋਬ ਕਰਦੇ ਆ। ਗੁਰਵਿੰਦਰ ਕੰਬੋਜ ਵੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੋਬ ਕਰਦਾ ਹੈ, IT ਪਾਰਕ। ਨਿਖਿਲ ਨਰਬੇਟਾ ਟਿਊਸ਼ਨ ਪੜ੍ਹਾਉਂਦਾ ਸੀਗਾ ਟੀਚਰਸ ਦੇ ਬੱਚਿਆਂ ਨੂੰ। ਤੁਸੀਂ ਆਪ ਸਮਝੋ ਵੀ ਸਾਡਾ ਕੋਈ ਇਹਦੇ 'ਚ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੈ। ਜਿਸ ਮੁੰਡੇ ਨੂੰ ਲੜਾਇਆ ਕੋਈ ਉਹਦੇ ਨਾਲ ਪਿਆਰ ਪ੍ਰੇਮ ਨਹੀਂ ਸੀਗਾ। ਸਾਨੂੰ ਲੱਗਿਆ ਵੀ ਪੋਲੀਟੀਕਲ ਸਮੀਕਰਨ ਦੇ ਹਿਸਾਬ ਨਾਲ ਜੇ ਅਸੀਂ ਸਾਊਥ ਕੈਂਪਸ ਤੋਂ ਕੈਂਡੀਡੇਟ ਦਿੰਦੇ ਆ ਉਹ ਕੈਂਡੀਡੇਟ ਜਿੱਤੂਗਾ। ਪਰ ਉਹ ਨਹੀਂ ਗੱਲ ਬਣੀ। ਉਹਦੇ ਬਹੁਤ ਸਾਰੇ ਰੀਜ਼ਨ ਸੀਗੇ, ਭਾਵੇਂ ਗਰੁੱਪਿਜ਼ਮ ਲਾ ਲਓ, ਹੋਰ ਚੀਜ਼ਾਂ ਸੀਗੀਆਂ, ਉਹ ਸਾਰਿਆਂ ਦੇ ਸਾਹਮਣੇ ਆ ਗਈ। ਅਸੀਂ ਹਾਰ ਕੇ ਐਕਸੈਪਟ ਕਰਦੇ ਹਾਂ। ਬਟ ਕਿਤੇ ਵੀ ਕੈਂਡੀਡੇਟ ਦਾ ਫੇਵਰਿਜ਼ਮ ਨਹੀਂ ਹੈਗਾ, ਕੋਈ ਫੇਵਰਿਟਿਜ਼ਮ ਕੈਂਡੀਡੇਟ ਦਾ ਨਹੀਂ ਹੈਗਾ। ਕੋਈ ਮੇਰੇ ਨਾਲ ਜੇ ਰਹਿੰਦਾ 24 ਘੰਟੇ, ਮੈਂ ਜ਼ਰੂਰੀ ਨਹੀਂ ਉਹਨੂੰ ਕੰਟੈਸਟ ਕਰਾਊਂਗਾ। ਕੰਟੈਸਟ ਉਹੀ ਕਰੂਗਾ ਮੌਕੇ। ਹੁਣ ਕੋਈ 5 ਈਅਰ ਲੋ ਤੋਂ ਬਹੁਤ ਜ਼ਿਆਦਾ ਮਿਹਨਤ ਕਰੀ ਜਾਂਦਾ ਸਟੂਡੈਂਟ, 5 ਈਅਰ ਲੋ ਤੋਂ ਕਿਵੇਂ ਲੜਾ ਦਈਏ? 2 ਪਾਰਟੀਆਂ ਕੈਂਡੀਡੇਟ ਦੇ ਰਹੀ ਹੈ। CYSS ਨੇ ਆਪਣਾ ABVP ਕੈਂਡੀਡੇਟ ਦੇ ਚੁੱਕੀ ਹੈ, ਦੇ ਰਹੀ ਹੈ। ਉੱਧਰ ਸੋਈ ਪਾਰਟੀ ਦੇ ਰਹੀ ਹੈ 5 ਈਅਰ ਲੋ 'ਚੋਂ ਕੈਂਡੀਡੇਟ। ਕੋਈ ਸਪੋਜ਼ ਮੈਂ ਹੀ ਬਹੁਤ ਮਿਹਨਤ ਕਰੀ ਜਾਂਦਾ ਤੇ 5 ਈਅਰ ਲੋ ਤੋਂ ਆ। ਪੋਲੀਟੀਕਲ ਸਮਝ ਇਹ ਕਹੂਗੀ ਵੀ 5 ਈਅਰ ਲੋ ਤੋਂ ਕੈਂਡੀਡੇਟ ਹੋਵੇ? ਨਹੀਂ। ਇਲੈਕਸ਼ਨ ਸਾਲ ਠਹਿਰ ਕੇ ਲੜ ਲਓ, 2 ਸਾਲ ਠਹਿਰ ਕੇ ਲੜ ਲਓ। ਸਬਰ, ਜ਼ਿੰਦਗੀ ਦੇ ਵਿੱਚ ਸਬਰ ਬਹੁਤ ਜ਼ਰੂਰੀ ਹੈ। ਮੈਂ ਸਾਰੇ ਪੋਲੀਟੀਕਲ ਲੀਡਰ ਵਰਕਰਾਂ ਨੂੰ ਇਹ ਗੱਲ ਕਹੂੰਗਾ, ਸਬਰ ਰੱਖੋ। ਰਾਜਨੀਤੀ ਕੋਈ 102 ਸਾਲ ਦੀ ਲੜਾਈ ਨਹੀਂ ਹੈ। ਸਾਨੂੰ 10-10 12-12 ਸਾਲ ਜ਼ਿੰਦਗੀ ਦੇ ਹੋ ਗਏ ਨੇ। ਲੰਬਾ ਸਮਾਂ ਲੱਗਦਾ ਹੈ। ਜੇ ਤੁਸੀਂ ਪਹਿਲੇ ਦਿਨ ਆ ਕੇ ਕਹੋ ਵੀ ਚੌਧਰ ਭਾਲ ਲਈਏ ਜਾਂ MLAਸ਼ਿਪ ਲੈ ਲਈਏ, MP ਬਣ ਜਾਈਏ, ਤੁਸੀਂ ਵੀ ਇਸ ਪ੍ਰੋਫੈਸ਼ਨ ਦੇ ਵਿੱਚੋਂ ਪਹਿਲੇ ਦਿਨ ਕੋਈ ਰਾਜਦੀਪ ਸਰਦੇਸਾਈ ਨਹੀਂ ਬਣਦਾ, ਪਹਿਲੇ ਦਿਨ ਕੋਈ ਵੱਡਾ ਐਂਕਰ ਨਹੀਂ ਬਣਦਾ। ਹੌਲੀ ਹੌਲੀ ਟਾਈਮ ਦੇਣਾ। PU ਪਲਸ ਦੀ ਵੀ ਅੱਜ ਸਾਰਿਆਂ ਨੂੰ PU ਪਲਸ ਦੀ ਕ੍ਰੈਡੀਬਿਲਿਟੀ ਤੇ 100% ਯਕੀਨ ਹੈ। ਉਹਦੇ ਰੀਜ਼ਨ ਹੈ ਕਿਉਂਕਿ PU ਪਲਸ ਨੇ ਆਪਦੇ ਆਪ ਨੂੰ ਪ੍ਰੂਵ ਕਰਿਆ। ਸੌਰਵ ਕਾਂਸਲ ਜਾਂ ਪੂਰੀ ਟੀਮ ਤੁਹਾਡੀ ਜਿੰਨੀ ਵੀ ਹੈ ਸਾਰਿਆਂ ਨੇ ਪ੍ਰੂਵ ਕਰਿਆ, ਤਾਂ ਅੱਜ PU ਪਲਸ ਦੀ ਕ੍ਰੈਡੀਬਿਲਿਟੀ 100% ਹੈ। ਪਰ ਪੋਲੀਟੀਕਲ ਅਪਰੋਚ ਤੇ ਇਹ ਵੀ ਨਹੀਂ ਕਹਿੰਦੀ ਨਾ ਕਿ ਜਿਹੜਾ ਬੰਦਾ ਟੈਸਟਿੰਗ ਐਕਸਪਰਟਸ ਕੰਪਨੀ ਵਿੱਚ IT ਕੰਪਨੀ ਵਿੱਚ ਮੋਹਾਲੀ ਵਿੱਚ ਲੱਗਿਆ ਹੋਇਆ ਹੈ, ਉਹ ਉਸੇ ਦਿਨ ਆ ਕੇ, ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਉਸੇ ਦਿਨ ਆ ਕੇ ਉਹਨਾਂ ਨੇ ਇੱਥੇ ਐਡਮਿਸ਼ਨ ਲਿਆ, 15 ਮਿੰਟ ਬਾਅਦ ਤੁਸੀਂ ਅਨਾਉਂਸ ਕਰਤਾ। ਇਹ ਤਾਂ ਉਹ ਵੀ ਨਹੀਂ ਕਹਿੰਦੇ ਕਿ ਹਾਂ ਵੀ ਤੁਸੀਂ ਐਵੇਂ ਕਰ ਦਿਓ ਕਿ 15 ਮਿੰਟ ਵਿੱਚ ਕਿਸੇ ਬੰਦੇ ਨੂੰ ਲਾ ਦਿਓ। ਬਾਕੀ ਵਰਕਰਸ ਦਾ ਕੀ ਜਿਹੜੇ ਇੰਨੇ ਸਾਲ ਤੋਂ ਮਿਹਨਤ ਕਰ ਰਹੇ ਨੇ? ਦੇਖੋ ਜੀ, ਕੋਈ ਕੈਂਡੀਡੇਟ ਦੇ ਜੇ ਅੱਜ ਕੱਲ੍ਹ ਇੱਕ ਟ੍ਰੈਂਡ ਚਲਾਉਂਦੇ ਵੀ ਕੈਂਡੀਡੇਟ ਨੂੰ ਵੋਟ ਪੈਂਦੀ ਹੈ ਕਿ ਜੇ NSA ਨੂੰ ਪਿਛਲੀ ਵਾਰ ਵੋਟਾਂ ਪਈਆਂ, ਉਹ ਜ਼ਰੂਰੀ ਨਹੀਂ ਹੈ ਉਹ ਸਿਰਫ ਇੱਕ ਕੈਂਡੀਡੇਟ ਕਰਕੇ ਪੈਂਦੀ ਹੈ। ਕੈਡਰ ਨੂੰ ਵੋਟ ਪੈਂਦੀ ਹੈ। ਪਾਰਟੀ ਦੀ ਕੈਡਰ ਨੂੰ ਵੋਟ ਹੁੰਦੀ ਹੈ ਹਮੇਸ਼ਾ ਤੋਂ। ਇਹ ਪੁਰਾਣੇ ਸਮੇਂ ਦੇ ਵਿੱਚ ਵੇਖਦੇ ਆ। ਅੱਜ ਕੈਡਰ ਦਾ ਮਤਲਬ ਕੀ ਹੁੰਦਾ? ਜੇ ਅਸੀਂ ਕਿਸੇ ਨੂੰ ਵੀ ਕੰਟੈਸਟ ਕਰਾਉਂਦੇ ਵੋਟ ਭੁਗਤੂਗੀ, ਉਹ ਭੁਗਤਦੀ ਹੈ। ਅੱਜ ਮੈਂ NSA ਦੇ ਨਾਲ ਆ, ਮੈਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਪਾਰਟੀ ਦੀ ਆਈਡੀਓਲੋਜੀ ਨਾਲ, ਪਾਰਟੀ ਦੇ ਨਾਲ ਆ। ABVP ਕਿਸੇ ਨੂੰ ਕੰਟੈਸਟ ਕਰਾਦੀ, ਉਹ ਪਾਰਟੀ ਦੀ ਆਈਡੀਓਲੋਜੀ ਦੇ ਨਾਲ। ਕੋਈ ਵੀ ਗਧਾ ਘੋੜਾ ਖੜ ਜਾਵੇ,
ਕੋਈ ਵੀ ਖੜ ਜਾਵੇ ਪਾਰਟੀ ਕਿਸੇ ਨੂੰ ਕੰਟੈਸਟ ਕਰਾ ਰਹੀ ਹੈ ਮਕਸਦ ਇਹੀ ਹੁੰਦਾ ਜਿੱਤੇ। ਹਾਰਨ ਵਾਸਤੇ ਤਾਂ ਕੋਈ ਕੰਟੈਸਟ ਨਹੀਂ ਕਰਵਾਉਂਦਾ। ਮੈਂ ਗੁਰਵਿੰਦਰ ਕੰਬੋਜ ਜਾਂ ਨਿਖਿਲ ਨਰਮੇਟਾ ਨੂੰ ਇਸ ਲਈ ਤਾਂ ਲੜਾਇਆ ਨਹੀਂ ਸੀ ਵੀ ਇਹ ਹਾਰਨ ਤੇ ਮੇਰੀ ਬੱਲੇ ਬੱਲੇ ਹੋਵੇ। ਸਾਰੇ ਜਿੱਤਣਾ ਚਾਹੁੰਦੇ ਨੇ। ਪਰਦੇ ਦੇ ਪਿੱਛੇ ਬਹੁਤ ਕਿਰਦਾਰ ਹੁੰਦੇ ਆ। ਕਿਸੇ ਨੂੰ ਵੀ ਅਸੀਂ ਕਹਿ ਦਿੰਦੇ ਵੀ ਇਹਨੂੰ ਨੌਲੇਜ ਨਹੀਂ, ਫਲਾਣਾ ਨਹੀਂ ਹੈ, ਟਮਕਾਣਾ ਨਹੀਂ ਹੈ। ਸਾਰਿਆਂ ਨੂੰ ਨੌਲੇਜ ਹੁੰਦੀ ਹੈ। ਮੈਂ ਐਕਸੈਪਟ ਹਰ ਚੀਜ਼ ਦੇ ਵਿੱਚ ਮੈਂ ਸਮਝਾਉਣ ਨੂੰ ਵੀ ਰਾਜੀ ਹਾਂ ਹਰ ਚੀਜ਼ ਵੀ ਅੱਜ ਇਹੀ ਗੁਰਵਿੰਦਰ ਕੰਬੋਜ ਜਿੱਤ ਜਾਂਦਾ ਸਾਰਿਆਂ ਨੇ ਕਹਿਣਾ ਸੀ ਵਾਹ 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 ਪਾਰਟੀ ਜਿੱਤ ਗਈ ਹੈ, ਸਾਰਾ ਬੱਲੇ ਬੱਲੇ ਹੋ ਗਿਆ, ਬਹੁਤ ਵਧੀਆ ਡਿਸੀਜਨ ਸੀਗਾ। ਪੋਲਿਟਿਕਸ ਦੇ ਵਿੱਚ ਡਿਸੀਜਨ ਬੋਲਡ ਡਿਸੀਜਨ ਲੈਣ ਦੀ ਹਿੰਮਤ ਅਸੀਂ ਰੱਖਦੇ ਹਾਂ। ਕਿਸੇ ਨੇ ਸਾਊਥ ਦਾ ਕੈਂਡੀਡੇਟ ਲੜਾਉਣ ਦੀ ਹਿੰਮਤ ਕਰੀ ਨਹੀਂ ਕਰੀ, ਅਸੀਂ ਕਰੀ। ਅਤੇ ਨੋਰਮਲ ਪਰਿਵਾਰ 'ਚੋਂ ਉਹ ਮੈਂ ਔਨ ਸਕਰੀਨ ਦੱਸ ਰਿਹਾ ਇੰਨੇ ਨੋਰਮਲ ਪਰਿਵਾਰ ਤੋਂ NSUI ਹੀ ਕਰ ਸਕਦੀ ਹੈ। ਨਹੀਂ ABVP ਸੋਚਦੀ ਹਰਿਆਣੇ ਦਾ ਲੜਾ ਲਈਏ, ਸੋਈ ਸੋਚੂਗੀ ਪੰਜਾਬ ਦਾ ਕੋਈ ਲੜਾ ਲਿਆ, ਸਾਡੀ ਰਾਜਨੀਤੀ ਅੱਗੇ ਵੀ ਚਮਕੂਗੀ। ਕੋਈ ਹਿਮਾਚਲ ਦਾ ਲੜਾ ਲੈਂਦੇ, ਐਟਲੀਸਟ ਨੇੜੇ ਤੇੜੇ ਤਾਂ ਹੈਗਾ, ਕੱਲ੍ਹ ਨੂੰ ਫਾਇਦਾ ਤਾਂ ਲੈ ਲਾਂਗੇ। ਅਸੀਂ ਇਹ ਸੋਚੇ ਵੀ ਹਿਮਾਚਲ ਦਾ ਕੈਂਡੀਡੇਟ ਲੜਾ ਦਈਏ, ਕੱਲ੍ਹ ਨੂੰ ਸਰਕਾਰ ਹੈ ਉੱਧਰ। ਨਹੀਂ ਜੀ, ਜੋ ਮਤਲਬ ਲੱਗਦਾ ਪਾਰਟੀ ਨੂੰ ਜਿੱਤੂਗਾ ਉਸ ਕੈਂਡੀਡੇਟ ਨੂੰ ਹੀ ਲੜਾਇਆ ਜਾਂਦਾ ਹੈ। ਪਰ ਤੁਸੀਂ ਤੇ ਹੁਣ ਆਪ ਹੀ ਦੋ ਗੱਲਾਂ ਕਰਤੀਆਂ। ਇੱਕ ਤਰਫ ਤੁਸੀਂ ਕਹਿ ਰਹੇ ਹੋ ਕਿ ਮਿਹਨਤ ਕਰਦਾ ਹੈ ਬੰਦਾ, ਉਹਨੂੰ ਆਪਾਂ ਲੜਾਈਏ ਤੇ ਐਵੇਂ ਕਰੀਏ। ਦੂਜੀ ਤਰਫ ਤੁਸੀਂ ਆਪ ਹੀ ਉਹ ਬੰਦਾ ਲਾਤਾ ਜਿਹੜਾ 2 ਦਿਨ ਇੱਕ ਤੁਸੀਂ ਕਹਿ ਰਹੇ ਹੋ ਕਿ 15 ਮਿੰਟ ਪਹਿਲਾਂ ਆ ਕੇ, ਤੇ ਉਹਨੇ ਤਾਂ ਕੋਈ ਮਿਹਨਤ ਹੀ ਨਹੀਂ ਕੀਤੀ ਨਾ। ਫਿਰ ਉਹਦੀ ਮਿਹਨਤ ਅਸੀਂ ਕਿੱਥੇ ਕਾਊਂਟ ਕਰੀਏ ਜੇ ਤੁਸੀਂ ਕਹਿ ਰਹੇ ਹੋ ਕਿ ਮਿਹਨਤ ਕਰਨ ਵਾਲੇ ਬੰਦੇ ਨੂੰ ਲਾਣਾ ਚਾਹੀਦਾ ਹੈ ਜਿਹੜੇ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਨੇ। ਬਟ ਉਹਨੇ 15 ਮਿੰਟ ਆ ਕੇ ਪਹਿਲਾਂ ਕੀ ਮਿਹਨਤ ਕਰਤੀ ਜਿਹੜਾ ਤੁਸੀਂ ਉਹਨੂੰ ਪ੍ਰਧਾਨ ਦੇ ਸੀਟ ਦੇਤੀ? ਵਿਨੇਬਿਲਟੀ ਮੈਂ ਤੁਹਾਨੂੰ ਫੇਰ ਬਾਰ-ਬਾਰ ਕਿਹਾ, ਵਿਨੇਬਿਲਟੀ ਮੈਟਰ ਕਰਦੀ ਹੁੰਦੀ ਹੈ। ਕਈ ਵਾਰ ਮੌਕੇ ਤੇ ਸਮੀਕਰਨ ਕਿਸੇ ਹੋਰ ਨੂੰ ਕੰਟੈਸਟ ਕਰਾਉਣ ਦੀ ਨੋਮੀਨੇਸ਼ਨ ਕਲੀਅਰ ਨਹੀਂ ਹੋਈ। ਸਪੋਜ਼ ਸਾਡੇ 4 ਕੈਂਡੀਡੇਟ ਹੈ, 4 ਕੈਂਡੀਡੇਟ ਮੰਨ ਲਓ 3 ਕੈਂਡੀਡੇਟ ਨੌਰਥ 'ਚੋਂ ਹੈ, ਨੌਰਥ 'ਚ ਦੂਜੀ ਪਾਰਟੀ ਨੇ ਕੈਂਡੀਡੇਟ ਦਿੱਤੇ, ਅਸੀਂ ਨਹੀਂ ਲੜਾ ਸਕਦੇ। ਮੈਂ ਤੁਹਾਨੂੰ ਸਪਸ਼ਟ ਐਗਜ਼ਾਮਪਲ ਦਿੱਤਾ ਹੈ। ਹੁਣ 5 ਈਅਰ ਲੋ ਦੇ ਵਿੱਚ ਕਿਸੇ ਕੋਲ ਬਹੁਤ ਮਿਹਨਤੀ ਕੈਂਡੀਡੇਟ ਹੈ, ਤੁਸੀਂ ਬਹੁਤ ਮਿਹਨਤ ਕਰੀ ਜਾਂਦੇ ਹੋ ਕਿਸੇ ਪਾਰਟੀ ਵੱਲੋਂ, ਸਪੋਜ਼ XYZ ਪਾਰਟੀ ਵੱਲੋਂ ਤੁਸੀਂ ਆਪ ਸੌਰਵ ਬਹੁਤ ਮਿਹਨਤ ਕਰੀ ਜਾਂਦਾ, ਕੋਈ ਵੀ ਮਿਹਨਤ ਕਰੀ ਜਾਂਦਾ, ਉਹ ਮਿਹਨਤ ਦਿਨ ਰਾਤ ਕਰ ਲਓ। ਜੇ ਪੋਲੀਟੀਕਲ ਸਮੀਕਰਨ ਕਹਿਣਗੇ ਵੀ 5 ਈਅਰ ਲੋ 'ਚੋਂ ਕੈਂਡੀਡੇਟ ਨਹੀਂ ਦੇਣਾ, ਉੱਥੇ 2 ਪਾਰਟੀਆਂ ਦੇ ਕੈਂਡੀਡੇਟ ਅਨਾਊਂਸ ਹੋ ਰਹੇ ਹੈ, ਉੱਥੇ ਮਿਹਨਤ ਨਹੀਂ ਕਾਊਂਟ ਹੋਗੀ। ਉਹਨੂੰ ਇਹ ਵੀ ਕਹਿ ਸਕਦੇ ਕੋਈ ਸਬਰ ਨਾਂ ਦੀ ਚੀਜ਼ ਜ਼ਿੰਦਗੀ ਦੇ ਵਿੱਚ ਹੋਣੀ ਹੈ। ਕੀ ਪਤਾ ਅਸੀਂ ਇਹੀ ਪਰਖ ਰਹੇ ਹੋਣ ਵੀ ਕਿਸੇ ਬੰਦੇ ਦੀ ਕੈਪੇਬਿਲਿਟੀ ਵੀ 1 ਸਾਲ ਸਬਰ ਕਰ ਲੂਗਾ, ਅਗਲੇ ਸਾਲ ਚੀਜ਼ ਮਿਲ ਜੂਗੀ। ਕੀ ਜ਼ਰੂਰੀ ਹੈ ਵੀ 1-1 2-2 ਸਾਲ ਮਿਹਨਤ ਕਰਕੇ ਪ੍ਰਧਾਨਗੀ ਮਿਲਣ? ਉਹ ਵਿਨੇਬਿਲਟੀ ਦੇ ਹਿਸਾਬ ਨਾਲ ਅਸੀਂ ਕਿਸੇ ਨੂੰ ਲਾਇਆ ਵੀ ਇਹ ਜਿੱਤ ਸਕਦਾ ਹੈ। ਸਪੋਜ਼ ਉਹ ਨਹੀਂ ਜਿੱਤਿਆ, ਉਹ ਡਿਸੀਜਨ ਠੀਕ ਹੈ ਬੈਕਫਾਇਰ ਕਰ ਗਿਆ, ਬਟ ਐਟਲੀਸਟ ਜੋ ਕੈਂਡੀਡੇਟ ਐਸਪੀਰੈਂਟ ਹੈਗੇ ਉਹਨਾਂ 'ਚ ਵੀ ਸਬਰ ਹੋਣਾ ਚਾਹੀਦਾ ਕਿ ਲਾਲਚ ਬਸ ਲੜਨਾ, ਇਲੈਕਸ਼ਨ ਲੜਨਾ। ਕਿਹੜਾ ਰੱਬ ਮਿਲ ਜਾਂਦਾ ਇਲੈਕਸ਼ਨ ਲੜ ਕੇ? ਕਿਹੜੀ ਇਹੋ ਜਿਹੀ ਚੀਜ਼ ਮਿਲ ਜਾਂਦੀ ਹੈ? ਜੋ ਹਾਰੇ ਹੋਏ ਨੇ, ਜਿਨ੍ਹਾਂ ਦੇ ਨਾਂ ਹੈ, ਉਹ ਹਾਰ ਕੇ ਵੀ ਕੰਮ ਕਰਦੇ ਨੇ। ਜੋ ਇਹੋ ਜਿਹੇ ਲੋਕ ਵੀ ਹੈ ਜੋ ਸਿਰਫ ਪੋਸਟ 'ਤੇ ਰਹਿ ਕੇ ਵੀ ਕੰਮ ਕਰਦੇ, ਸਿਰਫ ਇਲੈਕਸ਼ਨ ਲੜਨਾ ਕੋਈ ਇੱਕ ਮਿੱਥ ਬਣਾ ਲਿਆ ਵੀ ਇਲੈਕਸ਼ਨ ਲੜਨਾ ਜਨੂਨ। ਇਲੈਕਸ਼ਨ ਲੜਨਾ ਹੈ ਜਦੋਂ ਲੋਹਾ ਗਰਮ ਹੁੰਦਾ, ਚੋਟ ਮਾਰੇ ਬਹੁਤ ਵਧੀਆ ਹੁੰਦੀ ਹੈ। ਸਬਰ, ਮੈਂ ਫੇਰ ਬਾਰ-ਬਾਰ ਕਹਿੰਦਾ, ਮੈਂ ਆਪ ਨਹੀਂ ਲੜ ਸਕਿਆ। ਮੇਰੀ ਪੋਲੀਟੀਕਲ ਹਿਸਟਰੀ ਤੁਸੀਂ ਦੇਖਿਓ, ਮੈਂ ਕਾਲਜ ਪ੍ਰਧਾਨ ਦਾ ਹਾਰਿਆ ਇਲੈਕਸ਼ਨ 2017 ਮੈਂ NSUI ਪਾਰਟੀ ਦੀ ਪ੍ਰਧਾਨਗੀ ਪੋਸਟ 'ਤੇ ਸੀਗਾ, 17 ਨਹੀਂ ਲੜ ਸਕਿਆ, 18 ਨਹੀਂ ਲੜ ਸਕਿਆ, ਪੁਲਿਸ ਕੇਸ ਹੋ ਗਿਆ, ਬਹੁਤ ਚੀਜ਼ਾਂ ਹੁੰਦੀਆਂ ਨੇ ਲਾਈਫ ਦੇ ਵਿੱਚ। ਅਸੀਂ ਮੋਰਲ ਡਾਊਨ ਨਹੀਂ ਕੀਤਾ ਕਦੇ, ਹੁਣ ਵੀ ਬੈਕ ਤਕੜੇ ਹੋ ਕੇ ਦੁਬਾਰਾ ਖੜੇ ਹਾਂ, ਦੁਬਾਰਾ ਇਲੈਕਸ਼ਨ ਲੜਾਂਗੇ, ਤਿਆਰੀ ਕਰਾਂਗੇ, ਅੱਗੇ ਵਧਾਂਗੇ। ਪੋਲੀਟੀਕਲ ਸਟੂਡੈਂਟ ਲੀਡਰ ਉਹ ਹੁੰਦਾ ਜਿਹੜਾ ਵੈਲਫੇਅਰ ਦੀ ਗੱਲ ਕਰੇ ਤੇ ਪੋਲੀਟਿਕਸ ਨੂੰ ਪਰਸਿਊ ਲੰਬੇ ਟਾਈਮ ਤੱਕ ਕਰੇ। ਤੇ ਸਚਿਨ, ਇਹ ਗੱਲ ਤਾਂ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਜਿਵੇਂ ਆਪਾਂ ਦੇਖੀਏ ਇੰਨੀ ਵੱਡੀ ਆਪਣੀ ਯੂਨੀਵਰਸਿਟੀ ਹੈ, ਇੰਨੇ ਡਿਪਾਰਟਮੈਂਟਸ ਇਹਦੇ ਵਿੱਚ ਨੇ, ਤੁਹਾਡੀ ਪਾਰਟੀ ਇੰਨੀ ਵੱਡੀ ਹੈ, ਇੰਨੀ ਪੁਰਾਣੀ ਹੈ, ਤੁਸੀਂ ਇੰਨੇ ਮੰਜੇ ਹੋਏ ਖਿਲਾੜੀ ਹੋ, ਤੁਹਾਨੂੰ ਕਿਸੇ ਡਿਪਾਰਟਮੈਂਟ 'ਚੋਂ ਕੋਈ ਬੰਦਾ ਨਹੀਂ ਲੱਭਿਆ ਕਿ ਜਿਹਨੂੰ ਤੁਸੀਂ ਪ੍ਰਧਾਨ ਦੀ ਪੋਸਟ 'ਤੇ ਖੜਾ ਦਿਓ, ਤੇ ਤੁਸੀਂ ਬਾਹਰੋਂ 2 ਦਿਨ ਲਈ ਕਿਸੇ ਬੰਦੇ ਨੂੰ ਛੁੱਟੀ ਦਿਵਾ ਕੇ ਇੱਥੇ ਐਡਮਿਸ਼ਨ ਕਰਾ ਕੇ ਤੁਸੀਂ ਉਹਨੂੰ ਖੜਾ ਕਰਤਾ ਵੀ ਤੁਹਾਨੂੰ ਕੋਈ ਕਿਸੇ ਡਿਪਾਰਟਮੈਂਟ 'ਚੋਂ ਕੋਈ ਬੰਦਾ ਨਹੀਂ ਲੱਭਿਆ? ਨਹੀਂ ਦੇਖੋ, ਬਹੁਤ ਬੰਦੇ ਬਹੁਤ ਸੀਗੇ, ਗੱਲ ਐਵੇਂ ਦੀ ਨਹੀਂ ਹੈਗੀ। ਬਹੁਤ ਮੈਂ ਫਿਰ ਤੁਹਾਨੂੰ ਦੱਸ ਰਿਹਾ, ਹੁਣ ਸਾਡੇ ਕੋਲ 3 ਈਅਰ ਲੋ ਦਾ ਬੰਦਾ ਸੀ ਕਿ 3 ਈਅਰ ਲੋ ਦਾ ਬੰਦਾ ਲੜਾ ਦੀ ਇਲੈਕਸ਼ਨ, ਉੱਥੋਂ ABVP ਦਾ ਕੈਂਡੀਡੇਟ ਸੀ। ਸਾਡੇ ਕੋਲ 5 ਈਅਰ ਲੋ ਦਾ ਕੈਂਡੀਡੇਟ ਸੀਗਾ, 5 ਈਅਰ ਲੋ 'ਚ ਨਹੀਂ ਲੜਾ ਸਕਦੇ। ਸਾਡੇ ਕੋਲ ਕੈਮੀਕਲ ਡਿਪਾਰਟਮੈਂਟ ਦਾ ਬੰਦਾ ਸੀਗਾ, ਨਹੀਂ ਲੜਾ ਸਕਦੇ ਸੀ। ਮੈਂ ਫਿਰ ਵਿਨੇਬਿਲਟੀ, ਮੈਂ ਸਿਰਫ ਇੱਕੋ ਆਨਸਰ ਕਰ ਰਿਹਾ, ਹਰ ਪਾਰਟੀ ਵਿਨੇਬਿਲਟੀ ਦੇਖਦੀ ਹੈ। ਅੱਜ CYSS ਪਾਰਟੀ ਹੈ, ਸਾਰਿਆਂ ਨੂੰ ਪਤਾ ਚੱਲ ਗਿਆ ਵੀ ਹਿਮਾਚਲ ਦਾ ਵੋਟ ਬੈਂਕ ਇੱਕ ਪਾਸੇ ਘੁੰਮਦਾ ਹੈ, ਇੱਕ ਪਾਸੇ ਮਤਲਬ ਹਿਮਾਚਲ ਜੋ ਵੋਟ ਬੈਂਕ ਹੈ, ਕੈਂਪਸ 'ਚ ਪਤਾ ਸਾਰਿਆਂ ਨੂੰ ਵੀ ਹਿਮਾਚਲ ਵੋਟ ਇੱਕ ਪਾਸੇ ਭੁਗਤਣ ਦੀ ਸਾਰੇ ਕੋਸ਼ਿਸ਼ ਕਰਦੇ ਆ, ਵੋਟ ਲਈਏ। ਤਾਂ ਕੋਸ਼ਿਸ਼ ਕਰਦਾ ਬੰਦਾ ਇਹੋ ਜਿਹੇ ਕੈਂਡੀਡੇਟ ਨੂੰ ਲੜਾ ਰਹੀਆਂ ਪਾਰਟੀਆਂ ਵੀ ਜਿਨ੍ਹਾਂ ਦਾ ਕੋਈ ਦੇਖਿਆ ਨਹੀਂ ਕੈਂਪਸ ਦੇ ਵਿੱਚ। ਇਹ ਹਾਲ ਹੋ ਰਿਹਾ ਹੈ ਸਾਰਿਆਂ ਦਾ। ਆਪਦਾ ਪੋਲੀਟੀਕਲ ਸਟਰਕਚਰ ਹੈ, ਪੋਲੀਟੀਕਲ ਤਰੀਕਾ ਇਲੈਕਸ਼ਨ ਲੜਨ ਦਾ। ਸਾਡਾ ਵੀ ਇੱਕ ਤਰੀਕਾ ਹੈ, ਅਸੀਂ ਵੀ ਵਿਨੇਬਿਲਟੀ। ਮੈਂ ਫੇਰ ਬਾਰ-ਬਾਰ ਕਹਿ ਰਿਹਾ, ਮਿਹਨਤ ਤਾਂ ਮਜ਼ਦੂਰ ਤੋਂ ਜ਼ਿਆਦਾ ਮਿਹਨਤ ਕੋਈ ਨਹੀਂ ਕਰ ਸਕਦਾ। ਤਾਂ ਬਟ ਕੀ ਹੈ, ਮਜ਼ਦੂਰ ਵਿਚਾਰਾ ਕਮਾਉਂਦਾ ਕਿੰਨਾ ਹੈ, ਦਿਨ ਦਾ 500-600 ਰੁਪਇਆ। ਮਿਹਨਤ ਦੇ ਨਾਲ ਨਾਲ ਅਸੀਂ ਵਿਨੇਬਿਲਟੀ ਵੇਖਣੀ ਹੁੰਦੀ ਹੈ। ਹੁਣ 4 ਜਿਹੜੇ ਮਿਹਨਤ ਕਰੀ ਜਾਣ, ਜੇ ਹੋਈ ਬਹੁਤ ਛੋਟੇ MA ਉਰਦੂ 'ਚ ਮਿਹਨਤ ਕਰੀ ਜਾਣਗੇ 2 ਸਾਲ, ਤੁਹਾਨੂੰ ਕੀ ਲੱਗਦਾ ਇਲੈਕਸ਼ਨ ਲੜਾਉਣਾ ਚਾਹੀਦਾ? ਅਤੇ ਪਾਰਟੀ ਦੀ ਜਿੱਤ ਸਿਰਫ ਇੰਡੀਵਿਜੂਅਲ ਦੀ ਜਿੱਤ ਨਹੀਂ ਹੁੰਦੀ, ਪੂਰੀ ਪਾਰਟੀ ਦੀ ਜਿੱਤ ਹੁੰਦੀ ਹੈ। ਜੇ ਕੋਈ ਮਿਹਨਤੀ ਰਹਿ ਵੀ ਗਿਆ, ਜਿਸੇ ਨੂੰ ਪ੍ਰਧਾਨ ਨਹੀਂ ਲੜਾਵਾਂ, ਕੀ ਪਤਾ ਕੱਲ੍ਹ ਉਹ NSUI ਦਾ ਸਟੇਟ ਪ੍ਰਧਾਨ ਵੀ ਹੋ ਸਕਦਾ, NSUI ਦਾ ਸਟੇਟ ਪ੍ਰਧਾਨ ਨਹੀਂ, ਉਹ MC ਵੀ ਹੋ ਸਕਦਾ, ਕੱਲ੍ਹ ਨੂੰ ਆਉਣ ਵਾਲਾ MLA ਵੀ ਹੋ ਸਕਦਾ। ਹੁਣ ਆਪਾਂ ਗੱਲ ਕਰਦੇ ਹਾਂ ਆਊਟਸਾਈਡਰਸ ਬਾਰੇ। ਜਿਵੇਂ ਕਿ ਇਹ ਮੁੱਦਾ ਯੂਨੀਵਰਸਿਟੀ ਵਿੱਚ ਚੱਲਦਾ ਹੀ ਰਹਿੰਦਾ ਹੈ ਕਿ ਇੱਥੇ ਆਊਟਸਾਈਡਰਸ ਬਹੁਤ ਆਉਂਦੇ ਨੇ, ਪ੍ਰੋਟੈਸਟਾਂ ਵਿੱਚ ਆਉਂਦੇ ਨੇ, ਤੇ ਇਲੈਕਸ਼ਨ ਰਾਹੀਂ ਤਾਂ ਬਹੁਤ ਹੀ ਜ਼ਿਆਦਾ ਹੁੰਦੇ ਨੇ। ਤੁਹਾਡੀ ਪਾਰਟੀ ਨਾਲ ਵੀ ਵੇਖੇ ਜਾਂਦੇ ਨੇ ਆਊਟਸਾਈਡਰਸ। ਤੁਹਾਡਾ ਇਸ 'ਤੇ ਕੀ ਸਟੈਂਡ ਹੈ? ਕੀ ਇਹ ਗੱਲ ਜਾਇਜ਼ ਹੈ? ਦੇਖੋ ਜੀ, ਆਊਟਸਾਈਡਰਸ ਮੈਂ ਕਹਿੰਦਾ ਕੈਂਪਸ ਦੇ ਵਿੱਚ ਆਊਟਸਾਈਡਰ ਆਉਂਦੇ ਨੇ ਕਿਉਂਕਿ ਓਪਨ ਕੈਂਪਸ ਹੈ, ਰੈਜ਼ੀਡੈਂਸ਼ੀਅਲ ਏਰੀਆ ਵੀ ਹੈ ਔਰ ਪਾਰਟੀਸਪੇਸ਼ਨ ਵੀ ਰਹਿੰਦੀ ਹੈ।
ਕੈਂਪੇਨਿੰਗ ਦੇ ਵਿੱਚ ਲੋਕ ਲੈ ਕੇ ਆਉਂਦੇ ਆ, ਦੂਜੀ ਪਾਰਟੀਆਂ ਵੀ ਲੈ ਕੇ ਆਉਂਦੀਆਂ, ਬਟ ਇੱਕ ਤੁਸੀਂ ਆਪ ਚੀਜ਼ ਦੇਖੋ, ਇਹ ਪੰਜਾਬ ਯੂਨੀਵਰਸਿਟੀ ਦੇ ਅੰਡਰ ਇੰਨੇ ਕਾਲਜ ਆਉਂਦੇ 8-10 ਕਾਲਜ ਹੈ, 46 ਕਾਲਜ ਹੈ, 50 ਕਾਲਜ ਹੈ, ਖਾਲਸਾ ਕਾਲਜ ਹੈ। ਮੈਂ ਕੁਐਸਚਨ ਤਾਂ ਹੀ ਦੁਹਰਾ ਰਿਹਾ, ਪਿਛਲੀ ਵਾਰ ਮੇਰੇ ਸਾਡੇ ਕਿਸੇ ਸਾਥੀ ਨੇ ਇੰਚਾਰਜ ਤੋਂ ਪੁੱਛਿਆ ਸੀਗਾ, ਉਹ ਨਹੀਂ ਦੱਸ ਸਕੇ ਸੀਗੇ, ਬਟ ਇੰਚਾਰਜ ਨੂੰ ਸਾਰੀ ਅਵੇਅਰਨੈਸ ਸੀਗੀ, ਉਸ ਵੇਲੇ ਉਹ ਨਵੇਂ ਵੀ ਆਏ ਸੀਗੇ। ਉਹੀ ਦੱਸ ਰਿਹਾ 8-10 ਕਾਲਜ ਹੈ, SD ਕਾਲਜ ਹੈ, DAV ਕਾਲਜ ਹੈ, ਖਾਲਸਾ ਕਾਲਜ, 11 ਕਾਲਜ, 46 ਕਾਲਜ, 50 ਕਾਲਜ, ਟਿਪਸ ਤੇ ਰੈਡੀ ਹੈ। ਕੋਈ ਸਟੂਡੈਂਟ ਕੱਲ੍ਹ ਨੂੰ RLA ਦਾ ਕੋਈ ਕੰਮ ਕਰਾਉਣਾ ਆਉਂਦਾ ਐਡਮਿਨਿਸਟ੍ਰੇਸ਼ਨ ਬਲੋਕ, ਕੀ ਉਹ ਆ ਨਹੀਂ ਸਕਦਾ? ਦੂਜੀ ਗੱਲ ਹੈ, ਮੈਂ ਸਟੇਟ ਪ੍ਰਧਾਨ ਹਾਂ NSA ਦਾ, ਮੈਨੂੰ ਮਿਲਣ ਰੋਜ਼ 20-50 ਲੋਕ ਆਉਂਦੇ ਹੈ, ਹਰ ਕਾਲਜ ਤੋਂ ਆਉਂਦੇ ਹੈ, ਕੀ ਉਹ ਆ ਨਹੀਂ ਸਕਦੇ? ਦੇਖੋ ਇਹ ਹਮੇਸ਼ਾ ਤੋਂ ਜੁੜੇ, ਅੱਜ COSS ਦੀ ਅਨਾਊਂਸਮੈਂਟ ਹੋਈ ਹੈ, ਅੱਧੇ ਤੋਂ ਵੱਧ ਮੈਂ ਗਾਰੰਟੀ ਕਹਿੰਦਾ, ਅੱਧੇ ਤੋਂ ਵੱਧ 70% ਆਊਟਸਾਈਡਰ ਸੀਗੇ। ਉਹ ਇਕੱਠ ਦਿਖਾਉਣਾ ਹੁੰਦਾ ਲੀਡਰਾਂ ਦੇ ਮੂਹਰੇ ਵੀ ਅਸੀਂ ਭੀੜ ਹੈ ਸਾਡੀ ਹੈ, ਬਾਹਰੋਂ ਪਿੰਡੋਂ ਬੁਲਾ ਕੇ ਲਿਆਂਦੀਆਂ ਪਾਰਟੀਆਂ, ਚੰਗੀ ਗੱਲ ਨਹੀਂ ਹੈ। ਮੈਂ ਤਾਂ ਕਹਿੰਦਾ ਸਟੂਡੈਂਟਸ ਨੂੰ ਹੀ ਅਵੇਅਰ ਕਰਿਆ ਜਾਵੇ, ਸਾਰੀਆਂ ਪਾਰਟੀਆਂ ਲੈ ਕੇ ਆਉਂਦੀਆਂ, ਹਰ ਪਾਰਟੀ, ਮੈਂ ਤਾਂ ਰਿਕੁਐਸਟ ਕਰਦਾ, ਬੇਨਤੀ ਕਰਦਾ, ਹੌਲੀ ਘਟਾਇਆ ਜਾਵੇ, ਕੈਂਪਸ ਦੇ ਬੱਚੇ ਨੂੰ ਇਨਵੋਲਵ ਕਰਿਆ ਜਾਵੇ। ਆਊਟਸਾਈਡਰ ਦਾ ਇੱਥੇ ਕੋਈ ਕੰਮ ਨਹੀਂ ਤਾਂ ਬਾਹਰੋਂ ਲਿਆ ਕੇ ਤਾਂ ਅਸੀਂ ਸਾਰੇ ਸ਼ੇਰ ਹੈ, ਸਾਰੀ ਪਾਰਟੀਆਂ ਹੀ ਸ਼ੇਰ ਹੈ। ਮੈਂ ਇਸ ਚੀਜ਼ ਦੇ ਸਖਤ ਖਿਲਾਫ, ਬਾਹਰੋਂ ਆਊਟਸਾਈਡਰ ਨਹੀਂ ਆਣੇ ਚਾਹੀਦੇ। ਤੇ ਮਤਲਬ ਕਿ ਤੁਹਾਡਾ ਇਸ ਗੱਲ ਤੇ ਸਟੈਂਡ ਹੈਗਾ ਹੈ ਕਿ ਵੀ ਬਾਹਰੋਂ ਨਹੀਂ ਆਣੇ ਚਾਹੀਦੇ ਆਊਟਸਾਈਡਰਸ, ਹੈ ਨਾ? ਬਿਲਕੁਲ ਨਹੀਂ ਆਣੇ ਚਾਹੀਦੇ, ਬਟ ਆਉਂਦੇ ਨੇ, ਉਹ ਘਟਾਏ ਜਾਣ। ਉਹਦੇ NSA ਵੀ ਇਨਕਲੂਡ ਕਰਦਾ ਮੈਂ, ਸਾਰੀ ਪਾਰਟੀਆਂ, ਇੱਕ ਵੀ ਪਾਰਟੀ ਇਹੋ ਜਿਹੀ ਨਹੀਂ ਜਿਹਦੇ ਕੋਲ ਆਊਟਸਾਈਡਰ ਨਹੀਂ ਹੈ, ਸਾਰੀਆਂ ਪਾਰਟੀਆਂ ਕੋਲ ਹੈ। ਇਹ ਗਲਤ ਹੈ ਤੇ ਇਹਦੇ ਮੈਨੂੰ ਲੱਗਦਾ ਸਾਰੀਆਂ ਪਾਰਟੀਆਂ ਨੂੰ ਇਨਕਲੂਡਿੰਗ NSA ਅਸੀਂ ਬਹਿ ਕੇ ਮੰਥਨ ਕਰਨਾ ਚਾਹੀਦਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਤੁਸੀਂ ਕਹਿਣ ਦਾ ਭਾਵ ਹੈ ਇਸ ਗੱਲ ਦੇ ਅਗੇਂਸਟ ਹੋ, ਪਰ ਸਚਿਨ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਜਦੋਂ ਪਿਛਲੀ ਵਾਰ ਇਲੈਕਸ਼ਨ ਸੀ ਤੇ ਤੁਹਾਡੇ ਹੀ ਪ੍ਰਧਾਨ ਉਹਨਾਂ ਨੇ ਸਟੇਟਮੈਂਟ ਸਾਨੂੰ ਦਿੱਤੀ ਕਿ ਵੀ ਹਾਂ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ NSA ਦੇ ਪ੍ਰੋਟੈਸਟਾਂ ਬਾਰੇ ਨੌਲੇਜ ਨਹੀਂ ਹੈਗੀ, ਤੁਸੀਂ ਕੀ ਕਰੋਗੇ, ਤੇ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਵੀ ਮੈਂ ਪਹਿਲਾਂ ਵੀ ਇੱਥੇ NSA ਦੇ ਪ੍ਰੋਟੈਸਟ ਨਾਲ ਜੁੜਦਾ ਰਿਹਾ, ਮੈਨੂੰ ਇੱਥੇ ਦੀ ਨੌਲੇਜ ਹੈ। ਉਦੋਂ ਤੇ ਉਹ ਵੀ ਆਊਟਸਾਈਡਰ ਸੀ, ਤੇ ਉਦੋਂ ਤੁਸੀਂ ਆਪਦੀ ਪਾਰਟੀ ਵੱਲ ਨੂੰ ਕਿਉਂ ਨਹੀਂ ਵੇਖਿਆ ਕਿ ਵੀ ਹਾਂ ਇਹ ਆਊਟਸਾਈਡਰ ਹੈ ਤੇ ਇਹ ਨਹੀਂ ਹੋਣੇ ਚਾਹੀਦੇ ਵਿੱਚੇ? ਦੇਖੋ ਜੀ, ਉਹ ਆਊਟਸਾਈਡਰ ਨਹੀਂ ਕੰਸੀਡਰ ਕਰ ਸਕਦੇ, ਉਹ ਇੰਚਾਰਜ ਹੁੰਦਾ, ਇੱਕ ਪਾਰਟੀ ਵੱਲੋਂ ਇੰਚਾਰਜ ਲੱਗਦਾ ਹੁੰਦਾ। ਉਹ ਕੋਈ ਕਲਾਸ ਦੇ ਵਿੱਚ ਕੈਂਪੇਨ ਨਹੀਂ ਕਰਦਾ, ਉਹ ਕੋਈ ਮਾਹੌਲ ਖਰਾਬ ਨਹੀਂ ਕਰਦਾ। ਬੀਇੰਗ ਉਹ ਇੱਕ ਪਾਰਟੀ ਦਾ ਇੰਚਾਰਜ, ਉਹ ਆ ਸਕਦਾ, ਮੈਨੇਜ ਕਰਨ ਵਾਸਤੇ ਆਉਂਦਾ। ਹਰ ਪਾਰਟੀ ਦੇ ਇੰਚਾਰਜ ਹੁੰਦੇ ਆ, ABP ਦਾ ਇੰਚਾਰਜ ਹੈ, NSA ਦਾ ਇੰਚਾਰਜ ਹੈ, SOE ਦਾ ਇੰਚਾਰਜ ਹੈ, COSS ਦਾ ਇੰਚਾਰਜ ਹੈ, ਹਰ ਪਾਰਟੀ ਦਾ ਇੰਚਾਰਜ ਹੈ। ਇੰਚਾਰਜ ਆਵੇ, ਕੋਈ ਆ ਕੇ ਜੇ ਮੀਟਿੰਗ ਲੈ ਰਿਹਾ, ਗੱਲਬਾਤ ਕਰ ਰਿਹਾ, ਇਹਦੇ ਵਿੱਚ ਗਲਤ ਕੁਝ ਨਹੀਂ ਹੈ, ਬਟ ਉਹ ਕੋਈ ਕ੍ਰਿਮੀਨਲ ਐਕਟੀਵਿਟੀ ਆ, ਇਹੋ ਜਿਹੀ ਕੋਈ ਗਲਤ ਐਕਟੀਵਿਟੀ ਵਿੱਚ ਇਨਵੋਲਵ ਨਾ ਹੋਵੇ। ਇੱਕ ਇੰਚਾਰਜ ਦੇ ਆਉਣ ਨਾਲ ਜਾਂ 2-4 ਜਣਿਆਂ ਦੇ ਆਉਣ ਨਾਲ ਮੈਨੂੰ ਨਹੀਂ ਲੱਗਦਾ, ਹਰ ਪਾਰਟੀ ਦੇ ਆਉਂਦੇ ਬਹੁਤ ਜ਼ਿਆਦਾ MLA ਆ ਰਹੇ ਆ। ਹੁਣ ਤਾਂ ਮੈਂ ਦੇਖੋ ਕੀ ਚੀਜ਼ CM ਦਾ ਯੂਨੀਵਰਸਿਟੀ ਕੈਂਪਸ 'ਚ ਕੀ ਕੰਮ ਹੈ, ਵੀ ਪੈਸੇ ਦੇਤੇ, ਕਿ ਬਹੁਤ ਇਸ ਤੋਂ ਪਹਿਲਾਂ ਵੀ ਪੈਸੇ ਦਏ, ਕਾਂਗਰਸ ਸਰਕਾਰ ਨੇ ਵੀ ਦਿੱਤੇ ਸੀਗੇ, ਕਿ ਸਾਰੀ ਥਾਂ ਇੱਕੋ ਗੱਲ ਕਰੀ ਜਾਣੇ, ਪੈਸੇ ਦੇਤੇ ਪੈਸੇ। ਕੀ ਮਿਨਿਸਟਰ ਦਾ ਕੈਂਪਸ ਦੇ ਵਿੱਚ ਰੋਜ਼ ਆਉਣਾ ਠੀਕ ਹੈ? ਕਿ ਮਿਨਿਸਟਰ ਦਾ ਟੀਚਰਾਂ ਨੂੰ ਮਿਲਣਾ, ਬੱਚਿਆਂ ਨੂੰ ਮਿਲਣਾ, 20 ਜਣਿਆਂ ਦੀ, ਅੱਜ ਮੈਂ ਤੁਹਾਡੇ ਕੈਮਰੇ ਰਾਹੀਂ, ਤੁਹਾਡੇ ਚੈਨਲ ਰਾਹੀਂ ਗੱਲ ਕਰੂੰਗਾ, ਕਿਸੇ ਸਟੂਡੈਂਟ ਦੀ 20-30 ਸਟੂਡੈਂਟ ਹੋਣ, 10 ਸਟੂਡੈਂਟ ਹੋਣ, ਉਹਨਾਂ ਦੀ ਜੁਆਇਨਿੰਗ ਕਰਾਉਣੀ ਹੁੰਦੀ ਹੈ। ਸਚਿਨ ਗਾਲਵ ਜੁਆਇਨ ਕਰਾਉਂਦਾ ਉਹਨਾਂ ਨੂੰ, ਸਚਿਨ ਗਾਲਵ ਜੁਆਇਨ ਕਰਾ ਰਿਹਾ, ਆਪ ਦੇ ਨਾਲ ਅਸੀਂ ਜੁਆਇਨ ਕਰਾ ਰਹੇ ਹਾਂ। ਅਸੀਂ ਬਾਹਰ ਜਾ ਕੇ ਵੀ ਕੱਲ੍ਹ ਇੱਕ ਸਟੂਡੈਂਟ ਅਸੀਂ ਰਿਵੋਕ ਕਰੇ ਹਾਂ, 2 ਅਸੀਂ ਕਾਂਗਰਸ ਭਵਨ ਜੁਆਇਨ ਕਰਾਏ ਹਾਂ, ਠੀਕ ਹੈ, ਉੱਥੇ ਕਾਂਗਰਸ ਪ੍ਰਧਾਨ ਸੀਗੇ, ਮੈਂ ਸੀਗੇ। ਕੈਂਪਸ ਦੇ ਵਿੱਚ ਆ ਕੇ ਹੀ ਜੁਆਇਨਿੰਗ ਹੋ ਰਹੀ ਹੈ। ਮੀਤ ਹੇਅਰ ਕਰੰਟ ਮਿਨਿਸਟਰ ਜੁਆਇਨ ਕਰਾ ਰਹੇ ਹੈ। ਕੋਠੀ ਤੇ ਲੈ ਕੇ ਜਾਇਆ ਜਾਂਦਾ ਕਿਸੇ ਨੂੰ, ਕੋਠੀ ਤੇ ਲੈ ਜਾ ਕੇ ਉੱਥੇ ਉਹਨਾਂ ਨੂੰ ਕਹਿੰਦੇ ਵੀ ਹਾਂ ਜੀ ਹੱਲਾਸ਼ੇਰੀ ਦੇ ਦਿੰਦੇ, ਕੰਧੇ ਤੇ ਹੱਥ ਧਰ ਦਿੰਦੇ ਵੀ ਚੱਕ ਦਾਂਗੇ ਕੰਮ, ਕਾਕਾ ਜੀ ਲੱਗੇ ਰਹੋ, ਲਾਲਚ ਦੇ ਜਾਂਦੇ ਤੁਹਾਨੂੰ ਜੋਬ ਲਵਾ ਦਾਂਗੇ, PhD ਸਕੋਲਰਾਂ ਨੂੰ ਕਹਿੰਦੇ ਤੁਹਾਨੂੰ ਕੱਲ੍ਹ ਨੂੰ ਪੰਜਾਬ 'ਚ ਸੈੱਟ ਕਰ ਦਾਂਗੇ। ਕੀ ਤੁਹਾਨੂੰ ਲੱਗਦਾ ਯੂਨੀਵਰਸਿਟੀ ਇਲੈਕਸ਼ਨ ਦੇ ਵਿੱਚ ਕਿਸੇ ਮਿਨਿਸਟਰ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ? ਯੂਨੀਵਰਸਿਟੀ ਪੋਲਿਟਿਕਸ ਬਣੀ ਸੀਗੀ, ਆਮ ਘਰਾਂ ਦੇ ਸਟੂਡੈਂਟਸ ਨੂੰ ਅੱਗੇ ਲੈ ਕੇ ਆਉਣ ਤੇ ਉਹਨਾਂ ਨੂੰ ਉਹ ਸਮਝਣ, ਕੰਮ ਕਰਨ, ਮਿਹਨਤ ਕਰਨ, ਉਹਨਾਂ ਨੂੰ ਪੋਲੀਟੀਕਲ ਸਮਝ ਆਵੇ। ਇਹ ਥੋੜ੍ਹੀ ਕੋਈ ਮਿਨਿਸਟਰ ਆ ਗਿਆ, ਪ੍ਰਭਾਵ ਪਾ ਕੇ 4 ਗੱਡੀਆਂ ਆ ਗਈ, ਗਾਰਡ ਆ ਕੇ ਬੱਚੇ ਨੂੰ ਜੋੜ ਲਿਆ, ਇਹ ਕਿਤੇ ਤੱਕ ਜਾਇਜ਼ ਹੈ? ਸਚਿਨ, ਹੁਣ ਆਪਾਂ ਗੱਲ ਕਰਾਂਗੇ, ਜਿਵੇਂ ਕਿ ਇੱਕ ਵਾਰ ਫਿਰ ਆਪਾਂ ਗੱਲ ਕਰਦੇ ਹਾਂ NSA ਦੀ, ਜਿਹੜਾ ਕਿ ਇੱਕ ਬਹੁਤ ਵੱਡਾ ਪਰਿਵਾਰ ਹੈ, ਬਟ ਇਹਦੇ ਵਿੱਚ ਅਸਲੀ ਨਕਲੀ ਦੇ ਮੁੱਦੇ ਚੱਲਦੇ ਨੇ ਹਰ ਵਾਰੀ, ਤੇ ਤੁਸੀਂ ਹਰ ਵਾਰੀ ਇਹ ਕਲੇਮ ਕਰਦੇ ਹੋ ਕਿ ਤੁਹਾਡੀ NSA ਜਿਹੜੀ ਕਿ ਹੈ ਉਹ ਅਸਲੀ NSA ਹੈ, ਬਟ ਇੱਥੋਂ ਦੇ ਸਟੂਡੈਂਟਸ ਨੂੰ ਇਹ ਫਰਕ ਕਿਵੇਂ ਪਤਾ ਲੱਗੂਗਾ? ਇਹ ਫਰਕ ਦੇਖੋ ਪਤਾ ਲੱਗੂਗਾ, ਬੀਇੰਗ ਸਟੇਟ ਪ੍ਰੈਜ਼ੀਡੈਂਟ, ਮੈਂ ਸਟੇਟ ਪ੍ਰਧਾਨ ਹਾਂ NSA ਚੰਡੀਗੜ੍ਹ ਦਾ, ਹਰ ਕਾਲਜ ਦੇ ਵਿੱਚ ਪ੍ਰਧਾਨ ਕੰਟੈਸਟ ਕਰਵਾ ਰਹੇ ਹਾਂ। DAV ਕਾਲਜ ਵੀ, SD ਕਾਲਜ ਵੀ, 46 ਕਾਲਜ ਵੀ, 50 ਕਾਲਜ ਵੀ, ਖਾਲਸਾ ਕਾਲਜ। ਜੇ ਮੈਂ ਉੱਥੇ ਪ੍ਰਧਾਨ ਕੰਟੈਸਟ ਕਰਾ ਰਿਹਾ, ਇਟ ਮੀਨਸ ਮੈਂ ਆਫੀਸ਼ੀਅਲ ਇਨਸਾਨ ਹਾਂ, ਕੋਈ XYZ ਉੱਥੇ ਲੈਟਰ ਹੈਡ ਵੀ ਨਹੀਂ ਕਰ ਸਕਦਾ। ਦੂਜੀ ਚੀਜ਼, ਮੈਂ ਬੀਇੰਗ ਕਾਉਂਸਲਰ ਆਫ ਮਿਊਨਿਸਪਲ ਕਾਰਪੋਰੇਸ਼ਨ, ਇਸੇ ਵਾਰਡ ਤੋਂ ਕਾਉਂਸਲਰ ਹਾਂ। ਇਹ ਸਟੂਡੈਂਟ ਨੂੰ ਅਸੀਂ ਆਪ ਦੱਸਦੇ ਹਾਂ ਕਿ ਮੇਰੀ ਪਰਸਨਲੀ ਕੋਈ ਅੱਜ ਤੱਕ ਆਦਤ ਰਹੀ ਹੈ, ਮੈਂ ਕਦੇ ਝੂਠ ਨਹੀਂ ਬੋਲਦਾ, ਕਿਸੇ ਚੀਜ਼ ਬਾਰੇ ਓਪਨ ਹਰ ਗੱਲ ਸੱਚ ਦੱਸਦਾ। ਅਸੀਂ ਕਿਸੇ ਨੂੰ ਕਿਉਂ ਗੁੰਮਰਾਹ ਕਰਾਂਗੇ? ਜੇ ਮੈਂ ਪਾਰਟੀ ਦੀ 2 ਆਫੀਸ਼ੀਅਲ ਪੋਸਟ ਤੇ ਹਾਂ ਤਾਂ ਇਟ ਮੀਨਸ ਮੈਂ ਉਹ 100% ਕ੍ਰੈਡੀਬਿਲਿਟੀ ਲੈਣਾ, 100% ਮੈਂ ਇਸ 'ਤੇ ਆਪਣੀ ਕਮਿਟਮੈਂਟ ਹੈ, ਮੇਰੇ ਵਰਡਸ ਨੇ ਕਿ ਅਸੀਂ ਆਫੀਸ਼ੀਅਲ NSA ਅਸਲੀ NSA ਹੈ। ਕੋਈ ਹੋਰ ਜਣਾ ਖਣਾ ਆ ਕੇ ਇੱਥੇ ਕੋਈ ਕੰਪਲੇਨ ਨਹੀਂ ਕਰ ਸਕਦਾ ਵੀ ਇਹ NSA ਅਸਲੀ ਹੈ, ਫਲਾਣਾ ਹੈ, ਟਮਕਾਣਾ ਹੈ। ਸਟੇਟ ਪ੍ਰਧਾਨ ਇੱਥੇ ਖੜਿਆ, ਕਾਉਂਸਲਰ ਮੈਂ ਆਪ ਖੜਿਆ, ਮੈਂ ਕਲੇਮ ਕਰੀ ਜਾਂਦਾ ਇਸ ਚੀਜ਼ ਨੂੰ ਵੀ ਅਸੀਂ ਰੀਅਲ NSA ਆਈ ਹੈ, ਕੋਈ ਫੇਕ NSA ਕੋਈ ਗੱਲ ਹੀ ਨਹੀਂ ਹੈ ਇਹਦੀ। ਕੋਈ NSA ਫਰੰਟ ਬਣਾ ਰਿਹਾ, XYZ ਬਣਾ ਰਿਹਾ, ਉਹਨਾਂ ਦਾ ਨਿੱਜੀ ਮੈਟਰ ਹੈ, ਅਸੀਂ ਨਾ ਮੈਂ ਕਮੈਂਟ ਕਰਨਾ ਚਾਹੁੰਦਾ, ਉਹ NSA ਦਾ ਪਾਰਟ ਨਹੀਂ ਹੈ।
ਇਹ ਤਾਂ ਫਿਰ ਇਹ ਵਨ ਮੈਨ ਆਰਮੀ ਵਾਲੀ ਗੱਲ ਹੋ ਗਈ ਨਾ, ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਰਾ ਕੁਝ ਤੁਸੀਂ ਆਪ ਕਰਾਉਂਦੇ ਹੋ, ਭਾਵੇਂ ਉਹ ਕੈਂਪਸ ਵਿੱਚ ਕੋਈ ਪ੍ਰਧਾਨ ਲਾਣਾ ਹੈ, ਇੱਥੇ ਕਿਸੇ ਨੂੰ ਸੀਟ ਦੇਣੀ ਹੈ, ਕੋਈ ਤੁਸੀਂ ਸਸਪੈਂਸ਼ਨ ਹੀ ਕੱਢਣਾ ਹੈ, ਉਹ ਸਾਰੀਆਂ ਚੀਜ਼ਾਂ ਤੁਸੀਂ ਆਪ ਕਰ ਰਹੇ ਹੋ। ਕਿ ਇਹ ਤਾਨਾਸ਼ਾਹੀ ਰਵੱਈਆ ਨਹੀਂ ਹੋ ਰਿਹਾ? ਇਹ ਵਨ ਮੈਨ ਆਰਮੀ ਮੈਨੂੰ ਪੋਸਟ ਦਿੱਤੀ ਹੋਈ ਹੈ, ਵਨ ਮੈਨ ਆਰਮੀ ਨਹੀਂ। ਹੁਣ ਕੋਈ ਸਟੇਟ ਪ੍ਰਧਾਨ ਹੈ NSCI ਦਾ, ਕੋਈ ਕਿਸੇ ਪਾਰਟੀ ਦਾ ਸਟੇਟ ਪ੍ਰਧਾਨ ਹੈ, ਹੁਣ ਕੋਈ ਆਮ ਆਦਮੀ ਦਾ ਸਟੇਟ ਪ੍ਰਧਾਨ ਹੈ ਜਾਂ ਕਾਂਗਰਸ ਦਾ ਕੋਈ ਪ੍ਰਧਾਨ ਹੈ ਸੂਬੇ ਦਾ, ਉਹ ਵੀ ਵਨ ਮੈਨ ਆਰਮੀ ਹੁੰਦਾ। ਪੋਸਟ ਦਾ ਮਤਲਬ ਵਨ ਮੈਨ ਆਰਮੀ ਨਹੀਂ ਹੁੰਦਾ। ਇਹ ਮਤਲਬ ਇਟ ਮੀਨਸ ਮੇਰੇ ਕੋਲ ਇੱਕ ਪੋਸਟ ਹੈ, ਬਟ ਅਸੀਂ ਸਾਡਾ ਪਰਿਵਾਰ ਹੈ, ਅਸੀਂ ਭਰਾ ਹੈ, ਇਕੱਠੇ ਬਹਿ ਕੇ ਡਿਸੀਜਨ ਲੈਂਦੇ। ਮੇਰੇ ਨਾਲ ਹੋਰ ਵੀ ਮੇਰੇ ਭਰਾ ਨੇ, ਜੂਨੀਅਰ ਵੀ ਹੈ, ਸੀਨੀਅਰ ਵੀ ਹੈ, ਅਸੀਂ ਬਹਿ ਕੇ ਡਿਸਕਸ ਕਰਦੇ ਹਾਂ। ਕੋਈ ਸਚਿਨ ਗਾਲਵ ਇਹ ਨਹੀਂ ਕਹਿੰਦਾ ਵੀ ਅੱਜ ਇਹਨੂੰ ਪ੍ਰਧਾਨ ਲੜਾ ਦੇਣਾ। ਅਸੀਂ ਇੰਟਰਨਲ ਸਾਡੀ ਕੋਰ ਕਮੇਟੀ ਹੈ, ਕਮਰੇ ਦੇ ਵਿੱਚ ਬਹਿ ਕੇ ਡਿਸਾਈਡ ਹੁੰਦੀਆਂ ਚੀਜ਼ਾਂ। ਉਹ ਭਰਾਵਾਂ ਉਹ ਹਮੇਸ਼ਾ ਤੋਂ ਨਾਲ ਰਹੇ ਆ ਭਰਾ, ਪਹਿਲਾਂ ਵੀ ਪੁਰਾਣੇ ਭਰਾ ਸੀਗੇ। ਅਸੀਂ ਬਹਿ ਕੇ ਡਿਸਾਈਡ ਕਰਦੇ ਹਾਂ, ਬਟ ਇੱਕ ਚਿਹਰੇ ਨੂੰ ਅੱਗੇ ਕਰਦੇ ਹਾਂ। ਅੱਜ ਕਿਸੇ ਚੀਜ਼ ਦਾ ਹੁਣ ਪ੍ਰਧਾਨ ਮੰਤਰੀ ਦਾ ਇੱਕ ਹੁੰਦਾ ਹੈ, ਬਟ ਡਿਸੀਜਨ ਤਾਂ ਸਾਰੇ ਮਿਲ ਜੁਲ ਕੇ ਮਿਨਿਸਟਰ ਲੈਂਦੇ ਆ, ਨਾਲ ਦੀ ਟੀਮ ਲੈਂਦੀ ਹੈ, ਬਟ ਨਾ ਹਮੇਸ਼ਾ ਇੱਕ ਬੰਦੇ ਦਾ ਹੁੰਦਾ ਹੈ। ਕੱਲ ਨੂੰ ਕੋਈ ਹੋਰ ਮੇਰੇ ਥਾਂ ਕੋਈ ਹੋਰ ਹੋਊਗਾ, ਕੱਲ ਨੂੰ ਉਹ ਹੋਊਗਾ, ਉਹ ਕੰਮ ਕਰੂਗਾ, ਉਹਦਾ ਨਾ ਹੋਣਾ। ਹੁਣ ਸਚਿਨ, ਆਪਾਂ ਗੱਲ ਕਰਦੇ ਹਾਂ ਤੁਹਾਡੀ ਹੀ ਦਿੱਤੀ ਹੋਈ ਸਟੇਟਮੈਂਟ ਦੀ, ਜਿਹੜੀ ਕਿ ਤੁਸੀਂ ਰਿਲੀਜੀਅਸ ਸੈਂਟੀਮੈਂਟ ਤੇ ਦਿੱਤੀ ਸੀ। ਕਿਸੇ ਪਾਰਟੀ ਦੇ ਕਿਸੇ ਪੋਸਟਰ ਬਾਰੇ ਤੁਸੀਂ ਕੋਈ ਵਿਸ਼ੇਸ਼ ਟਿੱਪਣੀ ਕੀਤੀ, ਜਿਹਦੇ ਬਾਰੇ ਤੁਹਾਨੂੰ ਵਾਰ-ਵਾਰ ਅਲੱਗ-ਅਲੱਗ ਵੱਖ-ਵੱਖ ਪਾਰਟੀਆਂ ਵੱਲੋਂ ਤੁਹਾਨੂੰ ਸੱਦਿਆ ਗਿਆ ਓਪਨ ਡਿਬੇਟ ਲਈ, ਤੇ ਤੁਹਾਡਾ ਉਸ ਤੇ ਕੀ ਪੁਆਇੰਟ ਆਫ ਵਿਊ ਹੈ? ਕਿ ਇਹ ਤੁਸੀਂ ਆਪਦੀ ਸਟੇਟਮੈਂਟ ਦਿੱਤੀ ਜਾਂ ਇਹ ਤੁਸੀਂ ਇੱਕ ਸਰਕਾਰ, ਕਾਂਗਰਸ ਸਰਕਾਰ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਤੁਹਾਡੇ ਰਾਹੀਂ? ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰੂੰਗਾ, ਮੁੱਦੇ ਨੂੰ ਬੜਾ ਅਲੱਗ ਤਰੀਕੇ ਨਾਲ ਰੱਖਿਆ ਜਾਂਦਾ ਹੈ, ਬਟ ਰਿਐਲਿਟੀ ਤੁਹਾਨੂੰ ਦੱਸ ਦੇਣਾ। ਮੈਨੂੰ ਇੱਕ ਰਿਪੋਰਟਰ ਦਾ ਫੋਨ ਆਉਂਦਾ ਹੈ ਵੀ ਉਹ ਕਹਿੰਦੇ ਤੁਹਾਡਾ ਇੰਟਰਵਿਊ ਕਰਨਾ ਇਲੈਕਸ਼ਨਾਂ ਦੇ ਰਿਲੇਟਡ। ਮੈਂ ਉਹਨਾਂ ਕੋਲ ਜਾ ਵੜਿਆ। ਕੁਦਰਤਨ ਉਹ ਇੰਟਰਵਿਊ ਇਹੋ ਜਿਹੀ ਥਾਂ ਕਰ ਰਹੇ ਸੀਗੇ ਜਿੱਥੇ ਉਹ ਪੋਸਟਰ ਲੱਗੇ ਹੋਏ ਸੀ। ਉਹਨਾਂ ਨੇ ਸ਼ੁਰੂਆਤ ਹੀ ਐਵੇਂ ਕਰੀ ਵੀ ਕੀ ਇਹ ਪੋਸਟਰ ਐਵੇਂ ਸਿਸਟਮ ਕਰਕੇ। ਭਾਈ ਜੀ ਦੀ ਸੋਚ ਨਾਲ ਉਹਨਾਂ ਦੇ ਖਿਲਾਫ ਆ। ਅਸੀਂ ਕਲੇਮ ਕਰ ਰਹੇ ਹਾਂ, ਮੇਰੇ ਵਰਡਸ ਮਾਰਕ ਕਰ ਲੈਣ ਮੇਰੇ ਸਾਰੇ ਭਰਾ ਜਿਹੜੇ ਵੀ ਕਿਸੇ ਹੋਰ ਆਰਗੇਨਾਈਜੇਸ਼ਨ ਤੋਂ ਨੇ। ਅਸੀਂ ਉਹਨਾਂ ਦੀ ਸੋਚ, ਉਹਨਾਂ ਦੀ ਵਰਕਿੰਗ ਕਿਸੇ ਚੀਜ਼ ਦੇ ਖਿਲਾਫ ਨਹੀਂ ਹੈ। ਉਹ ਇੱਕ ਚੰਗੇ ਇਨਸਾਨ ਸੀਗੇ, ਉਹਨਾਂ ਨੇ ਸਿੱਖਾਂ ਲਈ, ਹਿੰਦੂਆਂ ਲਈ, ਜਿਨ ਸਾਰਿਆਂ ਲਈ ਕੰਮ ਕਰੇ ਨੇ। ਉਹਨਾਂ ਦੀ ਸੋਚ ਦੇ ਖਿਲਾਫ ਨਹੀਂ ਹੈ। ਮੈਂ ਇੱਕ ਕਲੇਮ ਕਰੀ ਗੱਲ ਨਾ, ਮੈਂ ਉਹਨਾਂ ਦੇ ਖਿਲਾਫ ਬੋਲਿਆ, ਤੁਸੀਂ ਸਮਝੋ ਇਹ ਗੱਲ ਨੂੰ, ਖਿਲਾਫ ਨਹੀਂ ਬੋਲਿਆ। ਮੈਂ ਕਿਹਾ ਕੈਂਪਸ ਦੇ ਵਿੱਚ ਐਵੇਂ ਪੋਸਟਰ ਨਹੀਂ ਲੱਗਣੇ ਚਾਹੀਦੇ। ਇਹ ਮੇਰਾ ਪਰਸਨਲ ਨਿੱਜੀ ਰਵੱਈਆ ਹੈ। ਕੋਈ ਲਾ ਰਿਹਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਉਹਦੇ ਨਾਲ, ਲਾਓ। ਅਸੀਂ ਕੋਈ ਪਾੜ ਨਹੀਂ ਰਹੇ ਉਹਨਾਂ ਨੂੰ। ਮੈਂ ਇੰਨੀ ਛੋਟੀ ਰਾਜਨੀਤੀ ਨਹੀਂ ਕਰਦਾ। ਬਸ ਮੈਨੂੰ ਲੱਗਦਾ ਵੀ ਮੈਨੂੰ ਕੈਂਪਸ ਦੇ ਵਿੱਚ, ਕੈਂਪਸ ਦੇ ਰਿਲੇਟਡ ਜਿਵੇਂ ਕਦੇ ਵੀ ਐਵੇਂ ਨਹੀਂ ਹੋਇਆ। ਉਹ ਪੋਸਟਰ ਲਾਉਂਦੇ ਆ, ਪੋਸਟਰ ਨਾ ਲਾਣ। ਮੇਰੀ ਤਾਂ ਇਹ ਸੀਗਾ, ਅਸੀਂ ਕਿਸ ਚੀਜ਼ ਦੇ ਖਿਲਾਫ ਨਹੀਂ ਹੈ ਵੀ ਉਹਨਾਂ ਦੇ ਪੋਸਟਰ ਪਾੜੀਏ, ਉਹਨਾਂ ਦੀ ਭਾਈ ਜੀ ਦੀ ਸੋਚ ਦੇ ਖਿਲਾਫ ਹੈ। ਦੂਜੀ ਗੱਲ, ਉਹਨਾਂ ਨੇ ਘੁਮਾ ਫਿਰਾ ਕੇ, ਜਿਹੜੇ ਰਿਪੋਰਟਰ ਸਾਹਿਬ ਸੀਗੇ ਉਹਨਾਂ ਨੇ ਵੀ ਘੁਮਾ ਫਿਰਾ ਕੇ ਗੱਲਾਂ ਕਰੀਆਂ। ਕੈਪਸ਼ਨ ਉੱਤੇ ਬੜਾ ਲਿਖਤਾ। ਅੱਜ ਮੈਂ ਤੁਹਾਡੇ ਮੂਹਰੇ ਇੰਟਰਵਿਊ ਦੇ ਰਿਹਾ, ਕੋਈ ਵੀ ਚੀਜ਼ ਕਹਿ ਦੇਵਾਂ, ਤੁਸੀਂ ਕੈਪਸ਼ਨ ਦੇ ਵਿੱਚ ਕੁਝ ਮਸਾਲਾ ਐਵੇਂ ਦਾ ਲਿਖ ਦਿਓ ਵੀ ਆਪ ਦੇ ਵਿਊਜ਼ ਵਧਾਉਣ ਕਰਕੇ ਜਾਂ ਕਿਸੇ ਚੀਜ਼ ਕਰਕੇ। ਉਹਨਾਂ ਨੇ ਕੀ ਕਰਿਆ, ਇੰਟਰਵਿਊ ਦਾ ਮਕਸਦ ਹੀ ਕੁਝ ਹੋਰ ਬਣਾਤਾ, ਮਾਹੌਲ ਪੱਕਿਆ। ਕੋਈ ਮਾਹੌਲ ਨਹੀਂ ਪੱਕਿਆ ਹੋਇਆ ਸੀਗਾ। ਹੁਣ ਉਸ ਤੋਂ ਬਾਅਦ ਮੈਨੂੰ 12-15 ਇੰਟਰਵਿਊ ਚੈਨਲਾਂ ਦੇ ਫੋਨ ਆਏ, ਅਸੀਂ ਇੰਟਰਵਿਊ ਲੈਣਾ ਚਾਹੁੰਦੇ ਹਾਂ। ਮੈਂ ਕਿਹਾ ਤੁਸੀਂ ਆਪਦੇ ਵਿਊਜ਼ ਕਰਕੇ ਮੇਰਾ ਇੰਟਰਵਿਊ ਅੱਜ ਤੱਕ ਤਾਂ ਤੁਸੀਂ ਕਦੇ ਲੱਗਿਆ ਨਹੀਂ ਵੀ ਤੁਹਾਨੂੰ ਇੰਟਰਵਿਊ ਹੁੰਦਾ। ਇਲੈਕਸ਼ਨ ਦੇ ਰਿਲੇਟਡ ਗੱਲ ਕਰੋ, ਤੁਸੀਂ ਕਲੈਰੀਫਾਈ ਕਰੋ ਚੀਜ਼ਾਂ, ਗੱਲ ਕਰੋ। ਤੁਸੀਂ ਇਹ ਥੋੜ੍ਹੀ ਵੀ ਮੁੱਦਾ ਜੀ ਅਸੀਂ ਗੱਲ ਕਰਨੀ ਉਸ ਮੁੱਦੇ ਦੇ ਖਿਲਾਫ ਨਹੀਂ। ਕਿਉਂ ਜੀ? ਇਲੈਕਸ਼ਨ ਤੋਂ ਬਾਅਦ ਅਗਲੇ ਦਿਨ ਕਰ ਲਾਂਗੇ ਡਿਬੇਟ। ਅਸੀਂ ਕਿਸੇ ਚੀਜ਼ ਤੋਂ ਭੱਜੇ ਹੀ ਨਹੀਂ। ਕਿਸੇ ਚੀਜ਼ ਤੋਂ ਇੱਕ ਹੋਰ ਹੈ, ਹੁਣ ਕੋਈ ਵੀ ਬੰਦਾ ਕਿਸੇ ਪਾਰਟੀ ਨੂੰ ਲਲਕਾਰ ਦੇ, ਪ੍ਰੋਪਰ ਇਲੈਕਸ਼ਨ ਲੜ ਰਹੇ ਹਾਂ, ਅਸੀਂ ਜਿੱਤਣ ਲਈ ਲੜ ਰਹੇ ਹਾਂ। ਪਾਰਟੀ ਦਾ ਜਿਨ੍ਹਾਂ ਦਾ ਕੋਈ ਵੀ ਕਹਿੰਦੇ ਚੈਲੰਜ ਕਰਦੇ ਨੇ, ਮੈਂ ਨਹੀਂ ਸਮਝਦਾ, ਮੈਂ ਰਾਈਟ ਨਹੀਂ ਸਮਝਦਾ ਕਿਸੇ ਨਾਲ ਮੈਂ ਇਸ ਤਰੀਕੇ ਨਾਲ ਉਹ ਕਰਾਂ। ਮੇਰਾ ਇਲੈਕਸ਼ਨ ਲੜਨਾ ਮਕਸਦ ਹੈ, ਜਿੱਤਣਾ ਮਕਸਦ ਹੈ। ਉਹਨਾਂ ਦਾ ਮਕਸਦ ਹੈ ਵੀ ਸਾਨੂੰ ਚੈਲੰਜ ਕਰਕੇ ਸ਼ਾਇਦ ਉਹ ਹਾਈਪ ਲੈਣਾ ਚਾਹੁੰਦੇ ਨੇ। ਕੋਈ ਵੀ ਪਾਰਟੀ ਹੋ, ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ ਲੈਣਾ ਚਾਹੁੰਦਾ, ਇਹ ਛੋਟੀ ਰਾਜਨੀਤੀ ਹੁੰਦੀ ਹੈ। ਦੂਜੀ ਪਾਰਟੀਆਂ 'ਚ ਮੈਂ ਵੇਖਿਆ ਉਹ ਕਰ ਰਿਹਾ ਵੀ ਫਲਾਣਾ ਸਚਿਨ ਗਾਲਵ ਦਾ ਨਾਂ ਲੈ ਰਹੇ, ਸਚਿਨ ਗਾਲਵ ਆਪਣੀ ਗੱਲ 'ਤੇ ਹਜੇ ਵੀ ਡਟਿਆ ਹੋਇਆ। ਹੁਣ ਖਾਲਿਸਤਾਨ ਦਾ ਇਸ਼ੂ ਚੱਲ ਪੈਂਦਾ। ਇਹ ਚੀਜ਼ਾਂ ਇਲੈਕਸ਼ਨ ਤੋਂ ਬਾਅਦ ਡਿਬੇਟ, ਮੈਂ ਕਹਿੰਦਾ ਪੀਪਲਸ ਨੂੰ ਮੈਂ ਇਨੀਸ਼ੀਏਟ ਕਰੂੰਗਾ, ਇੱਕ ਬਹਿ ਕੇ ਗੱਲ ਕਰਾਂਗੇ ਕਿ ਖਾਲਿਸਤਾਨ 'ਤੇ ਕੀ ਲੋਕਾਂ ਦਾ ਸਟੈਂਡ ਹੈ, ਕੀ ਮਾਹੌਲ ਹੋਣਾ ਚਾਹੀਦਾ, ਕਿਹਨੂੰ ਖਾਲਿਸਤਾਨ ਚਾਹੀਦਾ, ਕਿਹਨੂੰ ਨਹੀਂ ਚਾਹੀਦਾ। ਹਜੇ ਉਹ ਸਾਰੀਆਂ ਗੱਲਾਂ ਇਲੈਕਸ਼ਨ ਤੋਂ ਬਾਅਦ ਅਗਲੇ ਦਿਨ ਅਸੀਂ ਪੂਰੇ ਵਧੀਆ ਤਰੀਕੇ ਨਾਲ ਇੰਟਰਵਿਊ ਕਰਾਂਗੇ। ਅੱਜ ਦਾ ਸਮਾਂ, ਅੱਜ ਦਾ ਟਾਈਮ, 12-15 ਦਿਨ ਬਾਅਦ ਇਲੈਕਸ਼ਨ ਹੈ। ਕੈਂਪਸ ਦੇ ਕੀ ਇਸ਼ੂਜ਼ ਨੇ, ਕੌਣ ਸੋਲਵ ਕਰਾਊਗਾ, ਕਿਵੇਂ ਸੋਲਵ ਕਰਾਊਂਗੇ, ਕੈਂਪਸ ਦਾ ਮਾਹੌਲ ਕੀ ਹੈ, ਕਿਵੇਂ ਅਸੀਂ ਰਾਜਨੀਤੀ ਕਰਨੀ ਹੈ ਅੱਗੇ, ਕਿਵੇਂ ਸਟੂਡੈਂਟ ਵੈਲਫੇਅਰ ਲਈ ਕੰਮ ਕਰਨਾ ਹੈ। ਸਟੂਡੈਂਟ ਬੀਇੰਗ NSCI ਮੈਂਬਰ, ਅਸੀਂ ਸਟੂਡੈਂਟ ਦੀ ਗੱਲ ਕਰੀਏ। ਇਹ ਗੱਲਾਂ ਤਾਂ ਸ਼ਾਇਦ ਮੈਨੂੰ ਲੱਗਦਾ ਇਲੈਕਸ਼ਨ ਤੋਂ ਪੂਰਾ ਸਾਲ ਹੀ ਚੱਲਦੀ ਰਹਿਣਗੀਆਂ। ਕਿਹੜੇ ਰਿਲੀਜੀਅਸ ਮੁੱਦੇ ਆ, ਕਿਹੜੇ ਨਹੀਂ, ਮੈਨੂੰ ਲੱਗਦਾ ਫਲੈਕਸੀਬਲ ਹੋਣਾ ਚਾਹੀਦਾ ਇਨਸਾਨ। ਰਿਲੀਜਨ ਨੂੰ ਨਾ ਵਿੱਚ ਲੈ ਕੇ ਆਇਆ ਜਾਵੇ। ਨਾਲੇ ਕੋਈ ਇਹੋ ਜਿਹੀ ਮੈਂ ਸਟੇਟਮੈਂਟ ਨਹੀਂ ਦਿੱਤੀ ਮਾਹੌਲ ਬਣਾਉਣ ਨੂੰ। ਕੋਈ ਚੀਜ਼ਾਂ ਮਾਹੌਲ ਬਣਾ ਲਓ, ਮੈਂ ਵੀ 12-15 ਇੰਟਰਵਿਊ ਦੇ ਸਕਦਾ ਸੀ, ਮੇਰੀ ਆਦਤ ਨਹੀਂ ਹੈ। ਸਚਿਨ, ਯਾਨੀ ਕਿ ਤੁਸੀਂ ਹਲੇ ਵੀ ਇਸ ਸਟੈਂਡ ਤੇ ਹੀ ਹੋ ਕਿ ਵੀ ਕੋਈ ਵੀ ਰਿਲੀਜੀਅਸ ਕੁਝ ਵੀ ਇਦਾਂ ਦਾ ਯੂਨੀਵਰਸਿਟੀ ਵਿੱਚ ਨਹੀਂ ਹੋਣਾ ਚਾਹੀਦਾ? ਮੈਂ ਤੁਹਾਨੂੰ ਕਹਿ ਰਿਹਾ ਸਟੈਂਡ ਉਹਨਾਂ ਪਰਸਨਲੀ, ਉਹਨਾਂ ਨਾਲ ਭਾਈ ਜੀ ਨਾਲ ਕੋਈ ਦਿੱਕਤ ਨਹੀਂ, 1% ਨਹੀਂ। ਉਹ ਬੜੇ ਚੰਗੇ ਇਨਸਾਨ ਸੀ, ਸਿੱਖਾਂ ਲਈ ਵੀ, ਹਿੰਦੂਆਂ ਲਈ ਵੀ। ਉਹਨਾਂ ਨੇ ਜੋ ਕਰਿਆ, ਉਹ ਸਾਰਾ ਜੋ ਵੀ ਕਰਿਆ, ਉਸ ਚੀਜ਼ ਦਾ ਮੈਂ ਸਿਰਫ ਇੰਨੀ ਗੱਲ ਕਹੀ ਸੀ, ਕੈਂਪਸ ਦੇ ਵਿੱਚ ਕੈਂਪਸ ਰਿਲੇਟਡ ਪੋਸਟਰ ਹੋਣੇ ਚਾਹੀਦੇ। ਇਹਦੇ ਵਿੱਚ ਗਲਤ ਕੀ ਹੈ? ਮੇਰਾ ਪਰਸਨਲ ਨਿੱਜੀ ਹੈ। ਮੈਂ ਕਿਸੇ ਨੂੰ ਕਹਿ ਰਿਹਾ ਵੀ ਹਟਾਓ ਨਾ। ਮੈਂ ਅੱਛਾ, ਇਹ ਪਿਛਲੇ ਸਾਲ ਤੋਂ ਲੱਗਦੇ ਆਏ ਆ। ਜੇ ਮੈਨੂੰ ਦਿੱਕਤ ਹੁੰਦੀ ਮੈਂ ਪਿਛਲੇ ਸਾਲ ਹੀ ਕੁਝ ਕਹਿ ਲੈਂਦਾ, ਬਟ ਇਹ ਕੁਝ ਮੀਡੀਆ ਹਾਊਸਿਸ ਕੀ ਕਰਦੇ, ਮੈਂ ਫਿਰ ਦੱਸਿਆ, ਆਪਦੇ ਵਿਊਜ਼ ਕਰਕੇ ਮਸਾਲਾ ਚਾਹੀਦਾ। ਕਦੇ ਵੀ ਤੁਸੀਂ ਵੈਲਫੇਅਰ ਦੀ ਗੱਲ ਕਰ ਲਓ, ਮੀਡੀਆ ਹਾਊਸ ਤੁਹਾਡਾ ਇੰਟਰਵਿਊ ਲੈਣਗੇ 2 ਮਿੰਟ, ਥੋੜੀ ਮਸਾਲੇਦਾਰ ਗੱਲ ਕਰੋ। ਉਹਨਾਂ ਨੇ ਸਾਰਾ ਆਪਦੇ ਚੈਨਲ ਦੇ ਵਿਊਜ਼ ਵਧਾਉਣ ਕਰਕੇ USA, ਮੈਨੂੰ ਬਾਹਰੋਂ ਵੀ ਫੋਨ ਆਏ ਆ,
ਵੀ ਅਸੀਂ ਇੰਟਰਵਿਊ ਕਰਨਾ ਚਾਹੁੰਦੇ ਹਾਂ, ਆਨਲਾਈਨ ਇੰਟਰਵਿਊ ਕਰਨਾ ਚਾਹੁੰਦੇ ਹਾਂ। ਕਿਉਂ ਇੰਟਰਵਿਊ ਕਰਨਾ ਹੈ? ਅੱਜ ਤੱਕ ਤਾਂ ਤੁਸੀਂ ਕਦੇ ਇੰਟਰਵਿਊ ਕਰਿਆ ਨਹੀਂ, ਬਸ ਤੁਹਾਨੂੰ ਮਸਾਲਾ ਮਿਲ ਗਿਆ, ਇਰਦ ਗਿਰਦ ਉਹਦੇ 'ਚ ਹੋਰ 2-4 ਪਾਰਟੀਆਂ ਹੋਰ, ਕਈ ਪਾਰਟੀਆਂ ਮੰਨ ਲਓ ਸਪੋਜ਼ ਜਿਨ੍ਹਾਂ ਦਾ ਕੋਈ ਵੋਟ ਬੈਂਕ ਹੀ ਨਹੀਂ, ਇੱਕ ਪਾਰਟੀ ਹੋਵੇ ਕੋਈ ਵੀ 100-200 ਵੋਟ ਹੈ, ਉਹ ਜਾ ਕੇ ਕਹਿੰਦੇ ਅਸੀਂ ਸਚਿਨ ਗਾਲਵ ਨੂੰ ਲਲਕਾਰ ਦਿੰਦੇ ਆ। ਲਲਕਾਰੀ ਜਾਓ ਸਚਿਨ ਗਾਲਵ ਨੂੰ ਲਲਕਾਰਨ ਨਾਲ ਕੀ ਹੋ ਜਾਊਗਾ? ਮੈਂ ਆਪਦੇ ਪੇਸ ਨਾਲ ਕੰਮ ਕਰੀ ਜਾਂਦਾ। ਜਿਹੜੇ ਲੋਕ ਮੈਨੂੰ ਜਾਣਦੇ ਆ ਵੀ ਮੈਂ ਹਮੇਸ਼ਾ ਕਿਸਾਨ ਅੰਦੋਲਨ ਦੇ ਵਿੱਚ ਅਸੀਂ 100 ਦਿਨ ਤੋਂ ਜ਼ਿਆਦਾ ਉੱਥੇ ਬੈਠੇ ਹਾਂ ਟੈਂਟ ਲਾ ਕੇ। ਖਾਲਸਾ ਏਡ ਤੋਂ ਬਾਅਦ ਸਭ ਤੋਂ ਵੱਡਾ ਟੈਂਟ ਸਾਡਾ ਸੀਗਾ, ਜਿੱਥੇ ਸਾਰਾ ਸਮਾਨ ਪ੍ਰੋਵਾਈਡ ਕਰਦੇ ਸੀ ਅਸੀਂ, ਰਹਿਣ ਬਸੇਰਾ ਤੱਕ। ਇਹ ਗੱਲਾਂ ਲੋਕਾਂ ਨੂੰ ਪਤਾ ਨਹੀਂ ਵੀ ਮੈਂ ਅੱਜ ਕਿਸੇ ਪਰਟੀਕੂਲਰ ਨਾ, ਮੈਂ ਹਰ ਧਰਮ ਨੂੰ ਬਰਾਬਰ ਸਮਝਦਾ। ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰੇ ਬਰਾਬਰ ਹੈ, ਹਰ ਜਾਤ ਬਰਾਬਰ ਹੈ, ਹਰ ਜਾਤ ਦਾ ਇਨਸਾਨ ਬਰਾਬਰ ਹੈ। ਅਸੀਂ ਕਦੇ ਵੀ ਇਹ ਗੱਲ ਨਹੀਂ ਕਰੀ ਵੀ ਕੋਈ ਛੋਟਾ ਵੱਡਾ ਹੁੰਦਾ। ਇਹ ਮੇਰੀ ਪਰਸਨਲ ਨਿੱਜੀ ਸੋਚ ਹੈ ਤੇ ਮੈਂ ਇਹਦੇ ਤੇ ਫਰਮਲੀ ਸਟੈਂਡ ਕਰਦਾ ਤੇ ਅੱਗੇ ਵੀ ਕਰਦਾ ਰਹੂੰਗਾ। ਤੁਸੀਂ ਹੁਣ ਇਹ ਕਹਿ ਰਹੇ ਹੋ ਕਿ ਤੁਹਾਡਾ ਪਰਸਨਲ ਪੁਆਇੰਟ ਆਫ ਵਿਊ ਹੈ ਕਿ ਕੁਝ ਵੀ ਰਿਲੀਜੀਅਸ ਇੱਦਾਂ ਦਾ ਯੂਨੀਵਰਸਿਟੀ ਵਿੱਚ ਕੈਂਪਸ ਵਿੱਚ ਨਹੀਂ ਹੋਣਾ ਚਾਹੀਦਾ, ਪਰ ਜਿੱਥੋਂ ਤੱਕ ਸਾਨੂੰ ਪਤਾ ਹੈ ਤੇ ਅਸੀਂ ਜਾਣਦੇ ਵੀ ਹਾਂ, ਤੁਸੀਂ ਪਿਛਲੀ ਵਾਰੀ BBC ਡਾਕੂਮੈਂਟਰੀ ਇੱਥੇ ਕੈਂਪਸ ਵਿੱਚ ਦਿਖਾਉਣੀ ਚਾਹੀ, ਉੱਥੇ ਤੁਹਾਡੀ ਰਾਏ ਕਿਵੇਂ ਬਦਲ ਗਈ ਫਿਰ? ਬਿਲਕੁਲ ਜੀ, BBC ਡਾਕੂਮੈਂਟਰੀ ਦਿਖਾਈ ਹੈ, ਸਤਿਪਾਲ ਜੈਨ ਦਾ ਇੰਟਰਵਿਊ ਵੀ ਦਿਖਾਇਆ, ਸਤਿਪਾਲ ਮਲਿਕ ਦਾ। BBC ਡਾਕੂਮੈਂਟਰੀ ਅੜ ਕੇ ਦਿਖਾਈ, ਪੂਰੇ ਇੰਡੀਆ ਦੇ ਵਿੱਚ 3 ਥਾਂ ਚੱਲੀ ਸੀਗੀ। ਕਿਉਂ ਨਾ ਦਿਖਾਵਾਂ? ਹਿੰਦੂ ਰਾਸ਼ਟਰ ਦੀ ਵੀ ਖਿਲਾਫਤ ਕਰਦੇ ਹਾਂ ਅਸੀਂ। ਇਹ ਵੀ ਮੈਂ ਦੱਸ ਦੇਣਾ ਚਾਹੁੰਦਾ, ਕਿਸੇ ਮੇਰੇ ਭਰਾ ਨੂੰ ਕਿਸੇ ਨੂੰ ਇਹ ਲੱਗਦਾ ਵੀ ਮੈਂ ਕੋਈ ਬੀਇੰਗ ਹਿੰਦੂ ਮੈਂ ਡਿਮਾਂਡ ਕਰਦਾ ਹਿੰਦੂ ਰਾਸ਼ਟਰ, ਨਾ, ਪੂਰੇ ਖਿਲਾਫ ਹੈ ਜੀ। ਹਿੰਦੂ ਰਾਸ਼ਟਰ ਦੇ ਖਿਲਾਫ ਹੈ ਤਾਂ ਖਾਲਿਸਤਾਨ ਦੇ ਵੀ ਖਿਲਾਫ ਆ। ਇਸ ਚੀਜ਼ ਦੀ ਮੈਂ ਪ੍ਰੈਕਟੀਕਲੀ ਤੁਹਾਨੂੰ, ਸੈਕੂਲਰਿਜ਼ਮ ਕਿਉਂ ਨਹੀਂ ਹੋ ਸਕਦੀ? ਦੇਸ਼ ਅੱਜ ਪੁਰਾਣੇ ਟਾਈਮ ਦੀ ਗੱਲਾਂ ਕਰੀ ਜਾਂਦੇ, ਕਿਉਂ ਦੇਸ਼ ਸੈਕੂਲਰ ਨਹੀਂ ਰਹਿ ਸਕਦਾ? ਹਿੰਦੂ ਵੀ ਠੀਕ ਬਰਾਬਰ ਹੈ, ਮੁਸਲਮਾਨ ਵੀ, ਸਿੱਖ ਵੀ, ਈਸਾਈ, ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੈ। ਕਿਉਂ ਨਹੀਂ ਇਹ ਚੀਜ਼ ਹੋ ਸਕਦੀ? ਡਾਕੂਮੈਂਟਰੀ ਵਿਖਾਈ, ਦਿਖਾਉਣਾ ਚਾਹੁੰਦੇ ਸੀ 2002 ਦੇ ਵਿੱਚ ਕੀ ਹੋਇਆ, ਕਿਸੇ ਨੂੰ ਅਪੋਜ਼ ਸੀਗਾ। ਅੱਜ ਉਹ 2002 ਦੀ ਡਾਕੂਮੈਂਟਰੀ ਦਿਖਾਈ ਤੇ ਅੱਜ ਕਮੈਂਟ ਆ ਰਹੇ ਆ ਵੀ ਕਿਉਂ ਦਿਖਾਈ, ਉਹ ਦਿਖਾਣੀ ਨਹੀਂ ਚਾਹੀਦੀ ਸੀ। ਜਦੋਂ ਡਾਕੂਮੈਂਟਰੀ ਦਿਖਾਈ ਕਿਸੇ ਨੇ ਕਿਹਾ? ਉਹੀ ਲੋਕ ਜੋ ਅੱਜ ਮੈਨੂੰ ਟਾਰਗੇਟ ਕਰਦੇ ਆ, ਉਹੀ ਕਹਿੰਦੇ ਸੀ ਸਚਿਨ ਗਾਲਵ ਨੇ ਬਹੁਤ ਵਧੀਆ ਸਟੈਪ ਲਿਆ, ਸਚਿਨ ਗਾਲਵ ਨੇ ਖਿਲਾਫ ਬੋਲਿਆ ਨਰਿੰਦਰ ਮੋਦੀ ਦੇ, ਕਿਸੇ ਦੀ ਹਿੰਮਤ ਨਹੀਂ। ਅੱਜ ਉਹੀ ਕਹਿ ਰਹੇ ਆ, ਕਿਉਂਕਿ ਮਤਲਬ ਤੁਸੀਂ ਕੀ ਕਰਦੇ ਹੋ? ਕਾਊਂਟਰ ਕਰੀ ਜਾਂਦੇ ਹੋ ਵੀ ਤੁਹਾਡੇ ਨਾਲ ਕੋਈ ਚੀਜ਼ ਹੋਗੀ ਤਾਂ ਉਸੇ ਮਿੰਟ ਬਾਅਦ 'ਚ ਤੁਸੀਂ ਰਿਐਕਸ਼ਨ ਦੇ ਰਹੇ ਹੋ। ਜੇ ਇੰਨੀ ਦਿੱਕਤ ਸੀਗੀ ਡਾਕੂਮੈਂਟਰੀ ਤੋਂ, ਉਸ ਵੇਲੇ ਕਹਿ ਦਿੰਦੇ ਵੀ ਸਚਿਨ ਤੁਸੀਂ ਡਾਕੂਮੈਂਟਰੀ ਗਲਤ ਦਿਖਾਈ, ਤੁਸੀਂ ਵੀ ਰਿਲੀਜੀਅਸ ਇਸ਼ੂਜ਼ ਉਠਾ ਰਹੇ ਹੋ। ਇਹ ਕਹਿੰਦੇ ਇਹ ਰਾਜਨੀਤੀ ਨਾ। ਇੱਕ ਹੋਰ ਯੂਨੀਵਰਸਿਟੀ ਕੈਂਪਸ ਵਿੱਚ ਕਈ ਇਹੋ ਜਿਹੇ ਸ਼ਰਾਰਤੀ ਤੱਤਵ ਹੈ, ਉਹਨਾਂ ਦਾ ਜਾਂਦਾ ਕੁਝ ਨਹੀਂ ਹੈ, ਉਹ ਕੋਈ ਛੋਟੀ ਜਿਹੀ ਹਰਕਤ ਕਰ ਦਿੰਦੇ ਨੇ, ਕੋਈ ਕਮੈਂਟ ਪਾਸ ਕਰ ਦਿੰਦੇ, ਕੁਝ ਕਰਦੇ, ਨਾ ਉਹਨਾਂ ਦਾ ਪੋਲੀਟਿਕਸ ਨਾਲ ਲੈਣਾ ਦੇਣਾ, ਨਾ ਉਹਨਾਂ ਦਾ ਕਿਸੇ ਨਾਲ ਲੈਣਾ ਦੇਣਾ। ਉਹਨਾਂ ਦੀ ਹਾਫ ਨੌਲੇਜ ਆ, ਉਹ ਹਾਫ ਨੌਲੇਜ ਨਾਲ ਮਾਹੌਲ ਲੋਕਾਂ ਨੂੰ ਪਾਗਲ ਬਣਾਉਣਾ। ਵਿਚਾਰੇ ਭੋਲੇ ਲੋਕ ਹੁੰਦੇ ਆ, ਕਿਸੇ ਥਾਂ ਵੀ ਭੜਕਾ ਦਿਓ। ਅੱਜ ਮੈਂ ਕੋਈ ਐਵੇਂ ਦੀ ਸਟੇਟਮੈਂਟ ਦੇਦਾ, ਸਾਰੇ ਲੋਕ ਕੀ ਕਹਿਣਗੇ, ਮਗਰ ਵੀ ਪੈ ਜਾਣਗੇ, ਕੀ ਪਤਾ ਮੇਰੇ ਫੇਵਰ 'ਚ ਵੀ ਆ ਜਾਣਗੇ। ਬਟ ਸਮਝਦਾਰ ਇਨਸਾਨ ਉਹ ਹੁੰਦਾ, ਸੋਚ ਸਮਝ ਕੇ ਕਰਨੀ ਚਾਹੀਦੀ ਹੈ ਹਰ ਚੀਜ਼। ਪਰਸਨਲੀ ਕਿਸੇ ਦਾ ਨਾਂ ਲੈ ਕੇ ਕਿਸੇ ਨੂੰ ਬੋਲਣਾ ਨਹੀਂ ਚਾਹੀਦਾ। ਮੈਂ ਨਹੀਂ ਬੋਲਦਾ ਕਿਸੇ ਦਾ ਪਰਸਨਲੀ ਨਾਂ ਲੈ ਕੇ, ਮੈਨੂੰ ਸਾਰੇ ਲੋਕ ਸਾਰਿਆਂ ਦਾ ਪਤਾ ਕਿਹਨੇ ਕੀ ਕਿਹਾ, ਕੀ ਨਹੀਂ ਕਿਹਾ। ਕੀ ਫਰਕ ਪੈਂਦਾ ਜਦੋਂ ਮੈਂ ਆਪਦੇ ਡਿਸੀਜਨ 'ਤੇ ਫਰਮ ਆ, ਮਿਹਨਤ ਕਰੀ ਜਾਂਦਾ, ਕਿਸੇ ਦਾ ਗਲਤ ਨਹੀਂ ਕੀਤਾ, ਕੋਈ ਕਿਸੇ ਦਾ ਪੈਸਾ ਨਹੀਂ ਖਾਇਆ, ਕਦੇ ਰਾਜਨੀਤੀ ਬਿਲਕੁਲ ਕਲੀਅਰ ਰਾਜਨੀਤੀ ਕਰੀ ਹੈ। ਯੂਨੀਵਰਸਿਟੀ ਹਾਊਸ, ਕਾਰਪੋਰੇਸ਼ਨ ਹਾਊਸ ਦੇ ਵਿੱਚ ਯੂਨੀਵਰਸਿਟੀ ਦੇ ਮੁੱਦੇ ਰੱਖੇ ਨੇ, ਕਿਸੇ ਨੇ ਵੀ ਕੋਈ ਨਹੀਂ ਰੱਖਦਾ। NFS ਦਾ ਭਾਵੇਂ ਉਹਦੇ ਵਿੱਚ ਰੇਟ ਹੋਵੇ 10-10 ਰੁਪਏ ਦੀ ਚੀਜ਼ ਮਿਲਣੀ ਚਾਹੀਦੀ ਹੈ। ਯੂਨੀਵਰਸਿਟੀ ਰਿਲੇਟਡ ਹੋਵੇ, ਸਟੂਡੈਂਟ ਟੀਚਰ ਰੇਸ਼ੋ ਬਾਰੇ ਕੋਈ ਗੱਲ ਨਹੀਂ ਕਰਦਾ। ਅਸੀਂ ਪ੍ਰੋਪਰਟੀ ਟੈਕਸ ਯੂਨੀਵਰਸਿਟੀ ਦੇ ਵਿੱਚ ਲੱਗ ਰਿਹਾ ਸੀ, ਉਹਦੇ ਬਾਰੇ ਗੱਲ ਕਰੀ, ਹਰ ਚੀਜ਼ ਬਾਰੇ ਗੱਲ ਕਰੀਏ। ਬੜੇ ਲੋਕਾਂ ਦੇ ਨਜ਼ਰੀਏ, ਜਿਹੜੇ ਲੋਕ ਮੈਨੂੰ ਜਾਣਦੇ ਉਹਨਾਂ ਨੂੰ ਪਤਾ ਵੀ ਅਸੀਂ ਇਹੋ ਜਿਹੀ ਕਦੇ ਨਾ ਸਟੇਟਮੈਂਟ ਦਿੱਤੀ ਹੈ, ਨਾ ਅਸੀਂ ਕਿਸੇ ਧਰਮ ਦੇ ਖਿਲਾਫ ਹੈ, ਨਾ ਜਾਤ ਦੇ ਖਿਲਾਫ ਹੈ। ਜਿਹੜੇ ਸ਼ਰਾਰਤੀ ਲੋਕ ਨੇ ਉਹਨਾਂ ਦਾ ਕੰਮ ਹੈ ਸ਼ਰਾਰਤ ਕਰਨਾ, ਫੇਮ ਹਾਸਿਲ ਕਰਨਾ, ਉਹਨਾਂ ਨੂੰ ਕਰਨ ਦਿਓ, ਉਹਨਾਂ ਦਾ ਕੰਮ ਹੈ। ਸਚਿਨ, ਜਿਵੇਂ ਕਿ ਤੁਸੀਂ ਇੱਥੋਂ ਦੇ ਸਟੂਡੈਂਟ ਹੋ, ਤੁਸੀਂ ਇਸ ਵਾਰਡ ਦੇ MC ਹੋ ਤੇ ਤੁਸੀਂ ਸਟੇਟ ਪ੍ਰਧਾਨ ਵੀ ਹੋ, ਇਹ ਇੰਟਰਮਿਕਸ ਪਰਸਨੈਲਿਟੀ ਕੀ ਰਿਪਰੈਜ਼ੈਂਟ ਕਰਦੀ ਹੈ? ਦੇਖੋ ਜੀ, ਇੰਟਰਮਿਕਸ ਪਰਸਨੈਲਿਟੀ ਇਹ ਰਿਪਰੈਜ਼ੈਂਟ ਕਰਦੀ ਹੈ। ਮੈਂ ਕੋਈ ਡਿਪਲੋਮੇ ਦੇ ਵਿੱਚ ਕੋਈ ਐਡਮਿਸ਼ਨ ਨਹੀਂ ਲੈ ਰੱਖਿਆ, ਮੈਂ 3 ਈਅਰ ਲਾਅ LLB ਕਰੀ ਜਾਂਦਾ। ਮੈਂ ਡਬਲ ਮਾਸਟਰਸ ਕੰਪਲੀਟ ਕਰ ਚੁੱਕਿਆ। ਮੈਂ ਬੜੇ ਨੋਰਮਲ ਪਰਿਵਾਰ ਤੋਂ ਆਉਂਦਾ। ਮੇਰਾ ਮਕਸਦ ਇੱਕੋ ਹੈ ਵੀ ਅਸੀਂ ਮਿਹਨਤ ਕਰੀ ਜਾਂਦੇ ਹਾਂ। ਮੈਂ ਅੱਜ MC ਹਾਂ, ਯੰਗੈਸਟ MC ਹਾਂ। ਮੈਂ ਕੋਸ਼ਿਸ਼ ਇਹ ਕਰਦਾ ਵੀ ਅਸੀਂ ਤਾਂ ਰਾਜਨੀਤੀ ਬਦਲਣ ਆਏ ਹਾਂ, ਇਹ ਸਿਸਟਮ ਨੂੰ ਬਦਲਣ ਆਏ ਹਾਂ। ਮੈਂ ਤਾਂ ਸਾਰਿਆਂ ਨੂੰ ਕਹਿੰਦਾ ਰਾਜਨੀਤੀ ਕੋਈ ਸਾਲ 2 ਸਾਲ ਦੀ ਖੇਡ ਨਹੀਂ ਹੈ, ਕੋਈ ਇਹ ਫੇਮ ਦੀ ਖੇਡ ਨਹੀਂ ਹੈ ਵੀ ਕੈਂਪਸ ਦੇ ਵਿੱਚ ਨਾ ਬਣ ਜਾਵੇ। ਰਾਜਨੀਤੀ ਬੜਾ ਗੰਭੀਰ ਮੁੱਦਾ ਹੈ। ਇਹ ਬੜੀ ਸਾਰਿਆਂ ਨੂੰ ਨਾ, ਜਿਹਨੇ ਰਾਜਨੀਤੀ ਨਹੀਂ ਵੀ ਕਰਨੀ, ਰਾਜਨੀਤੀ ਨੂੰ ਸਮਝੋ ਜ਼ਰੂਰ। ਕੱਲ੍ਹ ਨੂੰ ਤੁਸੀਂ ਕੁਐਸਚਨ ਕਰ ਸਕਦੇ ਹੋ, ਸਚਿਨ ਗਾਲਵ ਜੀ ਤੁਸੀਂ ਕੀ ਕੰਮ ਕਰੋਗੇ? ਤੁਸੀਂ ਇਹ ਚੀਜ਼ ਕਲੇਮ ਕਰੀ ਸੀ। ਜੇ ਲੋਕਾਂ ਨੂੰ, ਸਟੂਡੈਂਟਸ ਨੂੰ ਰਾਜਨੀਤੀ ਦੀ ਸਮਝ ਨਹੀਂ ਹੋਊਗੀ ਤਾਂ ਰਾਜਨੀਤੀ ਕਿਵੇਂ ਸਮਾਜ ਦਾ ਸੁਧਾਰ ਕਰ ਸਕਦੀ ਹੈ? ਅੱਜ ਮੈਂ ਬੜਾ ਸਟੂਡੈਂਟ ਲੀਡਰੀ ਨਾਲ ਮੈਂ ਬੜਾ ਖਫਾ ਅੱਜ ਦੇ ਟਾਈਮ ਦੇ ਵਿੱਚ। ਕੋਈ ਮਿਹਨਤ ਹੀ ਨਹੀਂ ਕਰਕੇ ਰਾਜੀ, ਸਵੇਰੇ ਕੋਈ ਟਾਈਮ ਤੇ ਨਹੀਂ ਆ ਰਿਹਾ, ਕਿਸੇ ਦੇ ਛੋਟੇ ਰੀਜ਼ਨਸ ਨੇ, ਮੈਨੂੰ ਇਹ ਚੀਜ਼ ਮਿਲ ਜਾਵੇ, ਮੈਨੂੰ ਆਹ ਚੀਜ਼ ਮੈਨੂੰ ਪੋਸਟਰ ਮਿਲ ਜਾਵੇ। ਬਿਯੋਂਡ ਦਿਸ ਕੀ ਹੈ? ਲੰਬੀ ਪੋਲੀਟਿਕਸ ਸੈਕਰੀਫਾਈਸ ਮੰਗਦੀ ਹੈ, ਬਹੁਤ ਚੀਜ਼ਾਂ ਦਾ ਸੈਕਰੀਫਾਈਸ ਮੰਗਦੀ ਹੈ। ਮੈਂ ਆਪ ਬੜਾ ਸੈਕਰੀਫਾਈਸ ਕਰ ਰਿਹਾ। ਜੇ ਮੈਂ ਤੁਸੀਂ ਕਿਹਾ ਡੂਲ ਪਰਸਨੈਲਿਟੀ ਨਿਭਾ ਰਿਹਾ, ਜੇ ਮੈਂ ਕੁਝ ਮਿਹਨਤ ਕਰੀ ਜਾਂਦਾ ਜਾਂ ਪਾਰਟੀ ਨੇ ਇਸ ਲਾਇਕ ਸਮਝਿਆ ਹੋਵੇ ਵੀ ਮੈਂ 2 ਜ਼ਿੰਮੇਵਾਰੀ ਸੰਭਾਲ ਸਕਦਾ, ਸ਼ਾਇਦ ਇਸ ਲਾਇਕ ਸਮਝਿਆ ਹੋਣਾ ਤਾਂ ਹੀ ਮੈਂ ਸੰਭਾਲ ਰਿਹਾ। ਅਤੇ ਮੈਂ ਦੋਵੇਂ ਜ਼ਿੰਮੇਵਾਰੀਆਂ ਬੜੇ ਬਖੂਬੀ ਮੈਨੂੰ ਲੱਗਦਾ ਮੈਂ ਨਿਭਾ ਰਿਹਾ। ਜੇ ਕਿਸੇ ਨੂੰ ਮੇਰੇ ਨਾਲ ਕੋਈ ਪਰਸਨਲੀ ਦਿੱਕਤ ਵੀ ਹੈ, ਉਹ ਵੀ ਮੈਨੂੰ ਆ ਕੇ ਪੁੱਛ ਸਕਦਾ। ਉਹ ਕੋਈ ਕੰਮ ਦੇ ਰਿਲੇਟਡ ਹੈ, ਕਿਸੇ ਚੀਜ਼ ਦੇ ਰਿਲੇਟਡ ਹੈ। ਬਟ ਮੇਰਾ ਤਾਂ ਇੱਕੋ ਹੈ, ਹੁਣ NSUI ਵੱਲੋਂ ਰਿਪਰੈਜ਼ੈਂਟ ਕਰੀ ਜਾਂਦਾ ਤਾਂ ਸਟੂਡੈਂਟ ਵੈਲਫੇਅਰ ਲਈ ਕੰਮ ਕਰਨੇ ਆ, ਹਰ ਸਟੂਡੈਂਟ ਦੀ ਹੱਕਾਂ ਦੀ ਲੜਾਈ ਲੜਨੀ ਹੈ। PGI ਦੇ ਵਿੱਚ BSc ਨਰਸਿੰਗ ਵਾਲੇ ਸਟੂਡੈਂਟਸ ਨੂੰ ਇਹ ਕਿਹਾ ਕਿ ਤੁਮ ਮਨ ਕੀ ਬਾਤ ਨਹੀਂ ਦਿਖਾਈ, ਉਹਨਾਂ ਨੇ ਨਹੀਂ ਦੇਖੀ ਤਾਂ ਉਹਨਾਂ ਨੂੰ ਸਸਪੈਂਡ ਕਰਤਾ ਸੀਗਾ।
ਐਡਮਿਨਿਸਟ੍ਰੇਸ਼ਨ ਅਸੀਂ ਧਰਨਾ ਲਾਇਆ ਮਿਲ ਜੁਲ ਕੇ ਸਾਰੀ, ਮੈਂ ਨਹੀਂ ਕਹਿੰਦਾ ਕੱਲਾ ਸਚਿਨ ਨੇ, ਸਾਰਿਆਂ ਨੇ ਧਰਨਾ ਲਾਇਆ, ਉਹ ਦੁਬਾਰਾ ਰਿਵੋਕ ਹੋਇਆ ਉਹ ਡਿਸੀਜਨ ਵੀ, ਤੇ ਨਾਲੇ ਉਹਨਾਂ ਦੀ ਜੌਬਸ ਵੀ ਵਾਪਸ ਮਿਲੀਆਂ। ਤਾਂ ਹਰ ਚੀਜ਼ ਦਾ ਸੋਲੂਸ਼ਨ ਹੈ, ਤੁਸੀਂ ਅੜੋ, ਮਿਹਨਤ ਕਰੋ। ਅੱਜ ਕੱਲ੍ਹ ਡਰ ਜਾਂਦੇ ਬੜਾ ਸੈਟਿੰਗਬਾਜ਼ ਨਾਲ ਧਰਨੇ, ਮੈਂ ਤਾਂ ਹੈਰਾਨ ਹੋ ਗਿਆ ਇੰਨੀ ਸੈਟਿੰਗ ਨਾਲ ਧਰਨੇ ਲੱਗਦੇ ਅੱਜ ਕੱਲ੍ਹ। ਤਾਂ ਇਹ ਪੋਲਿਟਿਕਸ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਹੈ। ਸਚਿਨ, ਜਿਵੇਂ ਕਿ ਆਪਾਂ ਹੁਣ ਗੱਲ ਕਰਦੇ ਹਾਂ, ਆਪਾਂ ਪਹਿਲਾਂ ਗੱਲ ਕੀਤੀ ਸਸਪੈਂਸ਼ਨ ਦੀ। ਤੁਹਾਨੂੰ ਅਸੀਂ ਵੇਖਿਆ ਦਿੱਲੀ ਵਿੱਚ ਫੋਟੋ ਕਰਾਉਂਦੇ ਆ, ਤੁਹਾਡੇ ਨਾਲ ਸੀ ਜਿਹੜੇ 2 ਬੰਦੇ, ਤੁਸੀਂ 10 ਬੰਦੇ ਸਸਪੈਂਡ ਕਰਤੇ ਆਪਦੀ ਪਾਰਟੀ ਤੋਂ, ਤੇ 2 ਬੰਦੇ ਤੁਹਾਡੇ ਨਾਲ ਉੱਥੇ ਫੋਟੋ ਕਰਾਉਂਦੇ ਨਜ਼ਰ ਆ ਰਹੇ ਨੇ। ਬੜੀ ਪਿਆਰੀ ਜੀ ਫੋਟੋ ਵਾਇਰਲ ਹੋਈ ਹੈ ਕਿ ਤੁਸੀਂ ਆਪਸ 'ਚ ਸਾਰੇ ਫੋਟੋ ਕਰਾ ਰਹੇ ਹੋ, ਤੇ ਉਸ ਤੋਂ ਬਾਅਦ ਤੁਸੀਂ ਇਸ ਸਟੈਂਡ 'ਤੇ ਰਹਿ ਰਹੇ ਹੋ ਕਿ ਇਹ ਤੁਹਾਡੇ ਨਾਲ ਸਸਪੈਂਡਡ ਹੀ ਰਹਿਣਗੇ, ਜਿਨ੍ਹਾਂ ਨੇ ਤੁਹਾਡੀ ਪਾਰਟੀ ਨੂੰ ਸੱਟ ਮਾਰੀ ਹੈ ਉਹ ਤੁਹਾਡੇ ਤੋਂ ਵੱਖ ਰਹਿਣਗੇ। ਪਰ 10 ਦਿਨਾਂ ਦੇ ਵਿੱਚ ਇਹੋ ਜਿਹਾ ਕੀ ਹੋਇਆ ਕਿ ਤੁਸੀਂ 2 ਬੰਦੇ ਵਾਪਸ ਲੈ ਲਏ ਪਾਰਟੀ ਦੇ ਵਿੱਚ, ਉਹਨਾਂ ਦੀ ਰੈਵੋਕੇਸ਼ਨ ਕਰਤੀ? ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ, ਜਦੋਂ ਸਸਪੈਂਡ ਕੀਤੇ ਸੀ ਸਚਿਨ ਗਾਲੋ ਸਟੇਟ ਪ੍ਰਧਾਨ ਨਹੀਂ ਸੀਗਾ, ਮੈਂ ਆਪ ਸਟੇਟ ਪ੍ਰਧਾਨ ਨਹੀਂ ਸੀਗਾ ਉਸ ਵੇਲੇ ਜਦੋਂ ਸਸਪੈਂਡ ਕਰੇ ਸੀ। ਸਸਪੈਂਡ ਹੋਏ ਸੀ ਦਿੱਲੀ ਲੀਡਰਸ਼ਿਪ ਵੱਲੋਂ, ਜਿਨ੍ਹਾਂ ਨੇ ਵੀ ਐਂਟੀ ਪਾਰਟੀ ਐਕਟੀਵਿਟੀ ਕਰੀ ਹੈ, ਕੋਈ ਸਾਇਲੈਂਟ ਸੀਗਾ। ਉਸ ਤੋਂ ਬਾਅਦ ਜਦੋਂ ਅਸੀਂ ਦਿੱਲੀ ਗਏ, ਮਿਲ ਕੇ ਆਏ, ਕਨਈਆ ਕੁਮਾਰ ਜੀ ਇੰਚਾਰਜ ਬਣੇ ਹੈ। ਬੜੀ ਇਹ ਖੁਸ਼ਕਿਸਮਤੀ ਹੈ ਕਿ ਇਹੋ ਜਿਹਾ ਇੰਚਾਰਜ ਸਾਨੂੰ ਮਿਲਿਆ ਜੋ ਅਵੇਅਰ ਹੈ, ਜੋ JNU ਕੈਂਪਸ ਤੋਂ ਨਿਕਲਿਆ ਪੋਲਿਟਿਕਸ ਬਾਰੇ ਅਵੇਅਰ ਹੈ। ਅਸੀਂ ਉੱਥੇ ਮਿਲਣ ਗਏ, ਕੋਈ ਹੋਰ ਸਾਥੀ ਵੀ ਆ ਜਾਂਦੇ, ਕੋਈ ਉਹਨਾਂ ਦੇ ਨਾਲ ਸਾਡੇ ਜ਼ਮੀਨ ਦੇ ਰੋਲੇ ਨਹੀਂ ਹੈ, ਕੋਈ ਆ ਗਿਆ ਫੋਟੋ ਕਰਵਾ ਲਈ। ਕੈਂਪਸ ਦੇ ਵਿੱਚ ਇੱਕ ਮਾਹੌਲ ਬਣਾਇਆ ਗਿਆ ਵੀ ਉਹ ਜੁਆਇਨ ਕਰ ਗਿਆ। ਅਸੀਂ ਇੱਕ ਲੈਟਰ ਕੱਢਿਆ, ਲੈਟਰ ਹੈਡ ਤੇ ਮੈਂ ਆਪ ਕੱਢਿਆ ਵੀ ਉਹਨਾਂ ਨੇ ਜੁਆਇਨ ਨਹੀਂ ਕਰੀ, ਕਿਸੇ ਨੇ ਪਾਰਟੀ ਦੇ ਕਿਸੇ ਮੈਂਬਰ ਨਾਲ ਫੋਟੋ ਕਰਾਈ ਹੈ ਤਾਂ ਜੁਆਇਨਿੰਗ ਦਾ ਮਕਸਦ ਨਹੀਂ ਹੈ, ਜੁਆਇਨਿੰਗ ਨਹੀਂ ਕਰੀ ਉਸ ਦਿਨ। ਇਸ ਗੱਲ ਤੇ ਅਸੀਂ ਫਰਮ ਸੀਗੇ, ਇਹ ਨਹੀਂ ਕਿ ਅਸੀਂ ਜੁਆਇਨਿੰਗ ਨਹੀਂ ਕਰਾਂਗੇ। ਉਹਨਾਂ ਦਾ ਕੰਡਕਟ ਦੇਖਿਆ ਗਿਆ 6 ਮਹੀਨੇ ਦਾ, ਉਹ ਕਹਿੰਦੇ ਅਸੀਂ ਪਾਰਟੀ ਦੇ ਲੋਇਲ ਰਵਾਂਗੇ, ਅਸੀਂ ਜੋ ਵੀ ਗਲਤੀਆਂ ਹੋਈਆਂ ਉਹਨਾਂ ਨੇ ਐਕਸੈਪਟ ਕਰਿਆ। ਇਸ ਚੀਜ਼ ਨੂੰ ਵੀ ਬਹਿਕਾਵੇ ਦੇ ਆ ਕੇ ਜੋ ਗਲਤੀਆਂ ਕੀਤੀਆਂ ਨੇ ਉਹ ਐਕਸੈਪਟ ਕਰਨ ਨੂੰ ਰਾਜ਼ੀ ਹੈ। ਪਾਰਟੀ ਦੇ ਵਿੱਚ ਲਿਆ ਗਿਆ ਹੈ, ਬਹੁਤ ਸਾਰੇ ਲੋਕ ਸਸਪੈਂਡ ਹੁੰਦੇ ਵੱਡੀ ਪਾਰਟੀਆਂ ਤੋਂ ਵਿੱਚ, ਉਹਨਾਂ ਨੂੰ ਵਾਪਸ ਲਿਆ ਕੇ ਇੱਕ ਮੌਕਾ ਦਿੱਤਾ ਗਿਆ ਵੀ ਉਹ ਵੀ ਆਪਣੇ ਛੋਟੇ ਭਰਾ ਨੇ, ਉਹ ਚੰਗਾ ਕੰਮ ਕਰਨਗੇ ਪਾਰਟੀ ਲਈ। ਅਸੀਂ ਤਾਂ ਇਹੀ ਕਹਿੰਦੇ ਵੀ ਪਾਰਟੀ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਹੈ, ਪਾਰਟੀ ਦੇ ਨਾਲ ਖੜਨ, ਜੋ ਵੀ ਪਾਸਟ ਹੋਇਆ ਪਾਸਟ ਨੂੰ ਭੁਲਾ ਕੇ ਅੱਗੇ ਲੈ ਕੇ ਆਉਣ। ਪਹਿਲਾਂ ਵੀ ਇਹੀ ਗੱਲ ਕਹੀ ਸੀ, ਸਸਪੈਂਡ ਕਰੇ ਸੀਗੇ ਪਾਰਟੀ ਨੇ ਕਰੇ ਸੀ, ਦਿੱਲੀ ਲੀਡਰਸ਼ਿਪ ਮੈਂ ਬਾਅਦ 'ਚ ਸਟੇਟ ਪ੍ਰਧਾਨ ਬਣਿਆ ਸੀ। ਜੋ ਫੋਟੋ ਆਈ ਸੀ, ਫੋਟੋ ਤੇ ਸਾਡਾ ਇਹ ਕਲੇਮ ਸੀਗਾ ਹਜੇ ਜੁਆਇਨ ਨਹੀਂ ਕਰਿਆ, ਅੱਗੇ ਕਰਨਗੇ ਤਾਂ ਉਹਨਾਂ ਨੂੰ ਜ਼ਰੂਰ ਅਸੀਂ ਲੈਟਰ ਹੈਡ ਕੱਢਾਂਗੇ। ਤੇ ਸਚਿਨ, ਫਿਰ ਉਹ 2 ਬੰਦੇ ਹੀ ਕਿਉਂ ਕੀਤੇ ਗਏ ਵਾਪਸ ਤੋਂ, ਉਹਨਾਂ ਦੀ ਰੈਵੋਕੇਸ਼ਨ ਕਿਉਂ ਕੀਤੀ ਗਈ ਜਦ ਕਿ ਬੰਦੇ ਤਾਂ 10 ਸੀ? ਤੇ ਉਹਨਾਂ ਦੋਵਾਂ ਦੇ ਇਹੋ ਜਿਹੇ ਕੀ ਐਫਰਟਸ ਵਿਕ ਗਏ ਕਿ ਤੁਸੀਂ ਸਿਰਫ ਉਹ 2 ਬੰਦੇ ਹੀ ਕਰ ਰਹੇ ਹੋ? ਐਫਰਟਸ ਇਹ ਦਿਖੇ ਜੀ, ਦੇਖੋ ਜਿਵੇਂ ਜੇਲ੍ਹ 'ਚ ਕੋਈ ਕੈਦੀ ਰਹਿੰਦਾ ਹੈ, ਉਹਦਾ ਦੇਖ ਕੇ ਕੰਡਕਟ ਦੇਖ ਕੇ ਜਦੋਂ ਸਜ਼ਾ ਘੱਟ ਹੁੰਦੀ ਹੈ ਵੀ ਕੋਈ 10 ਸਾਲ ਸਜ਼ਾ ਹੈਗੀ, ਉਹਦਾ ਕੰਡਕਟ ਦੇਖ ਕੇ 5 ਸਾਲ ਸਜ਼ਾ ਕਰ ਦਿੰਦੇ ਹੁੰਦੇ, ਇਹੀ ਸਿਸਟਮ ਇੱਥੇ ਸੀਗਾ। ਹੋਰ ਵੀ ਸਾਥੀ ਚਾਹਵਾਨ ਆਉਣ ਦੇ, ਜੋ ਪਾਰਟੀ ਲਈ ਦੇਖੋ ਗਲਤੀਆਂ ਕਰਤੀਆਂ ਕਿਸੇ ਨੇ, ਜੋ ਪਾਰਟੀ ਲਈ ਦੁਬਾਰਾ ਕਮਿਟਮੈਂਟ ਦੇ ਰਿਹਾ, ਉਹ ਕਹਿ ਰਿਹਾ ਵੀ ਮੇਰੇ ਤੋਂ ਗਲਤੀ ਹੋ ਗਈ, ਮੈਂ ਬੜੇ ਗਲਤ ਡਿਸੀਜਨ ਲੈ ਲਿਆ ਕਿਸੇ ਦੇ ਬਹਿਕਾਵੇ 'ਚ ਆ ਕੇ, ਦੁਬਾਰਾ ਮੈਂ ਪਾਰਟੀ ਲਈ ਸਹੀ ਕੰਮ ਕਰੂੰਗਾ, ਉਹਨੂੰ ਮੈਨੂੰ ਲੱਗਦਾ ਮੌਕਾ ਦੇ ਵੀ ਦੇਣਾ ਚਾਹੀਦਾ। ਉਹਦੇ ਵਿੱਚ ਪਾਰਟੀ ਹਾਈ ਕਮਾਂਡ ਵੀ ਇਨਵੋਲਵਡ ਹੈ, ਉਹ ਕੋਈ ਡਿਸੀਜਨ ਐਵੇਂ ਨਹੀਂ ਵੀ ਸਾਰੇ ਹੀ ਆ ਜੋ ਨੁਕਸਾਨ ਵੀ ਕਰੋ ਤੇ ਆਈ ਜਾਓ, ਨਹੀਂ, ਬਹੁਤ ਚੀਜ਼ਾਂ ਇਨਵੋਲਵਡ ਨੇ। ਜੇ ਆਪ ਮਾੜਾ ਕਰਨਗੇ, ਆਪ ਦਾ ਮਾੜਾ ਕਰਨਗੇ, ਪਾਰਟੀ ਨੂੰ ਬਹੁਤ ਦੁਨੀਆ ਆਈ, ਮੇਰੇ ਵਰਗੀ ਬਹੁਤ ਦੁਨੀਆ ਆਈ ਗਈ, ਬਹੁਤ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਪਾਰਟੀ ਬਹੁਤ ਵੱਡੀ ਹੈ ਤੇ ਉਹ ਆਪ ਦਾ ਨੁਕਸਾਨ ਕਰਨਗੇ ਜੇ ਦੁਬਾਰਾ ਕੋਈ ਗੜਬੜ ਕਰਦੇ ਆ। ਬਾਕੀ ਪਾਰਟੀ ਵੈਲਕਮ ਕਰਦੀ ਹੈ ਜੇ ਚੰਗੀ ਸੋਚ ਦੇ ਲੋਕ, ਮਿਹਨਤੀ ਲੋਕ ਅੱਗੇ ਆਉਣ। ਸਚਿਨ, ਮੈਂ ਹੁਣ ਤੁਹਾਡੇ ਤੋਂ ਆਖਰੀ ਸਵਾਲ ਪੁੱਛਣਾ ਚਾਹੂੰਗੀ ਕਿ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਹੁਣ ਸੀਟਾਂ ਜਿਵੇਂ ਵੰਡ ਰਹੀਆਂ ਨੇ ਸਾਰੇ, ਤੇ ਤੁਸੀਂ ਇਸ ਵਾਰ ਕਿਸ ਨੂੰ ਸੀਟ ਮਿਲੂਗੀ ਜਾਂ ਫਿਰ ਇੱਕ ਵਾਰ ਕਿਸੇ ਡਮੀ ਚਿਹਰੇ ਤੇ ਸਾਨੂੰ ਬਲਫ ਖੇਲਿਆ ਜਾਏਗਾ? ਦੇਖੋ ਜੀ, ਇਹ ਮੈਂ ਦੱਸ ਦੇਣਾ, ਸਭ ਤੋਂ ਪਹਿਲੀ ਗੱਲ ਤਾਂ ਜੋ ਵੀ ਸੀਟ ਮਿਲੂਗੀ ਜਲਦੀ ਤੋਂ ਜਲਦੀ ਡਿਸਕਲੋਜ਼ ਕਰਨ ਵਾਲੀ NSA ਪਾਰਟੀ। ਅਸੀਂ ਬਹਿ ਕੇ ਸਾਰੀ ਲੀਡਰਸ਼ਿਪ, ਦਿੱਲੀ ਦੀ ਲੀਡਰਸ਼ਿਪ ਮਿਲ ਕੇ ਅਸੀਂ ਇਸ ਕੈਂਪਸ ਨੂੰ ਬੜਾ ਪ੍ਰੋਮੀਨੈਂਟ ਸਮਝਦੇ ਹਾਂ, ਸਟੂਡੈਂਟ ਬੋਡੀ ਨੂੰ, ਸਟੂਡੈਂਟਸ ਦੇ ਇਲੈਕਸ਼ਨ ਨੂੰ ਬੜਾ ਸੀਰੀਅਸ ਲੈਂਦੇ ਆ। ਅੱਜ ਦੇਸ਼ ਦੇ ਵਿੱਚ 3 ਸਟੇਟ ਦੇ ਵਿੱਚ ਕਹਿ ਸਕਦੇ NSA ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਕਹਿ ਸਕਦੇ ਹਾਂ, ਉਹ 3 CM NSA ਤੋਂ ਨਿਕਲੇ ਹੈ। ਸਟੂਡੈਂਟ ਪੋਲਿਟਿਕਸ ਨੂੰ ਛੋਟਾ ਨਹੀਂ ਸਮਝ ਸਕਦੇ। ਦੂਜੇ ਪਾਸੇ ਡੰਮੀ ਕੈਂਡੀਡੇਟ ਵਾਲੀ ਗੱਲ ਮੈਂ ਕਹਿ ਰਿਹਾ, ਡੰਮੀ ਕੈਂਡੀਡੇਟ ਨਾ ਕੋਈ ਨਹੀਂ ਹੁੰਦਾ, ਇਹ ਪਬਲਿਕ ਪਰਸੈਪਸ਼ਨ ਕ੍ਰੀਏਟ ਕਰਿਆ ਜਾਂਦਾ। ਹੁਣ ਜੇ ਆਪਾਂ 100 ਜਣੇ ਕਿਸੇ ਨੂੰ, ਇੱਕ ਬੰਦੇ ਨੂੰ ਚੋਰ ਕਹਿਣ ਲੱਗ ਜਾਣਗੇ, ਉਹ ਸਾਰੀ ਦੁਨੀਆ ਕਹਿ ਦੂਗੀ ਤਾਂ ਚੋਰ ਹੈ, ਭਾਵੇਂ ਉਹਨੇ ਕੋਈ ਚੋਰੀ ਵੀ ਨਹੀਂ ਕੀਤੀ ਹੋਵੇ। ਡੰਮੀ ਕੈਂਡੀਡੇਟ ਇਜ਼ ਅ ਵਰਡ ਯੂਜ਼ਡ ਬਾਈ ਅਦਰ ਪਾਰਟੀਜ਼, ਜੋ ਦੂਜੀ ਪਾਰਟੀਆਂ ਨੇ ਦੂਜੇ ਕੈਂਡੀਡੇਟ ਦੇ ਬਾਰੇ, ਹੁਣ ਅਸੀਂ ਕਿਸੇ ਤੇ ਲਾ ਦਿਆ ਕੈਂਡੀਡੇਟ ਹੈ ਤਾਂ ਅਵਾਰਾ ਹੈ ਜੀ, ਅਵਾਰਾ ਹੈ, ਉਹ 100 ਜਣੇ ਕਹਿਣਗੇ ਤਾਂ ਅਵਾਰਾ ਹੈ। ਉਹ ਡੰਮੀ ਕੈਂਡੀਡੇਟ ਸੀਗਾ ਹੀ ਨਹੀਂ, ਉਹ ਡੰਮੀ ਕੈਂਡੀਡੇਟ ਨਹੀਂ ਸੀਗਾ। ਸਿਰਫ ਗੱਲਾਂ ਦੇ ਵਿੱਚ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਡੰਮੀ ਹੈ, ਜੇ ਮੈਨੂੰ ਕਹਿ ਦਿਓ ਕੋਈ ਡੰਮੀ ਕੈਂਡੀਡੇਟ, ਮੈਂ ਵੀ ਆਪਦੇ ਟਾਈਮ 'ਚ ਮਿਹਨਤ ਕਰੀ, ਰਾਜਨੀਤੀ ਕਰੀ, ਡੰਮੀ ਕੋਈ ਕੈਂਡੀਡੇਟ ਨਹੀਂ ਹੁੰਦਾ। ਮੌਕੇ ਦੇ ਸਰਕਮਸਟੈਂਸਿਸ ਮੈਂ ਸਾਰੇ ਸਮਝਾਤੇ हैं, ਵਿਨੇਬਿਲਿਟੀ ਦੇਖੀ ਜਾਂਦੀ ਹੁੰਦੀ ਹੈ, ਹਾਰੇ ਐਕਸੈਪਟ ਕਰਦੇ ਹਾਂ, ਹਾਰਾਂ ਜਿੱਤਾਂ ਲੱਗੀਆਂ ਰਹਿੰਦੀਆਂ, ਜੇ ਹਾਰੇ ਵੀ ਤਾਂ ਵੀ 10 ਸਾਲਾਂ ਤੋਂ 3 ਇਲੈਕਸ਼ਨ ਪ੍ਰਧਾਨ ਦੇ ਅਸੀਂ ਉਹ ਜਿੱਤੇ ਨੇ। ਵਧੀਆ ਕੈਂਡੀਡੇਟ, ਵਧੀਆ ਪੂਰਾ ਪੈਨਲ ਲੈ ਕੇ ਆਵਾਂਗੇ, ਵਧੀਆ ਇਲੈਕਸ਼ਨ ਲੜਾਂਗੇ, ਡਟ ਕੇ ਇਲੈਕਸ਼ਨ ਲੜਾਂਗੇ, ਹਾਰਾਂ ਜਿੱਤਾਂ ਇੱਕ ਪਾਸੇ, ਸਟੂਡੈਂਟ ਵੈਲਫੇਅਰ ਦੀ ਲੜਾਈ ਲੜਦੇ ਰਵਾਂਗੇ। ਤੇ ਚੈਲੰਜ ਹੈ ਸਿਰਫ ਇੱਕ ਅਸੀਂ ਟਾਰਗੇਟ ਕਰੀ ਜਾਂਦੇ ਹਾਂ, ਬਾਰ-ਬਾਰ ਇੱਕੋ ਗੱਲ ਕਰੀ ਜਾਂਦੇ ਹਾਂ। ਕੈਂਪਸ ਦੇ ਮਾਹੌਲ ਨੂੰ ਮੇਰੀ ਰਿਕੁਐਸਟ ਹੈ, ਭਗਵੰਤ ਮਾਨ ਨੂੰ, CM ਆਫ ਪੰਜਾਬ ਮੇਰੀ ਰਿਕੁਐਸਟ ਹੈ, ਮਿਨਿਸਟਰ ਮੀਤ ਹੇਅਰ ਜੀ ਨੂੰ, ਹੋਰ ਵੀ ਮਿਨਿਸਟਰ ਹੈ ਜਿਹੜੇ ਪੰਜਾਬ ਦੇ, ਕੈਂਪਸ ਤੋਂ ਦੂਰ ਰਹੋ ਪਲੀਜ਼, ਰਿਕੁਐਸਟ ਹੈ। ਤੁਸੀਂ ਕੈਂਪਸ ਦਾ ਮਾਹੌਲ ਖਰਾਬ ਕਰੀ ਜਾਂਦੇ ਹੋ, ਸਟੂਡੈਂਟਸ ਨੂੰ ਨਾ ਬਹਿਕਾਓ।
ਜੇ ਇੱਕ ਇਹ ਹਾਲ ਹੋ ਚੁੱਕਿਆ, ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਆਰਟਸ ਦੇ ਵਿੱਚ ਸ਼ਾਇਦ ਕੋਈ ਮਿਨਿਸਟਰ ਸਪੀਚ ਦੇਣਗੇ ਤੇ ਸਾਇੰਸਿਸ ਦੇ ਵਿੱਚ ਮੀਥੇਰ ਜੀ ਸਪੀਚ ਦੇਣਗੇ, ਭਗਵੰਤ ਮਾਨ ਜੀ ਵੀ ਸਪੀਚਾਂ ਦੇਣਗੇ ਆ ਕੇ। ਮੈਨੂੰ ਲੱਗਦਾ ਇਹ ਚੰਗਾ ਹੈ, ਸ਼ਾਇਦ ਉਹ ਕਿਸੇ ਆਪਣੇ ਆਉਣ ਵਾਲੇ ਫਿਊਚਰ 'ਚ ਤਿਆਰੀ ਕਰਾਈ ਜਾਂਦੇ ਆਪਣੇ ਬੱਚਿਆਂ ਦੀ ਵੀ ਇਲੈਕਸ਼ਨ ਲੜਾਊਂਗਾ ਪੰਜਾਬ ਯੂਨੀਵਰਸਿਟੀ ਤੋਂ। ਯੂਨੀਵਰਸਿਟੀ ਨੂੰ ਸਿਰਫ ਸਟੂਡੈਂਟਸ ਲਈ ਰਹਿਣ ਦਿਓ ਤੇ ਨਾ ਕੋਈ ਪੈਸਾ। ਤੁਸੀਂ ਮੰਨੋਗੇ ਨਹੀਂ, ਸਾਡੇ ਵਰਕਰਾਂ ਦੇ ਘਰੇ MLA ਫੋਨ ਕਰੀ ਜਾਂਦੇ, ਪੇਰੈਂਟਸ ਤੱਕ ਪ੍ਰੈਸ਼ਰ ਪਵਾ ਰਹੇ ਆ ਕਿ ਜਿੱਤ ਜਾਓਗੇ, ਚਲੋ ਜਿੱਤ ਗਏ ਸੀ, ਵੈਸੇ ਜਿੱਤ ਗਏ, ਕੀ ਹੋ ਜਾਊਗਾ। ਸਿਰਫ ਪਰਸਨਲ 5-4 ਇੰਟਰਸਟ ਲੋਕਾਂ ਦੇ ਹੈਗੇ, ਉਹਨਾਂ ਦੇ ਪੂਰੇ ਕਰਨ ਵਾਸਤੇ ਪੂਰੀ ਲੀਡਰਸ਼ਿਪ ਇਨਵੋਲਵ ਹੋ ਰੱਖੀ ਹੈ। ਚੰਗੀ ਪੋਲਿਟਿਕਸ ਅੱਗੇ ਆਉਣੀ ਚਾਹੀਦੀ ਹੈ, ਐਵੇਂ ਦੀ ਪੋਲਿਟਿਕਸ ਨਹੀਂ। ਇਹਨਾਂ ਨੂੰ ਇਸ ਚੀਜ਼ ਦਾ ਭਰਪਾਈ ਕਰਨੀ। ਹੁਣ ਮੈਂ ਚੈਲੰਜ ਕਰ ਦੇਵਾਂ ਪੰਜਾਬ ਦੀ ਲੀਡਰਸ਼ਿਪ ਨੂੰ, ਆ ਜਾਓ ਕੋਈ ਮਿਨਿਸਟਰ ਚੈਲੰਜ ਕਰਦੇ ਆ ਡਿਬੇਟ ਦਾ, ਉਹ ਆਉਣਗੇ? ਨਹੀਂ ਆਉਣਗੇ, ਕਿਉਂਕਿ ਇਹ ਚੀਜ਼ਾਂ ਉਹਨਾਂ ਨੂੰ ਪਤਾ, ਉਹ ਸਟੈਂਡ ਹੀ ਨਹੀਂ ਕਰਨਗੇ। ਹੁਣ 15 ਸੈਕਟਰ ਦੇ ਬਾਹਰ ਹੀ ਕੋਠੀ ਹੈ ਕੋਰਨਰ 'ਤੇ, ਉੱਥੇ ਮੀਟਿੰਗਾਂ ਹੋ ਰਹੀਆਂ ਨੇ, ਉੱਥੇ ਮਿਨਿਸਟਰ ਬੈਠੇ ਆ, ਸਾਰਿਆਂ ਨੂੰ ਪਤਾ ਹੈ। ਮੈਂ ਓਪਨ ਗੱਲ ਕਰਦਾ, ਫਿਰ ਚੁੱਭਦੀਆਂ ਨੇ ਲੋਕਾਂ ਨੂੰ, ਬਥੇਰੀ ਚੁੱਭਦੀਆਂ ਨੇ। ਫਿਰ ਉਹ ਬਾਰ-ਬਾਰ ਸਚਿਨ ਗੱਲ ਉਹਨੂੰ ਟਾਰਗੇਟ ਕਰਦੇ ਆ ਵੀ ਇਹਨੂੰ ਕਿਵੇਂ ਰੋਕੀਏ। ਰੋਕਣਾ ਨਹੀਂ, ਸਾਡੇ ਕੋਲ ਸੱਚਾਈ ਹੈ, ਮਿਹਨਤ ਹੈ, ਅਸੀਂ ਐਵੇਂ ਚੱਲਦੇ ਰਵਾਂਗੇ। ਤੇ ਪਲੀਜ਼ CYSS ਲੀਡਰਸ਼ਿਪ ਨੂੰ ਕਹੋ ਇਨਵੋਲਵਮੈਂਟ ਘੱਟ ਰੱਖੋ, ਸਟੂਡੈਂਟ ਵਰਸਸ ਸਟੂਡੈਂਟ ਦਾ ਇਲੈਕਸ਼ਨ ਰਹਿਣ ਦਿਓ, ਸਟੂਡੈਂਟ ਵਰਸਸ ਆਪਣਾ ਕੀ ਕਹਿੰਦੇ ਆ MPਸ਼ਿਪ ਦਾ ਇਲੈਕਸ਼ਨ ਨਾ ਹੋਵੇ, ਮਿਨਿਸਟਰਾਂ ਦਾ ਇਲੈਕਸ਼ਨ ਨਾ ਹੋਵੇ। ਤੁਹਾਡੀ ਗੱਲ ਤੋਂ ਮੈਂ ਇੱਕ ਕੁਐਸਚਨ ਹੋਰ ਪੁੱਛਣਾ ਚਾਹੂੰਗੀ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ 3 ਸਟੇਟ ਵਿੱਚ ਤੁਸੀਂ ਐਵੇਂ ਇਲੈਕਸ਼ਨ ਲੜ ਰਹੇ ਹੋ, ਤੇ ਸਟੇਟ ਦੀ ਗੱਲ ਨੂੰ ਛੱਡ ਕੇ ਜੇ ਆਪਾਂ ਕਾਲਜਿਸ ਦੀ ਗੱਲ ਕਰਦੇ ਹਾਂ, ਤੇ ਕਾਲਜਿਸ ਵਿੱਚ NSUI ਜਦੋਂ ਆਪਾਂ ਵੇਖਦੇ ਹਾਂ ਤੇ ਉੱਥੇ ਵਿਨਰ ਤੱਕ ਹੀ ਸਾਨੂੰ ਰਨਰ ਅਪ ਵੀ ਨਜ਼ਰ ਨਹੀਂ ਆਉਂਦੀ। ਇਹ ਗ੍ਰਾਫ ਕਿਉਂ ਘਟ ਰਿਹਾ? ਤੁਹਾਡੇ ਹੀ ਇੰਚਾਰਜ ਨੇ ਪਿਛਲੀ ਵਾਰ ਗੱਲ ਕੀਤੀ ਸੀ ਕਿ ਸਮਾਂ ਬਦਲੂਗਾ, ਵਕਤ ਬਦਲੂਗਾ, ਬਟ ਇਹ ਸਮਾਂ ਤਾਂ ਹੋਰ ਬੁਰਾ ਹੁੰਦਾ ਜਾ ਰਿਹਾ, ਚੰਗਾ ਹੋਣ ਦੀ ਬਜਾਏ। ਇਹ ਸਮਾਂ ਬਦਲ ਰਿਹਾ ਜੀ, ਬਦਲਿਆ ਜ਼ਰੂਰ। ਪ੍ਰੋਬਲਮ ਕੀ ਆਉਂਦੀ ਸੀਗੀ, ਹੁਣ ਮੈਂ ਸਟੇਟ ਪ੍ਰਧਾਨ ਹਾਂ, ਸਾਰੇ ਚੰਡੀਗੜ੍ਹ ਦੇ ਕਾਲਜਿਸ ਵੇਖਣਾ, ਯੂਨੀਵਰਸਿਟੀ ਵੇਖਣਾ ਬੜਾ ਮੁਸ਼ਕਿਲ ਹੋ ਜਾਂਦਾ। ਈਜ਼ੀ ਟਾਸਕ ਨਹੀਂ ਹੁੰਦੀ, ਰੋਜ਼ ਤੁਹਾਨੂੰ ਫੋਨ ਆਉਂਦੇ ਆ। ਟੀਮ ਹੁਣ ਕੋਈ ਪਾਰਟੀ ਹੈ, ਕੋਈ XYZ ਪਾਰਟੀ DAV ਕਾਲਜ ਬੜੀ ਸਟਰੋਂਗ ਹੈ, ਕਿਉਂਕਿ ਉਹ ਸਿਰਫ ਉਹਨਾਂ ਦੇ ਲੋਕ DAV ਕਾਲਜ ਵੇਖੀ ਜਾਂਦੇ। ਕੋਈ ਪਾਰਟੀ SD ਕਾਲਜ ਸਟਰੋਂਗ ਹੈ, ਉਹ SD ਕਾਲਜ ਵੇਖੀ ਜਾਂਦੇ। ਕੋਈ ਪਾਰਟੀ ਖਾਲਸਾ ਕਾਲਜ ਸਟਰੋਂਗ ਹੈ, ਖਾਲਸਾ ਕਾਲਜ ਵੇਖੀ ਜਾਂਦੇ। ਸਾਡੀ ਪਾਰਟੀ ਹਰ ਥਾਂ ਪ੍ਰੈਜ਼ੈਂਸ ਹੈ। ਪੂਰਾ ਚੰਡੀਗੜ੍ਹ ਹਰ ਕਾਲਜ ਦੇਖਣਾ ਈਜ਼ੀ ਨਹੀਂ ਹੁੰਦਾ। ਤਾਂ ਵੀ ਐਤਕੀ ਤੁਸੀਂ ਰਿਪੋਰਟ ਲੈ ਸਕਦੇ ਹੋ, DAV ਕਾਲਜ ਬਹੁਤ ਚੰਗੀ, NSUI ਬੜੀ ਤਕੜੀ ਪਕੜ ਦੇ ਨਾਲ ਅੱਗੇ ਵਧ ਰਹੀ ਹੈ। SD ਕਾਲਜ ਦੇਰ ਇਜ਼ ਅ ਫਾਈਟ ਬਿਟਵੀਨ ਅਸ ਐਂਡ ਅਦਰ ਪਾਰਟੀ, ਅਸੀਂ ਸੈਕਿੰਡ ਨੰਬਰ 'ਤੇ ਹਾਂ। 50 ਕਾਲਜ ਦੇ ਵਿੱਚ ਬੜੀ ਚੰਗੀ ਲੜਾਈ ਲੜਾਂਗੇ। 46 ਕਾਲਜ ਦੇ ਵਿੱਚ ਚੰਗੀ, ਜਿੱਥੇ ਹੈਗੀ ਮੈਂ ਦੱਸ ਦੇਣਾ, ਜਿੱਥੇ ਨਹੀਂ ਵੀ ਉਹ ਵੀ ਤੁਹਾਡੇ ਸਾਹਮਣੇ ਸਪਸ਼ਟ ਹੈ। ਪਿਛਲੀ ਵਾਰ 42 ਕਾਲਜ ਕੁੜੀਆਂ ਦੇ ਕਾਲਜ ਅਸੀਂ ਪੈਨਲ ਅਨਾਊਂਸ ਕਰਕੇ ਆਏ ਸੀਗੇ। ਤਾਂ ਐਤਕੀ ਬੜੇ ਚੰਗੇ ਮਾਰਜਨ ਦੇ ਨਾਲ ਕੋਸ਼ਿਸ਼ ਹੈ। DAV ਕਾਲਜ, ਖਾਲਸਾ DAV ਕਾਲਜ, SD ਕਾਲਜ, 46 ਕਾਲਜ, 50 ਕਾਲਜ ਅਸੀਂ ਜਿੱਤ ਦੀ ਲੜਾਈ ਦੇ ਵਿੱਚ ਹੈ। ਬਾਕੀ ਥਾਂ ਅਸੀਂ ਕੈਡਰ ਖੜਾ ਕਰਨੇ, ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਲੋਕਾਂ ਨੂੰ ਪਤਾ ਚੱਲ ਜੂਗਾ ਵੀ NSUI ਕੋਸ਼ਿਸ਼ ਕਰਾਂਗੇ ਇੱਕ ਚੰਗੀ ਪਾਰਟੀ, ਇੱਕ ਤਕੜੀ ਪਾਰਟੀ ਅੱਗੇ ਲੈ ਕੇ ਆਵੇ, ਜਿਹੜੇ ਸਟੂਡੈਂਟ ਨੂੰ ਵੈਲਫੇਅਰ ਦੇ ਵੱਲ ਵਧਾਵੇ। ਥੈਂਕ ਯੂ ਸੋ ਮਚ ਸਚਿਨ, ਆਲ ਦ ਬੈਸਟ ਤੁਹਾਨੂੰ ਆਉਂਦੇ ਇਲੈਕਸ਼ਨਾਂ ਲਈ। ਥੈਂਕ ਯੂ ਸੋ ਮਚ। ਸਾਈਨਿੰਗ ਆਫ ਵਿਦ ਗਜ਼ਲ ਸਚਦੇਵਾ, ਕੈਮਰਾਮੈਨ ਸੌਰਵ ਕੰਸਲ।